हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 9ਵੇਂ ਚੈਪਟਰ ਗੋਲਡ ਇਨ ਦਾ ਨਾਰਥ, ਜਿਸ ਨੂੰ ਕਿ ਡੌਮ ਮੋਰੇਜ਼ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੇ ਅਸੀਂ ਕੁਐਸਚਨਸ ਐਂਡ ਆਨਸਰਸ ਡਿਸਕਸ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਇਸ ਚੈਪਟਰ ਦੇ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਇਸ ਚੈਪਟਰ ਦੇ ਰਾਈਟਰ ਡੌਮ ਮੋਰੇਜ਼ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਸਮਝਾਇਆ ਹੈ, ਅਤੇ ਇਸੇ ਤਰ੍ਹਾਂ ਇਸ ਚੈਪਟਰ ਦੇ ਪਹਿਲੇ 5 ਪੈਰਾਗ੍ਰਾਫ ਮੈਂ ਡਿਸਕਸ ਕੀਤੇ ਨੇ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਵੀਡੀਓ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਪਹਿਲੇ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਵੀਡੀਓ ਦੇਖ ਸਕਦੇ ਹੋ। ਇਸੇ ਤਰ੍ਹਾਂ ਬੱਚਿਓ, ਇਸ ਚੈਪਟਰ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਬਾਕੀ ਰਹਿੰਦੇ ਹੋਏ ਸਾਰੇ ਚੈਪਟਰ ਨੂੰ ਡਿਸਕਸ ਕੀਤਾ ਹੈ। ਇਸ ਦੇ ਵਿੱਚ ਪੈਰਾ ਨੰਬਰ 6 ਤੋਂ ਲੈ ਕੇ ਪੈਰਾ ਨੰਬਰ 11 ਤੱਕ ਦਾ ਸਾਰਾ ਚੈਪਟਰ ਮੈਂ ਡਿਸਕਸ ਕੀਤਾ ਹੈ, ਅਤੇ ਇਸ ਚੈਪਟਰ ਦੇ ਵਿੱਚ ਜਿੰਨੇ ਵੀ ਡਿਫਿਕਲਟ ਟਰਮਸ ਆਏ ਨੇ ਮੈਂ ਉਹ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਇਸ ਚੈਪਟਰ ਦੇ ਐਂਡ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਗਲੋਸਰੀ ਜਾਂ ਨੋਟਸ ਨਹੀਂ ਦਿੱਤਾ ਗਿਆ, ਤਾਂ ਮੈਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਕਿ ਬੱਚੋ ਕੋਈ ਵੀ ਟਰਮ ਐਸੀ ਨਾ ਰਹੇ ਜੋ ਤੁਹਾਨੂੰ ਸਮਝ ਨਾ ਆ ਸਕੇ, ਬਿਕੋਜ਼ ਇਸ ਚੈਪਟਰ ਦੇ ਕੁਐਸਚਨ ਆਨਸਰਸ ਨੂੰ ਸਮਝਣ ਦੇ ਲਈ ਸਾਨੂੰ ਇਸ ਚੈਪਟਰ ਦੇ ਟੈਕਸਟ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਨਹੀਂ ਤਾਂ ਸਾਨੂੰ ਕੁਐਸਚਨ ਆਨਸਰ ਯਾਦ ਕਰਨ 'ਚ ਬਹੁਤ ਹੀ ਜ਼ਿਆਦਾ ਮੁਸ਼ਕਿਲ ਆਏਗੀ। ਤਾਂ ਉਮੀਦ ਹੈ ਬੱਚਿਓ ਤੁਸੀਂ ਇਹ ਵਾਲਾ ਵੀਡੀਓ ਵੀ ਜ਼ਰੂਰ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਸੈਕਿੰਡ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਤਾਂ ਜੋ ਤੁਸੀਂ ਇਹ ਦੋਨੇ ਵੀਡੀਓਜ਼ ਦੇਖ ਕੇ ਅੱਜ ਵਾਲੇ ਜੋ ਵੀਡੀਓ ਦੇ ਅਸੀਂ ਕੁਐਸਚਨ ਆਨਸਰ ਸਮਝਣ ਜਾ ਰਹੇ ਹਾਂ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਬੱਚਿਓ, ਇਸ ਚੈਪਟਰ ਦੇ ਟੈਕਸਟ ਦੇ ਐਂਡ ਤੇ ਕੰਪਰੀਹੈਂਸ਼ਨ ਵਾਲੇ ਸੈਕਸ਼ਨ ਦੇ ਵਿੱਚ ਤੁਹਾਡੇ ਕੋਲੇ ਬਹੁਤ ਸਾਰੇ ਕੁਐਸਚਨਸ ਦਿੱਤੇ ਗਏ ਨੇ। ਇਸ ਚੈਪਟਰ ਦੇ ਟੋਟਲ 11 ਪੈਰਾਗ੍ਰਾਫ ਨੇ, ਅਤੇ ਹਰ ਇੱਕ ਪੈਰਾਗ੍ਰਾਫ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਦਿੱਤਾ ਗਿਆ ਹੈ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਬੱਚਿਓ, ਅੱਜ ਵਾਲੇ ਵੀਡੀਓ ਦੇ ਵਿੱਚ ਮੈਂ ਇਹ ਸਾਰੇ ਕੁਐਸਚਨ ਡਿਸਕਸ ਕੀਤੇ ਨੇ, ਅਤੇ ਇਸ ਤੋਂ ਇਲਾਵਾ ਵੀ ਜੋ ਮੈਨੂੰ ਲੱਗਿਆ ਹੈ ਕਿ ਕੋਈ ਕੁਐਸਚਨ ਇਸ ਚੈਪਟਰ ਦੇ ਵਿੱਚੋਂ ਆ ਸਕਦਾ ਹੈ ਜਾਂ ਪਹਿਲਾਂ ਵਾਲੇ ਬੋਰਡ ਦੇ ਐਗਜ਼ਾਮ ਦੇ ਵਿੱਚ ਆਂਦਾ ਰਿਹਾ ਹੈ, ਤਾਂ ਮੈਂ ਉਹ ਸਾਰੇ ਕੁਐਸਚਨਸ ਇਸ 'ਚ ਇਨਕਲੂਡ ਕੀਤੇ ਨੇ, ਅਤੇ ਇਹਨਾਂ ਦੇ ਆਨਸਰਸ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਮੈਂ ਫਰੇਮ ਕੀਤੇ ਨੇ, ਤਾਂ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਵੀ ਦਿੱਕਤ ਇਹਨਾਂ ਕੁਐਸਚਨ ਆਨਸਰਸ ਨੂੰ ਸਮਝ ਕੇ ਨਹੀਂ ਆਏਗੀ। ਤਾਂ ਇਸ ਚੈਪਟਰ 'ਚ ਨਾ ਜਿਹੜੇ ਤੁਹਾਡੇ ਕੁਐਸਚਨਸ ਬਣੇ ਹੋਏ ਹੈ ਪੈਰਾ ਵਾਈਜ਼ ਬਣੇ ਹੋਏ, ਹਰ ਇੱਕ ਪੈਰਾਗ੍ਰਾਫ 'ਚੋਂ ਇੱਕ ਮੇਨ ਕੁਐਸਚਨ ਬਣਦਾ ਹੈ। ਆਪਾਂ ਜਦੋਂ ਚੈਪਟਰ ਦੀ ਐਕਸਪਲੇਨੇਸ਼ਨ ਕੀਤੀ ਸੀਗੀ ਉਹਦੇ 'ਚ ਆਪਾਂ ਪੈਰੇ ਦੇ ਹੈਡਿੰਗ ਵੀ ਦੱਸੇ ਸੀਗੇ। ਜਿਵੇਂ ਪਹਿਲਾ ਸਾਡਾ ਪੈਰਾ ਸੀਗਾ ਦਾ ਵਿਊ ਆਫ ਦੀ ਸਮਰ ਆਫ ਰਾਜਸਥਾਨ, ਇਹ ਸੀਗਾ ਨਾ, ਬਿਲਕੁਲ ਉਸੇ ਤੇ ਹੀ ਤੁਹਾਡਾ ਪਹਿਲਾ ਕੁਐਸਚਨ ਬਣਿਆ ਹੋਇਆ ਹੈ। ਫਸਟ ਕੁਐਸਚਨ ਹੈ ਜੀ ਕਿ ਦਾ ਰਾਈਟਰ ਗਿਵਸ ਅਸ ਮੈਨੀ ਇੰਸਟੈਂਸਿਸ ਆਫ ਦਾ ਸਮਰ ਇਨ ਰਾਜਸਥਾਨ। ਇੰਸਟੈਂਸਿਸ ਦਾ ਮਤਲਬ ਹੁੰਦਾ ਬੇਟਾ ਐਗਜ਼ਾਮਪਲਸ, ਉਦਾਹਰਨਾਂ। ਤਾਂ ਰਾਈਟਰ ਸਾਨੂੰ ਬਹੁਤ ਸਾਰੀਆਂ ਐਗਜ਼ਾਮਪਲਸ ਦਿੰਦਾ ਹੈ ਰਾਜਸਥਾਨ ਦੀਆਂ ਸਮਰ ਦੀਆਂ। ਸਮਰ ਦਾ ਮਤਲਬ ਗਰਮੀਆਂ। ਸਪਲਾਈ ਦੋਜ਼ ਇੰਸਟੈਂਸਿਸ ਇਨ ਯੋਰ ਆਨਸਰ, ਤਾਂ ਤੁਸੀਂ ਆਪਣੇ ਆਨਸਰ 'ਚ ਉਹ ਵਾਲੀਆਂ ਉਦਾਹਰਨਾਂ ਦੱਸੋ। ਸਪਲਾਈ ਦਾ ਮਤਲਬ ਉਹਨਾਂ ਉਦਾਹਰਨਾਂ ਨੂੰ ਤੁਸੀਂ ਲਿਖੋ। ਤਾਂ ਬੇਟਾ ਜਿਹੜਾ ਪਹਿਲਾਂ ਹੀ ਤੁਹਾਡਾ ਪੈਰਾਗ੍ਰਾਫ ਹੈ ਜਿਸ ਦਾ ਆਪਾਂ ਹੈਡਿੰਗ ਦਾ ਵਿਊਜ਼ ਆਫ ਦੀ ਸਮਰ ਆਫ ਰਾਜਸਥਾਨ ਬਣਾਇਆ ਹੈ, ਉਹਦੇ 'ਚ ਬਹੁਤ ਸਾਰੀਆਂ ਲਾਈਨਸ ਨਜ਼ਰ ਆਉਂਦੀਆਂ ਨੇ ਜਿਹਦੇ ਸਾਨੂੰ ਪਤਾ ਲੱਗਦਾ ਹੈ ਕਿ ਰਾਜਸਥਾਨ ਦੀ ਗਰਮੀ ਕਿਹੋ ਜਿਹੀ। ਆਂਸਰ 'ਚ ਆਪਾਂ ਉਹੀ ਲਿਖਿਆ, ਦਾ ਰਾਈਟਰ ਹੈਜ਼ ਯੂਜ਼ਡ ਮੈਨੀ ਇੰਸਟੈਂਸਿਸ ਆਫ ਦਾ ਸਮਰ ਇਨ ਰਾਜਸਥਾਨ, ਐਗਜ਼ਾਮਪਲ ਡਰਾਈ ਰਿਵਰ ਬੈਡਸ, ਦਾ ਡਸਟੀ ਲੈਂਡ, ਬੈਰਨ ਫੀਲਡਸ, ਸਪਾਰਸ ਲੀਵਸ, ਖਾਕੀ ਲੈਂਡਸਕੇਪ ਐਂਡ ਯੈਲੋ ਆਈ ਆਫ ਸਮਰ। ਸਾਰੇ ਐਕਸਪ੍ਰੈਸ਼ਨਸ ਨੇ। ਐਕਸਪ੍ਰੈਸ਼ਨ ਦਾ ਮਤਲਬ ਫਰੇਜ਼, ਵਰਡਸ, ਗਰੁੱਪ ਆਫ ਵਰਡਸ। ਜਿੰਨੇ ਵੀ ਐਕਸਪ੍ਰੈਸ਼ਨ ਨੇ ਸਾਰੇ ਪਹਿਲੇ ਪੈਰੇ 'ਚੋਂ ਆਏ। ਜਿਵੇਂ ਡਰਾਈ ਰਿਵਰ ਬੈਡਸ, ਰਿਵਰ ਕਿਸੇ ਟਾਈਮ ਹੁੰਦੀ ਸੀ ਉੱਥੇ, ਪਰ ਉਹਨੂੰ ਡਰਾਈ ਹੋ ਗਈ, ਉਹਦੇ ਜਿਹੜੇ ਧਰਾਤਲ ਰਹਿ ਗਿਆ ਉਹਨੂੰ ਆਪਾਂ ਡਰਾਈ ਰਿਵਰ ਬੈਡਸ ਕਹਿੰਦੇ ਆ। ਤਾਂ ਡਸਟੀ ਲੈਂਡ, ਡਸਟੀ ਡਸਟ ਹੈ ਸਾਰੇ ਪਾਸੇ। ਬੈਰਨ ਫੀਲਡਸ, ਬੰਜਰ ਭੂਮੀ ਹੈ ਜੀ। ਬੈਰਨ ਦਾ ਮਤਲਬ ਇੱਥੇ ਬੰਜਰ ਤੋਂ ਹੈ। ਸਪਾਰਸ ਲੀਵਸ ਬੱਚਿਓ, ਆਪਣੇ ਫਸਟ ਪੈਰਾਗ੍ਰਾਫ ਦੇ ਵਿੱਚ ਇਹ ਐਕਸਪ੍ਰੈਸ਼ਨ ਆਇਆ ਸੀ। ਸਪਾਰਸ ਦਾ ਮਤਲਬ ਮੈਂ ਤੁਹਾਨੂੰ ਸਕੈਂਟੀ ਦੱਸਿਆ ਸੀ, ਜੋ ਕਿ ਬਹੁਤ ਹੀ ਥੋੜੇ ਥੋੜੇ ਪੱਤੇ ਹੁੰਦੇ ਆ ਕਿਸੇ ਵੀ ਦਰਖਤ ਦੇ ਉੱਪਰ, ਉਹਨੂੰ ਆਪਾਂ ਸਪਾਰਸ ਲੀਵਸ ਜਾਂ ਸਕੈਂਟੀ ਲੀਵਸ ਕਹਿੰਦੇ ਆ। ਖਾਕੀ ਲੈਂਡਸਕੇਪ ਹੈ ਜੀ, ਪੂਰੇ ਦਾ ਪੂਰਾ ਲੈਂਡਸਕੇਪ ਖਾਕੀ ਕਲਰ ਦਾ ਹੈ। ਸਾਨੂੰ ਪਤਾ ਹੈ ਕਿ ਮਾਰੂਥਲ ਬਿਲਕੁਲ ਖਾਕੀ ਕਲਰ ਦਾ ਹੀ ਹੁੰਦਾ ਹੈ। ਐਂਡ ਯੈਲੋ ਆਈ ਆਫ ਸਮਰ, ਤਾਂ ਬੱਚਿਓ ਸਾਡੇ ਪੈਰਾਗ੍ਰਾਫ ਦੀ ਬਿਲਕੁਲ ਲਾਸਟ ਲਾਈਨ ਹੈ, ਪਹਿਲੇ ਪੈਰਾਗ੍ਰਾਫ ਦੀ ਬਿਲਕੁਲ ਲਾਸਟ ਲਾਈਨ ਹੈ, ਦਾ ਲਿਡਲੈਸ ਯੈਲੋ ਆਈ ਆਫ ਸਮਰ। ਇਹ ਜਿਹੜਾ ਯੈਲੋ ਆਈ ਆਫ ਸਮਰ ਹੈ ਇਹ ਸਾਨੂੰ ਕਿਹਾ ਗਿਆ ਹੈ, ਸੂਰਜ ਨੂੰ ਕਿਹਾ ਗਿਆ ਹੈ ਯੈਲੋ ਆਈ ਆਫ ਸਮਰ, ਕਿਉਂਕਿ ਸੂਰਜ ਗਰਮੀਆਂ ਦੇ ਵਿੱਚ ਸਾਨੂੰ ਬਹੁਤ ਹੀ ਪੀਲੇ ਰੰਗ ਦਾ ਨਜ਼ਰ ਆਉਂਦਾ ਹੈ, ਤਾਂ ਯੈਲੋ ਆਈ ਆਫ ਸਮਰ ਸਾਨੂੰ ਕਿਹਾ ਗਿਆ। ਤਾਂ ਹੁਣ ਜੇਕਰ ਤੁਸੀਂ ਬੱਚਿਓ ਇਹ ਸਾਰੇ ਐਕਸਪ੍ਰੈਸ਼ਨਸ ਦੇਖੋ
dry river beds, dusty land, barren fields, sparse leaves, khaki landscape. Landscape ਦਾ ਮਤਲਬ ਹੁੰਦਾ ਬੱਚਿਓ view of the land, ਕਿ ਲੈਂਡ ਦਾ ਕਾਫੀ ਵੱਡਾ ਜਿਹੜਾ ਵਿਊ ਹੁੰਦਾ ਹੈ ਉਸ ਨੂੰ ਅਸੀਂ ਲੈਂਡਸਕੇਪ ਕਹਿੰਦੇ ਆ। ਐਂਡ ਯੈਲੋ ਆਈ ਆਫ ਸਮਰ ਜਿਵੇਂ ਕਿ ਸਾਨੂੰ ਕਿਹਾ ਗਿਆ, ਤਾਂ ਇਹ ਸਾਰੀਆਂ ਚੀਜ਼ਾਂ ਕਿਸ ਨੂੰ ਦੱਸਦੀਆਂ ਨੇ ਕਿ ਰਾਈਟਰ ਨੇ ਰਾਜਸਥਾਨ ਦੀ ਸਮਰ ਲਈ ਇਹ ਸਾਰੇ ਵਰਡਸ ਯੂਜ਼ ਕੀਤੇ ਨੇ। ਤਾਂ ਇਹ ਹੋ ਗਿਆ ਜੀ ਸਾਡਾ ਪਹਿਲਾ ਆਨਸਰ। ਸੈਕਿੰਡ ਕੁਐਸਚਨ ਦੇਖੋ ਜੀ, ਇਹ ਸਾਡਾ ਸੈਕਿੰਡ ਪੈਰਾਗ੍ਰਾਫ ਚੋਂ ਹੈ। ਦ ਰਾਈਟਰ ਸੇਜ਼ some 200 miles to the north I knew the Thar desert waited like a legend or a threat to become real। ਇੱਥੇ ਤੁਸੀਂ ਇਹ ਜਿਹੜਾ ਸਿੰਗਲ ਕੋਟ ਸ਼ੁਰੂ ਹੈ ਇਹਨੂੰ ਕਲੋਜ਼ ਕਰ ਸਕਦੇ ਹੋ, ਮੈਂ ਕਲੋਜ਼ ਨਹੀਂ ਕਰਿਆ। what is the significance of the simile he uses in this sentence? ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ। ਸੈਕਿੰਡ ਪੈਰਾਗ੍ਰਾਫ ਜਿਸ ਦਾ ਅਸੀਂ ਹੈਡਿੰਗ ਬਣਾਇਆ ਸੀ ਕੰਟਰਾਸਟ ਵਿਦ ਉਦੈਪੁਰ, ਤਾਂ ਉਸ ਪੈਰਾਗ੍ਰਾਫ ਚੋਂ ਇਹ ਕੁਐਸਚਨ ਹੈ ਜੀ। ਤਾਂ ਉਸ ਪੈਰਾਗ੍ਰਾਫ ਦੀ ਆਲਮੋਸਟ ਜਿਹੜੀਆਂ ਕਨਕਲੂਡਿੰਗ ਲਾਈਨਸ ਹੈ, ਐਂਡ ਵਾਲੀਆਂ ਲਾਈਨਸ ਹੈ, ਉਹਦੇ 'ਚ ਰਾਈਟਰ ਕਹਿੰਦਾ ਹੈ ਕਿ ਨਾਰਥ ਦੇ 200 ਮੀਲ ਦੂਰ, ਸਮ 200 ਮਾਈਲਸ ਟੂ ਦਾ ਨਾਰਥ ਵੱਲ 200 ਮੀਲ ਦੂਰ ਮੈਂ ਜਾਵਾਂ ਤਾਂ ਮੈਨੂੰ ਪਤਾ ਹੈ ਕਿ ਥਾਰ ਡੈਜ਼ਰਟ ਮੇਰੀ ਵੇਟ ਕਰ ਰਿਹਾ ਹੈ। ਥਾਰ ਡੈਜ਼ਰਟ, ਥਾਰ ਮਾਰੂਥਲ, ਜੋ ਤੁਸੀਂ SS ਦੇ ਵਿੱਚ ਬਹੁਤ ਪੜ੍ਹਿਆ, ਤੁਹਾਨੂੰ ਪਤਾ ਹੈ ਨਾ ਰਾਜਸਥਾਨ ਦੇ ਨਾਰਥ ਵੱਲ ਥਾਰ ਡੈਜ਼ਰਟ ਹੈ, ਸਾਊਥ ਵੱਲ ਥੋੜਾ ਜਿਹਾ ਪਲੇਨ ਇਲਾਕਾ ਸ਼ੁਰੂ ਹੋ ਜਾਂਦਾ ਹੈ। ਤਾਂ ਹੀ ਆਪਾਂ ਪੂਰੇ ਚੈਪਟਰ 'ਚ ਦੇਖਿਆ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ, ਪਿਛਲੇ 7 ਸਾਲਾਂ ਤੋਂ ਬਾਰਿਸ਼ ਨਹੀਂ ਸੀ ਹੋਈ, ਤਾਂ ਹੀ ਉਹੀ ਨਾਰਥ ਵਾਲੇ ਇਲਾਕੇ ਤੋਂ, ਥਾਰ ਡੈਜ਼ਰਟ ਵਾਲੇ ਇਲਾਕੇ ਤੋਂ ਹੀ ਸਾਰੇ ਜਿਹੜੇ ਵਿਲੇਜਸ ਸੀਗੇ ਉਹ ਸ਼ਿਫਟ ਕਿੱਧਰ ਹੋ ਰਹੇ ਸੀ? ਸਾਊਥ ਵੱਲ ਹੋ ਰਹੇ ਸੀ। ਇੱਥੇ ਹੁਣ ਕੁਐਸਚਨ ਇਹ ਹੈ ਕਿ 200 ਮੀਲ ਦੂਰ ਤੁਰ ਨਾਰਥ ਵੱਲ ਥਾਰ ਡੈਜ਼ਰਟ ਮੇਰੀ ਵੇਟ ਕਰ ਰਿਹਾ ਹੈ, ਕਿਵੇਂ? ਲਾਈਕ ਅ ਲੈਜੈਂਡ ਔਰ ਅ ਥ੍ਰੈਟ। ਲੈਜੈਂਡ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਐਕਸਪਲੇਨੇਸ਼ਨ 'ਚ ਹੁੰਦਾ ਹੈ ਜੀ ਮਿਥ। ਮਿਥ ਦਾ ਮਤਲਬ ਅਜਿਹੀ ਚੀਜ਼ ਜਿਸ ਤੇ ਆਪਾਂ ਅੱਧਾ ਕੁ ਵਿਸ਼ਵਾਸ ਕਰ ਲੈਂਦੇ ਆ, ਅੱਧਾ ਕੁ ਨਹੀਂ ਕਰਦੇ। ਇੱਕ ਪ੍ਰੋਗਰਾਮ ਵੀ ਆਉਂਦਾ ਇੱਕ ਨਿਊਜ਼ ਚੈਨਲ 'ਚ, ਆਧੀ ਹਕੀਕਤ ਆਧਾ ਅਫਸਾਨਾ, ਉਹ ਕਾਫੀ ਡਰਾਉਣਾ ਜਿਹਾ ਪ੍ਰੋਗਰਾਮ ਹੁੰਦਾ। ਆਧੀ ਹਕੀਕਤ ਆਧਾ ਅਫਸਾਨਾ ਕੀ ਹੈ? ਮਿਥ। ਮਿਥ ਨੂੰ ਹੀ ਆਧੀ ਹਕੀਕਤ ਆਧਾ ਅਫਸਾਨਾ ਕਹਿੰਦੇ, ਤੇ ਜਿਹਦੇ ਬਾਰੇ ਆਪਾਂ ਨੂੰ ਪੂਰੀ ਤਰ੍ਹਾਂ ਪਤਾ ਹੀ ਨਹੀਂ। ਨਾ ਤਾਂ ਆਪਾਂ ਉਹਦੀ 100% ਉਸ ਤੇ ਬਿਲੀਵ ਕਰ ਸਕਦੇ ਹਾਂ, ਨਾ ਹੀ ਆਪਾਂ 100% ਇਗਨੋਰ ਕਰ ਸਕਦੇ। ਕੁਝ ਗੱਲਾਂ ਠੀਕ ਨੇ, ਪੂਰੀਆਂ ਕਿਸੇ ਨੂੰ ਪਤਾ ਹੀ ਨਹੀਂ ਵੀ ਪੂਰਾ ਸਹੀ ਹੈ ਕਿ ਪੂਰਾ ਗਲਤ ਹੈ, ਉਹਨੂੰ ਆਪਾਂ ਮਿਥ ਕਹਿੰਦੇ ਆ। ਲੈਜੈਂਡ ਦਾ ਮਤਲਬ ਹੋ ਗਿਆ ਮਿਥ। ਥ੍ਰੈਟ ਦਾ ਮਤਲਬ ਤਾਂ ਧਮਕੀ ਹੈ। ਕਹਿੰਦੇ ਥਾਰ ਡੈਜ਼ਰਟ ਮੇਰੇ ਲਈ ਇੱਕ ਮਿਥ ਦੀ ਤਰ੍ਹਾਂ ਸੀ, ਜਾਂ ਇੱਕ ਧਮਕੀ ਦੀ ਤਰ੍ਹਾਂ ਸੀ, ਥ੍ਰੈਟ ਦੀ ਤਰ੍ਹਾਂ ਸੀ, ਜੋ ਕਿ ਰੀਅਲ ਹੋ ਰਹੀ ਸੀ। ਮਤਲਬ ਕਿਉਂਕਿ ਮੈਂ ਉਹਦੇ ਕੋਲ ਚੱਲਿਆ ਸੀ, ਹੁਣ ਯਾਤਰਾ ਕਰ ਰਿਹਾ ਸੀ ਨਾ। ਆਪਾਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਇਹ ਟਰੈਵਲੌਗ ਹੈ, ਇਹ ਪੂਰਾ ਚੈਪਟਰ ਡੌਮ ਮੋਰੇਜ਼ ਲਈ ਟਰੈਵਲੌਗ ਹੈ। ਤਾਂ ਉਹ ਸਫਰਨਾਮੇ 'ਚ ਹੈ, ਉਸਨੇ ਥਾਰ ਡੈਜ਼ਰਟ ਵੱਲ ਤਾਂ ਜਾਣਾ ਹੀ ਸੀ, ਤਾਂ ਉਹਨੇ ਇਸ ਤਰ੍ਹਾਂ ਕਿਉਂ ਕਿਹਾ? ਤਾਂ ਬੱਚਿਓ ਕੁਐਸਚਨ ਇਹ ਹੈ ਕਿ ਵਾਟ ਇਜ਼ ਦਾ ਸਿਗਨੀਫਿਕੈਂਸ ਆਫ ਦਾ ਸਿਮਿਲੀ ਹੀ ਯੂਜ਼ਸ ਇਨ ਦਿਸ ਸੈਂਟੈਂਸ, ਕਿ ਇਸ ਸੈਂਟੈਂਸ ਦੇ ਵਿੱਚ ਕਿਹੜਾ ਸੈਂਟੈਂਸ ਹੈ ਇਹ ਜਿਹੜਾ ਸਮ ਤੋਂ ਸਟਾਰਟ ਹੋ ਕੇ ਰੀਅਲ ਤੱਕ ਹੈ, ਇਹ ਵਾਲੇ ਸੈਂਟੈਂਸ ਦੇ ਵਿੱਚ ਜਿਹੜੀ ਉਸਨੇ ਸਿਮਿਲੀ ਯੂਜ਼ ਕੀਤੀ ਹੈ। ਲਾਇਕ ਲੱਗਿਆ ਹੋਇਆ ਨਾ, ਤਾਂ ਲਾਇਕ ਇੱਕ ਸਿਮਿਲੀ ਹੋਗੀ, ਤਾਂ ਉਸਨੇ ਥਾਰ ਡੈਜ਼ਰਟ ਨੂੰ ਇੱਕ ਲੈਜੈਂਡ ਜਾਂ ਥ੍ਰੈਟ ਦੇ ਨਾਲ ਕੰਪੈਰੀਜ਼ਨ ਕੀਤਾ, ਤਾਂ ਉਸ ਦੀ ਇੰਪੋਰਟੈਂਸ ਕੀ ਹੈ? ਸਿਗਨੀਫਿਕੈਂਸ ਦਾ ਮਤਲਬ ਹੁੰਦਾ ਬੱਚਿਓ ਇੰਪੋਰਟੈਂਸ। ਥਾਰ ਡੈਜ਼ਰਟ ਨੂੰ ਕ੍ਰਾਸ ਕਰਨ ਦੇ ਲਈ, ਉਹਦੇ ਵਿੱਚੋਂ ਗੁਜ਼ਰਨ ਦੇ ਲਈ ਹੌਸਲੇ ਦੀ ਜ਼ਰੂਰਤ ਹੈ। ਬਿਨਾਂ ਹੌਸਲੇ ਤੋਂ ਤੁਸੀਂ ਥਾਰ ਡੈਜ਼ਰਟ ਕ੍ਰਾਸ ਕਰ ਹੀ ਨਹੀਂ ਸਕਦੇ। ਦੀ ਆਥਰ ਵਾਸ ਵੈਰੀ ਕੀਨ ਟੂ ਵਿਜ਼ਿਟ ਦਿਸ ਪਲੇਸ, ਤੇ ਸਾਨੂੰ ਇਹ ਵੀ ਪਤਾ ਹੈ, ਦੂਸਰੇ ਪੈਰੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਜ਼ਿਆਦਾ ਉਤਸੁਕ ਸੀ। ਕੀਨ ਦਾ ਮਤਲਬ ਹੁੰਦਾ ਬੇਟਾ ਬਹੁਤ ਹੀ ਜ਼ਿਆਦਾ ਜੋਸ਼ 'ਚ ਹੋਣਾ, ਉਤਸੁਕ ਹੋਣਾ, ਉਹਨੂੰ ਆਪਾਂ ਕਹਿੰਦੇ ਆ ਜੀ ਕਿ ਉਹ ਇਸ ਜਗ੍ਹਾ ਨੂੰ ਵਿਜ਼ਿਟ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਉਤਸੁਕ ਸੀ। ਹੁਣ ਜੇ ਤੁਸੀਂ ਦੇਖੋ ਨਾ, ਇਹਦਾ ਕੁਐਸਚਨ ਜਿੰਨਾ ਔਖਾ ਹੈ ਆਨਸਰ ਉਨਾ ਹੀ ਸੌਖਾ ਹੈ। ਮੈਂ ਤੁਹਾਨੂੰ ਪਹਿਲੀ ਗੱਲ ਕਹਿ ਰਿਹਾ, ਆਨਸਰਾਂ ਤੋਂ ਚਿੰਤਾ ਨਾ ਕਰੋ, ਆਨਸਰ ਤੁਸੀਂ ਮੇਰੇ ਸਮਝੇ ਹੋਣਗੇ। ਮੈਂ ਬੜੇ ਹੀ ਸਿੰਪਲ ਸੈਂਟੈਂਸਿਸ 'ਚ ਆਨਸਰ ਫਰੇਮ ਕੀਤੇ ਹਨ। ਇਟ ਇਜ਼ ਅ ਲੈਜੈਂਡ ਬਿਕੋਜ਼ ਇਟ ਇਜ਼ ਫੁੱਲ ਆਫ ਵੰਡਰਸ, ਇਟ ਇਜ਼ ਅ ਥ੍ਰੈਟ ਬਿਕੋਜ਼ ਇਟ ਨੀਡਸ ਕਰੇਜ ਟੂ ਕ੍ਰਾਸ ਇਟ, ਐਂਡ ਹੀ ਇਜ਼ ਕੀਨ ਟੂ ਵਿਜ਼ਿਟ ਦਿਸ ਪਲੇਸ। ਸਮਝ ਆਪਾਂ ਨੂੰ ਆ ਗਿਆ, ਯਾਦ ਕਰਨਾ ਬੇਟਾ ਔਖਾ ਹੀ ਨਹੀਂ ਹੈਗਾ। ਚੈਪਟਰ ਅਸੀਂ ਚੰਗੀ ਤਰ੍ਹਾਂ ਸਮਝਿਆ ਹੋਇਆ ਹੈ। ਆਨਸਰ ਮੈਂ ਤੁਹਾਨੂੰ ਸਿੰਪਲ ਸੈਂਟੈਂਸਿਸ ਲਿਖ ਕੇ ਦਿੱਤੇ ਹੈ, ਤੁਹਾਨੂੰ ਮੈਂ ਗਾਈਡਾਂ ਚੋਂ ਨਹੀਂ ਕਹਿ ਰਿਹਾ ਯਾਦ ਕਰਨ ਲਈ। ਥਰਡ ਕੁਐਸਚਨ ਸਾਡਾ ਹੈ ਜੀ, what words in this chapter tells us that the cattle as well as men were thin and bony and ill fed? ਕਿਹੜੇ ਸ਼ਬਦ ਸਾਨੂੰ ਇਸ ਚੈਪਟਰ 'ਚ ਦੱਸਦੇ ਨੇ? what words in this chapter tell us ਕਿ ਜਿਹੜੇ ਪਸ਼ੂ ਹੈ, ਕੈਟਲ ਹੈ, ਅਤੇ ਨਾਲ ਹੀ ਆਦਮੀ men, as well as ਦਾ ਮਤਲਬ ਹੁੰਦਾ ਨਾਲ ਹੀ, ਪੰਜਾਬੀ 'ਚ ਆਪਾਂ ਕਹਿ ਨਹੀਂ ਦਿੰਦੇ ਨਾਲ ਹੀ, ਤਾਂ ਉਹ ਨਾਲ ਹੀ ਦੀ ਇੰਗਲਿਸ਼ ਕੀ ਹੈ ਜੀ? as well as। ਵੈਸੇ ਇਹਨੂੰ ਐਂਡ ਵੀ ਕਹਿ ਸਕਦੇ ਹੋ ਤੁਸੀਂ, ਕਿ ਕੈਟਲ ਐਂਡ ਮੈਨ ਜਿਹੜੇ ਨੇ ਉਹ ਥਿਨ ਨੇ, ਪਤਲੇ ਨੇ, ਬੋਨੀ ਨੇ, ਜਮੀ ਸੁੱਕੇ ਹੋਏ ਨੇ, ਜਿਸ ਪਰਸਨ ਦੀਆਂ ਹੱਡੀਆਂ ਹੀ ਦਿਖਦੀਆਂ ਹੋਣ, ਹੈ ਨਾ,
ਹੱਡੀਆਂ ਨਿਕਲੀਆਂ ਉਹਨਾਂ ਨੂੰ ਆਪਾਂ ਬੋਨੀ ਕਹਿੰਦੇ। ਐਨ ਇਲ ਫੈਡ, ਫੀਡ ਤੋਂ ਫੈਡ ਬਣੇ, ਇਲ ਫੈਡ ਜਿਹਨੂੰ ਖਾਣ ਨੂੰ ਹੀ ਨਹੀਂ ਮਿਲਦਾ। ਤਿੰਨ ਚੀਜ਼ਾਂ, ਤਿੰਨ ਵਰਡਸ ਇਸ ਕੁਐਸਚਨ 'ਚ ਨੇ ਕਿ ਸਾਨੂੰ ਕਿਹੜੇ ਵਰਡਸ ਤੋਂ ਇਹ ਪਤਾ ਚੱਲਦਾ ਹੈ ਜੋ ਇਸ ਚੈਪਟਰ 'ਚ ਯੂਜ਼ ਹੋਏ ਹੋਏ ਨੇ ਕਿ ਜਿਹੜੇ ਕੈਟਲ ਤੇ ਮੈਨ ਨੇ ਉਹ ਥਿਨ ਨੇ, ਪਤਲੇ ਨੇ, ਬੋਨੀ ਨੇ, ਹੱਡੀਆਂ ਦੇ ਢਾਂਚੇ ਲੱਗਦੇ ਨੇ, ਐਨ ਇਲ ਫੈਡ ਨੇ ਅਤੇ ਉਹਨਾਂ ਨੂੰ ਐ ਲੱਗਦਾ ਜਿਵੇਂ ਖਾਣ ਨੂੰ ਨਹੀਂ ਮਿਲਦਾ। ਤਾਂ ਬੱਚਿਓ ਇਹਦਾ ਆਪਾਂ ਦੇਖਿਆ ਥਰਡ ਪੈਰੇ 'ਚ ਡਰਾਈਵ ਟੂਵਰਡਸ ਜੋਧਪੁਰ ਵਾਲੇ ਪੈਰੇ 'ਚ ਆਪਾਂ ਦੇਖਿਆ ਕਿ ਜਦੋਂ ਉਸ ਨੂੰ ਜਾਂਦੇ ਨਜ਼ਰ ਆਉਂਦੇ ਨੇ ਕਈ ਵਰਡਸ ਆਏ ਨੇ ਜੋ ਕੈਟਲ ਦੇ ਲਈ ਯੂਜ਼ ਹੋਏ ਨੇ ਤੇ ਬੰਦਿਆਂ ਲਈ ਵੀ ਯੂਜ਼ ਹੋਏ। ਮੈਂ ਤੁਹਾਨੂੰ ਨੋਟ ਵੀ ਕਰਾਏ ਸੀ। ਆਪਾਂ ਆਨਸਰ 'ਚ ਦੇਖਦੇ ਹਾਂ। ਵਿਚ ਡਾਇਰੈਕਸ਼ਨ ਵਰ ਦੇ ਮੂਵਿੰਗ ਟੂਵਰਡਸ ਐਂਡ ਵਾਈ, ਕਿਹੜੇ ਦਿਸ਼ਾ ਵੱਲ ਉਹ ਜਾ ਰਹੇ ਸੀ। ਦੇ ਦਾ ਮਤਲਬ ਇੱਥੇ ਆਹੀ ਕੈਟਲ ਤੇ ਆਹੀ ਮੈਨ ਹੈ ਜੀ। ਕਿਹੜੀ ਡਾਇਰੈਕਸ਼ਨ ਵੱਲ ਇਹ ਜਾ ਰਹੇ ਸੀ ਅਤੇ ਕਿਉਂ। ਤਾਂ ਇਹਦਾ ਆਨਸਰ ਹੈ ਜੀ the words used for cattle are scraggy and ragged। ਯਾਦ ਕਰੋ ਤੁਹਾਡੇ ਥਰਡ ਪੈਰਾਗ੍ਰਾਫ ਦੇ ਵਿੱਚ ਸ਼ੁਰੂ 'ਚ ਹੀ ਇਹ ਵਰਡਸ ਆ ਜਾਂਦੇ ਆ ਕਿ ਜਿਹੜੇ ਕੈਟਲ ਨੇ ਜੀ ਉਹ ਸਕ੍ਰੈਗੀ ਨੇ ਅਤੇ ਰੈਗਿਡ ਨੇ। ਇਹ ਦੋ ਵਰਡਸ ਯੂਜ਼ ਹੋਏ ਨੇ ਜੀ। ਆ ਦੇਖੋ ਤੀਸਰੇ ਪੈਰੇ ਦੀ ਪਹਿਲੀ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਿ it became more real as I neared it, driving up towards Jodhpur in the endless scraggy herds of cattle and livestock, the ragged trains of camel। दो शब्द आ गए ना, एक ragged आया है, एक scraggy आया है। scraggy ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ ਸੀ, ਪਤਲੇ thin, ਤੇ ragged ਦਾ ਮਤਲਬ ਮੈਂ ਤੁਹਾਨੂੰ ਕੀ ਦੱਸਿਆ ਸੀ, rough। ਤਾਂ ਸਾਨੂੰ ਪਤਾ ਲੱਗ ਗਿਆ ਇਹਨਾਂ ਦੋ ਸ਼ਬਦਾਂ ਤੋਂ ਸਾਨੂੰ ਕੈਟਲ ਬਾਰੇ ਦਾ ਪਤਾ ਲੱਗ ਗਿਆ। ਇਹ ਦੋ ਸ਼ਬਦ ਯੂਜ਼ ਹੋਏ ਸੀ ਕੈਟਲ ਲਈ। ਹੁਣ ਤੁਹਾਨੂੰ ਦੋਨੇ ਸ਼ਬਦ ਯਾਦ ਰੱਖਣੇ ਪੈਣਗੇ ਕਿ ਕੈਟਲ ਲਈ ਸਕ੍ਰੈਗੀ ਸ਼ਬਦ ਯੂਜ਼ ਹੋਇਆ ਹੈ ਅਤੇ ਰੈਗਿਡ ਸ਼ਬਦ ਯੂਜ਼ ਹੋਇਆ ਹੈ। ਤਾਂ ਜਿਹੜੇ ਬੰਦੇ ਸੀ ਉਹਨਾਂ ਲਈ ਵਰਡ ਹੋਰ ਯੂਜ਼ ਹੋਇਆ ਬੱਚਿਓ। ਤਾਂ ਉਹਦੇ ਲਈ ਆਪਾਂ ਇਹ ਲਾਈਨ ਲਿਖੀ ਹੈ ਕਿ ਦਾ ਵਰਡ ਯੂਜ਼ਡ ਫॉर ਮੈਨ ਇਜ਼ ਗੌਂਟ। ਦੋ ਵਰਡ ਯੂਜ਼ ਹੋਏ ਸੀ, ਇੱਕ ਗੌਂਟ ਸ਼ਬਦ ਹੋਇਆ ਸੀ ਯੂਜ਼, ਇੱਕ ਹਾਰਡੀ ਯੂਜ਼ ਹੋਇਆ ਸੀ। ਲੇਕਿਨ ਅਸੀਂ ਕਿਉਂਕਿ ਅਸੀਂ ਬੋਨੀ ਤੇ ਥਿਨ ਵਰਡ ਨੂੰ ਐਕਸਪ੍ਰੈਸ ਕਰਦਾ ਹੋਇਆ ਵਰਡ ਯੂਜ਼ ਕਰਨਾ ਹੈ ਕਿ ਕਿਹੜਾ ਰਾਈਟਰ ਨੇ ਵਰਡ ਯੂਜ਼ ਕਰਿਆ ਸੀ, ਤਾਂ ਉਹ ਗੌਂਟ ਸ਼ਬਦ ਯੂਜ਼ ਕਰਿਆ ਸੀ ਉਸਨੇ, ਜਿਸ ਦਾ ਮਤਲਬ ਹੁੰਦਾ ਜੀ ਥਿਨ। ਤਾਂ ਜਿਹੜਾ ਪਰਸਨ ਦੇ ਲਈ ਵਰਡ ਯੂਜ਼ ਹੋਇਆ ਉਹ ਗੌਂਟ ਯੂਜ਼ ਹੋਇਆ। ਤੇ ਉਹ ਕਿੱਥੇ ਜਾ ਰਹੇ ਸੀ ਜੀ, ਦੇ ਵਰ ਗੋਇੰਗ ਟੂਵਰਡਸ ਦਾ ਸਾਊਥ ਇਨ ਸਰਚ ਆਫ ਪੈਸਚਰ ਫॉर देयर ਹਰਡਸ। ਤਾਂ ਉਹ ਨਾਰਥ ਤੋਂ ਸਾਊਥ ਵੱਲ ਜਾ ਰਹੇ ਸੀ। ਹੁਣ ਤੁਹਾਨੂੰ ਪਤਾ ਨਾ ਨਾਰਥ ਦੇ ਵਿੱਚ ਥਾਰ ਡੈਜ਼ਰਟ ਹੈ ਤੇ ਉਹ ਨਾਰਥ ਤੋਂ ਸਾਊਥ ਵੱਲ ਪਲੇਨ ਏਰੀਆ ਵੱਲ ਜਾ ਰਹੇ ਸੀ। ਕਾਹਦੇ ਲਈ, ਪੈਸਚਰ ਦੀ ਭਾਲ 'ਚ। ਪੈਸਚਰ ਸ਼ਬਦ ਕਾਫੀ ਵਾਰੀ ਚੈਪਟਰ 'ਚ ਆਇਆ ਤਾਂ ਇਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਗ੍ਰਾਸਲੈਂਡ ਜਿਹੜੇ ਹੁੰਦੇ ਨੇ ਘਾਹ ਦੇ ਮੈਦਾਨ, ਉਹਨਾਂ ਨੂੰ ਅਸੀਂ ਪੈਸਚਰ ਕਹਿੰਦੇ ਹਾਂ। ਕਾਹਦੇ ਲਈ, ਹਰਡਸ। ਹਰਡਸ ਦਾ ਮਤਲਬ ਝੁੰਡ, ਜਿਹੜੇ ਉਹਨਾਂ ਦੇ ਪਸ਼ੂਆਂ ਦਾ ਝੁੰਡ ਹੈ, ਉਹਨਾਂ ਨੂੰ ਚਾਰੇ ਲਈ ਗ੍ਰਾਸ ਦੀ ਜ਼ਰੂਰਤ ਹੈ, ਘਾਹ ਦੀ ਜ਼ਰੂਰਤ ਹੈ। ਇਸ ਕਰਕੇ ਉਹ ਪੈਸਚਰ ਦੀ ਭਾਲ 'ਚ ਆਪਣੇ ਹਰਡਸ ਦੇ ਨਾਲ ਸਾਊਥ ਵੱਲ ਜਾ ਰਹੇ ਸੀ। ਸਟੂਡੈਂਟਸ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਆਲਮੋਸਟ ਸਾਰੇ ਚੈਪਟਰਸ ਕਵਰ ਕਰ ਲਏ ਨੇ। ਤੁਹਾਡੀ ਪਹਿਲੀ ਬੁੱਕ ਹੈ ਡੀਅਰ ਟੂ ਆਲ ਦਾ ਮਿਊਜ਼ਿਸ, ਜਿਸ ਦੇ ਅਸੀਂ ਸਾਰੇ ਚੈਪਟਰਸ ਕਵਰ ਕਰ ਲਏ ਹਨ, ਜਿਨ੍ਹਾਂ ਵਿੱਚੋਂ ਤੁਹਾਡਾ ਫਸਟ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫੋਰਗਿਵਿੰਗ ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ, ਫੋਰਥ ਚੈਪਟਰ ਅ ਟਾਈਨੀ ਸੈਂਚੁਰੀ, ਫਿਫਥ ਚੈਪਟਰ ਮਨੋਮਾਜਰਾ, ਸਿਕਸਥ ਚੈਪਟਰ ਜਮਾਈਕਨ ਫਰੈਗਮੈਂਟ ਅਤੇ ਸੱਤਵਾਂ ਚੈਪਟਰ ਦ ਹੈਰੀਟੇਜ ਆਫ ਇੰਡੀਆ ਸ਼ਾਮਿਲ ਹਨ। ਇਸੇ ਤਰ੍ਹਾਂ ਬੱਚਿਓ ਤੁਹਾਡੀ ਸੈਕਿੰਡ ਬੁੱਕ ਹੈ ਦ ਲਿਟਰੇਰੀ ਪੈਟਲਸ, ਜਿਸ ਦੇ ਆਲਮੋਸਟ ਅਸੀਂ ਸਾਰੇ ਚੈਪਟਰਸ ਕਵਰ ਕਰ ਲਏ ਨੇ, ਜਿਨ੍ਹਾਂ ਵਿੱਚੋਂ ਤੁਹਾਡਾ ਫਸਟ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਫੋਰਥ ਚੈਪਟਰ ਦ ਗੈਂਬਲਿੰਗ ਮੈਚ, ਸੈਵਨਥ ਚੈਪਟਰ ਦ ਇਟਰਨਲ ਵਾਏ ਅਤੇ ਨਾਈਨਥ ਚੈਪਟਰ ਆਫਟਰ 20 ਈਅਰ ਸ਼ਾਮਿਲ ਨੇ। ਇਸ ਬੁੱਕ ਦੇ ਵਿੱਚ ਕਾਫੀ ਪੋਇਮਸ ਵੀ ਨੇ ਬੱਚਿਓ, ਅਤੇ ਇਹਨਾਂ ਪੋਇਮਸ ਦੇ ਵਿੱਚੋਂ ਅਸੀਂ ਸਾਡੀ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਵਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦ ਕੁਆਲਿਟੀ ਆਫ ਮਰਸੀ, ਚੌਥੀ ਪੋਇਮ ਦ ਫੈਂਸੀ ਡਰੈਸ ਸ਼ੋ ਅਤੇ ਪੰਜਵੀਂ ਪੋਇਮ ਦ ਸੌਂਗ ਆਫ ਇੰਡੀਆ ਕਵਰ ਕਰ ਲਈ ਹੈ। ਮੈਂ ਇਹਨਾਂ ਸਾਰੇ ਚੈਪਟਰਸ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਇਹਨਾਂ ਦੇ ਕੁਐਸਚਨ ਆਨਸਰ ਦੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਤੁਸੀਂ ਇਹ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਸ਼ੇਅਰ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਾਡਾ ਫੋਰਥ ਕੁਐਸਚਨ ਹੈ ਜੀ ਕਿ try to give in your own words a pen picture of the desert surrounded Jodhpur। ਤਾਂ ਫੋਰਥ ਜਿਹੜਾ ਸਾਡਾ ਬੇਟਾ ਕੁਐਸਚਨ ਹੈ ਉਹ ਫੋਰਥ ਪੈਰੇ ਦੇ ਵਿੱਚੋਂ ਲਿਆ ਗਿਆ। ਜਿਹੜਾ ਅਸੀਂ ਫੋਰਥ ਪੈਰਾ ਪੜ੍ਹਿਆ ਸੀ ਉਸ ਨੂੰ ਆਪਾਂ ਇੱਕ ਹੈਡਿੰਗ ਦਿੱਤਾ ਸੀ ਦਾ ਥਾਰ ਡੈਜ਼ਰਟ। ਇਸ ਦੇ ਵਿੱਚ ਜੋਧਪੁਰ ਸਿਟੀ ਦੇ ਬਾਰੇ ਦੱਸਿਆ ਗਿਆ ਹੈ, ਥਾਰ ਡੈਜ਼ਰਟ ਦੀ ਵੀ ਚਰਚਾ ਹੋਈ ਹੈ।
ਉਸੇ ਦੇ ਸੰਬੰਧ ਦੇ ਵਿੱਚ ਕੁਐਸਚਨ ਹੈ ਕਿ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਟਰਾਈ ਕਰੋ, ਜਿਹੜਾ ਡੈਜ਼ਰਟ ਸੀਗਾ ਉਹ ਡੈਜ਼ਰਟ ਕਿਹੜਾ ਸੀਗਾ? ਮਾਰੂਥਲ, ਜਿਸਨੇ ਕਿ ਜੋਧਪੁਰ ਨੂੰ ਸਰਾਊਂਡ ਕੀਤਾ ਹੋਇਆ। ਤੁਹਾਨੂੰ ਪਤਾ ਨਾ, ਆਪਾਂ ਲਾਈਨ ਪੜ੍ਹੀ ਸੀ ਕਿ ਜੋਧਪੁਰ ਦੇ ਬਿਯੋਂਡ ਪਰਾਂ ਸਾਰਾ ਹੀ ਮਾਰੂਥਲ ਸੀਗਾ। ਜਿਹੜਾ ਡੈਜ਼ਰਟ ਸਰਾਊਂਡਡ ਜੋਧਪੁਰ ਹੈ, ਮਤਲਬ ਡੈਜ਼ਰਟ ਸਰਾਊਂਡਡ ਜੋਧਪੁਰ ਦਾ ਮਤਲਬ ਹੈ ਤੇ ਕਿ ਅਜਿਹਾ ਮਾਰੂਥਲ ਜਿਹਨੇ ਜੋਧਪੁਰ ਨੂੰ ਘੇਰ ਰੱਖਿਆ। ਤਾਂ ਉਸ ਮਾਰੂਥਲ ਦੇ ਬਾਰੇ ਤੁਸੀਂ ਇੱਕ ਪੈਨ ਪਿਕਚਰ ਦਿਓ। ਹੁਣ ਪਿਕਚਰ ਦਾ ਮਤਲਬ ਤਾਂ ਹੁੰਦਾ ਫੋਟੋ, ਪੈਨ ਪਿਕਚਰ ਦਾ ਮਤਲਬ ਤੁਸੀਂ ਕਲਮ ਦੇ ਨਾਲ, ਆਪਣੀ ਪੈਨ ਦੇ ਨਾਲ ਤੁਸੀਂ ਲਿਖਨੇ ਆ ਵਰਡਸ। ਤਾਂ ਪੈਨ ਪਿਕਚਰ ਦਾ ਮਤਲਬ ਇਹ ਹੈ ਕਿ ਤੁਸੀਂ ਜੋਧਪੁਰ ਸਿਟੀ ਦੇ ਬਾਰੇ ਗੱਲਾਂ ਦੱਸੋ। ਤਾਂ ਆਨਸਰ ਹੈ ਜੀ ਕਿ ਜੋਧਪੁਰ ਹੈਜ਼ ਅ ਬਿਗ ਫੋਰਟ ਔਨ ਅ ਹਿਲ। ਪਹਿਲੀ ਲਾਈਨ ਦੇ ਵਿੱਚ ਆਪਾਂ ਜਿਹੜਾ 4th ਪੈਰਾਗ੍ਰਾਫ ਸੀਗਾ ਉਹਦੇ ਵਿੱਚ ਦੇਖਿਆ ਸੀ ਕਿ ਜੋਧਪੁਰ ਦੀਆਂ 3 ਖਾਸ ਚੀਜ਼ਾਂ ਸਾਨੂੰ ਪਤਾ ਲੱਗੀਆਂ ਸੀ। ਇੱਕ ਤਾਂ ਓਲਡ ਸਿਟੀ ਸੀ, ਪੁਰਾਣੀ ਜੋਧਪੁਰ। ਦੂਸਰਾ ਉਸ ਓਲਡ ਸਿਟੀ ਦੇ ਆਲੇ ਦੁਆਲੇ ਨਵਾਂ ਜੋਧਪੁਰ ਬਣ ਰਿਹਾ ਸੀ, ਉਹਦੇ ਬਾਰੇ ਸੀ। ਤੇ ਤੀਸਰਾ ਸੀ ਜੀ ਉੱਥੇ ਦਾ ਕਿਲਾ, ਉਹ ਕਿਲਾ ਜੋਧਪੁਰ ਦਾ ਜਿਸ ਨੂੰ ਮੈਂ ਦੱਸਿਆ ਸੀ ਕਿ ਮਹਿਰਾਨਗੜ੍ਹ ਫੋਰਟ ਹੈ ਉਹਦਾ ਨਾਮ। ਤੇ ਉਹ ਮਹਿਰਾਨਗੜ੍ਹ ਫੋਰਟ ਹੈ ਜਿਹੜਾ ਇੱਕ ਹਿਲ ਦੇ ਉੱਪਰ ਬਣਿਆ ਹੋਇਆ, ਉਹ ਬਿਗ ਫੋਰਟ ਉਹਨੂੰ ਕਿਹਾ ਗਿਆ ਹੈ ਜੀ। A new city has spread around the old one। ਇੱਥੇ ਉਹੀ ਕਿ ਜਿਹੜੀ ਨਵੀਂ ਸਿਟੀ ਹੈ ਉਹ ਪੁਰਾਣੀ ਦੇ ਆਲੇ ਦੁਆਲੇ ਫੈਲੀ ਹੋਈ ਹੈ। spread around ਦਾ ਮਤਲਬ ਫੈਲੇ ਹੋਣਾ। It lies like a line। ਹੁਣ ਇੱਥੇ it ਦਾ ਮਤਲਬ ਇਸ ਸਿਟੀ ਨੂੰ ਕਿਹਾ ਗਿਆ ਜਾਂ ਉਸ ਮਾਰੂਥਲ ਨੂੰ ਕਿਹਾ ਗਿਆ ਜੋ ਉਸ ਦੇ ਆਲੇ ਦੁਆਲੇ ਹੈ ਜੀ। ਕਹਿੰਦੇ ਇਹ ਜਿਹੜਾ ਏਰੀਆ ਹੈ ਸਿਟੀ ਦਾ, ਜਿਹੜਾ ਏਰੀਆ ਹੈ ਮਾਰੂਥਲ ਦਾ ਏਰੀਆ, ਇਹ ਇਸ ਤਰ੍ਹਾਂ ਦਾ ਲੱਗਦਾ ਜਿਵੇਂ ਕੋਈ ਲਾਈਨ ਹੋਵੇ। ਤਾਂ ਤੁਹਾਡੇ ਇੱਥੇ ਇੱਕ ਜਿਹੜੀ ਲਾਈਨ ਆਈ ਸੀ ਉਹ ਇਸ ਤਰ੍ਹਾਂ ਦੀ ਸੀ ਕਿ ਇਟ ਕਰਾਊਜ਼ਡ देयर ਲਾਈਕ ਅ ਲਾਈਨ। ਆਈ ਸੀ ਨਾ ਲਾਈਨ ਜਦ ਆਪਾਂ ਚੈਪਟਰ ਪੜ੍ਹਿਆ ਸੀ। ਇੱਥੇ ਉਹੀ ਲਿਖਿਆ ਕਿ ਇਟ ਲਾਈਜ਼ ਲਾਈਕ ਅ ਲਾਈਨ। ਸ਼ੇਰ ਜਿਵੇਂ ਪਿਆ ਹੁੰਦਾ ਇਸ ਤਰ੍ਹਾਂ ਦੀ ਸਾਨੂੰ ਇਹ ਏਰੀਆ ਲੱਗ ਰਿਹਾ ਸੀ। ਤੇ ਸਾਨੂੰ ਇਹ ਵੀ ਪਤਾ ਹੈ ਕਿ ਉਸ ਏਰੀਆ ਦਾ ਬੜਾ ਵਧੀਆ ਵਰਡ ਪਿਕਚਰ ਰਾਈਟਰ ਨੇ ਲਿਖੀ ਸੀ ਕਿ ਐਂ ਲੱਗਦਾ ਸੀ ਜਿਵੇਂ ਨਾ ਛੋਟੇ ਛੋਟੇ ਸਾਨੂੰ ਬੁਸ਼ਿਜ਼ ਇਦਾਂ ਦੀਆਂ ਲੱਗਦੀਆਂ ਸੀ ਕਿ ਜਿਵੇਂ ਉੱਥੇ ਸਪੈਕਸ ਲੱਗੇ ਹੋਣ। ਹੈ ਨਾ ਵਰਡ ਆਇਆ ਸੀ। ਤਾਂ ਅਸੀਂ ਉਹੀ ਗੱਲ ਇੱਥੇ ਲਿਖੀ ਹੈ ਕਿ देयर आर स्मॉल ग्रुप ऑफ bushes here and there। bushes ਦਾ ਮਤਲਬ ਹੈ ਜੀ ਝਾੜੀਆਂ, here and there ਇੱਧਰ ਉੱਧਰ, ਇਹਦਾ ਮਤਲਬ ਹੁੰਦਾ ਹੈ ਜੀ ਇਟਸ ਅ ਫਰੇਜ਼। ਇੱਧਰ ਉੱਧਰ ਨੂੰ ਆਪਾਂ here and there ਕਹਿੰਦੇ ਹਾਂ। ਝਾੜੀਆਂ ਦਾ ਕੁਝ ਗਰੁੱਪ, ਸਮਾਲ ਗਰੁੱਪ here and there ਸੀ। ਵੱਡਾ ਸਾਰਾ ਮਾਰੂਥਲ ਹੈ, ਉਹਦੇ ਵਿੱਚ ਝਾੜੀਆਂ ਕਿਤੇ ਪਈਆਂ ਨੇ ਕਿਤੇ ਪਈਆਂ, ਤਾਂ ਐਵੇਂ ਸਾਨੂੰ ਲੱਗਦਾ। देयर आर मैनी कैमल्स इन द सिटी। सिटी सानू कैमल्स बहुत दिखे हैं जी उस पैरे च, बहुत ज्यादा ऊंट दिखे हैं। देयर आर स्मॉल ट्रीज ऑल्सो, ਅਤੇ ਉੱਥੇ ਸਾਨੂੰ ਛੋਟੇ ਦਰਖਤ ਵੀ ਦਿਖੇ हैं, स्मॉल ट्रीज। ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਇਸ ਪੈਰੇ ਦੇ ਵਿੱਚ ਇਹ ਵੀ ਆਇਆ ਸੀ ਕਿ ਉਹ ਜਿਹੜਾ स्मॉल ट्रीज ਹੈ ਉਹਨੂੰ ਸਟੰਟਡ ट्रीज ਕਿਹਾ ਗਿਆ ਸੀ। ਤੇ ਉਸ ਸਟੰਟਡ ट्रीज ਦੇ ਆਲੇ ਦੁਆਲੇ ਊਂਟ ਕੀ ਕਰ ਰਹੇ ਸੀ? ਦੇ ਵਰ ਟਵਾਈਨਿੰਗ देयर नेक्स, ਟਵਾਈਨਡ ਕਰ ਰਹੇ ਸੀ। ਉਹੀ ਲਾਈਨ ਆਪਾਂ ਇੱਥੇ ਸਿੰਪਲ ਕਰਕੇ ਲਿਖਤੀ ਕਿ देयर आर स्मॉल ट्रीज, देयर आर मैनी कैमल्स। हाँ जी 5th क्वेश्चन है जी साडा कि व्हाट इज द फिरोशियस आई ऑफ समर। ਤਾਂ ਜਿਹੜਾ ਸਾਡਾ 5th ਪੈਰਾਗ੍ਰਾਫ ਹੈ ਨਾ ਉਹਨੂੰ ਆਪਾਂ ਨਾਮ ਦਿੱਤਾ ਸੀ ਦਾ ਡਰਾਈਵ ਥਰੂ ਦਾ ਡੈਜ਼ਰਟ। ਕਿ ਡੈਜ਼ਰਟ ਦੇ ਵਿੱਚੋਂ ਡਰਾਈਵ ਕਰਦੇ ਜਾ ਰਹੇ ਨੇ, ਕਾਰ 'ਚ ਜਾਂਦੇ ਨੇ, ਕਾਰ ਨਾਲ ਕੀ ਕੁਝ ਹੁੰਦਾ ਹੈ, ਕੀ ਕੁਝ ਉਹਨਾਂ ਨੂੰ ਦਿਖਦਾ ਹੈ ਡੈਜ਼ਰਟ 'ਚ, ਸਾਰਾ ਕੁਝ ਆਪਾਂ 5th ਪੈਰੇ 'ਚ ਪੜ੍ਹਿਆ ਸੀ। ਤਾਂ ਉਹਦੇ ਵਿੱਚ ਨੇ ਇੱਕ ਐਕਸਪ੍ਰੈਸ਼ਨ ਆਇਆ ਸੀ ਫਿਰੋਸ਼ੀਅਸ ਆਈ ਆਫ ਸਮਰ। ਇਹਦਾ ਮਤਲਬ ਪੁੱਛਿਆ ਗਿਆ ਹੈ। ਫਿਰੋਸ਼ੀਅਸ ਦਾ ਮਤਲਬ ਹੁੰਦਾ ਹੈ ਜੀ ਡੇਂਜਰਸ, ਖਤਰਨਾਕ, ਡਰਾਉਣੀ। ਵਟ ਇੰਸਟੈਂਸ ਆਫ ਅ ਲੌਂਗ ਲੁੱਕ ਡਜ਼ ਦੀ ਰਾਈਟਰ ਗਿਵ ਅਸ। ਇੱਕ ਹੋਰ ਐਕਸਪ੍ਰੈਸ਼ਨ ਇਸੇ ਪੈਰੇ 'ਚ ਆਇਆ ਹੈ, ਅ ਲੌਂਗ ਲੁੱਕ। ਅ ਲੌਂਗ ਲੁੱਕ ਇਹ ਵਰਡਸ ਰਾਈਟਰ ਨੇ 5ਵੇਂ ਪੈਰੇ 'ਚ ਯੂਜ਼ ਕੀਤੇ ਹਨ। ਤਾਂ ਇਹਦਾ ਮਤਲਬ ਕੀ ਹੈ ਜੀ ਰਾਈਟਰ ਦਾ? ਪਹਿਲੇ 2 ਕੁਐਸਚਨਾਂ 'ਚ ਨਾ ਉਹਨੇ ਐਕਸਪ੍ਰੈਸ਼ਨ ਦਾ ਹੀ ਮਤਲਬ ਪੁੱਛਿਆ ਹੋਇਆ ਹੈ ਕਿ ਫਿਰੋਸ਼ੀਅਸ ਆਈ ਆਫ ਸਮਰ ਦਾ ਮਤਲਬ ਕੀ ਹੈ, ਆ ਲੌਂਗ ਲੁੱਕ ਦਾ ਮਤਲਬ ਕੀ ਹੈ। ਵਿਚ ਵਰਡਸ ਇਨ ਦਾ ਚੈਪਟਰ ਐਕਸਪ੍ਰੈਸ ਅਨਪਲੇਜ਼ੈਂਟ ਬ੍ਰਾਈਟਨੈਸ ਐਂਡ ਹੀਟ। ਇਸੇ ਪੈਰੇ ਦੇ ਵਿੱਚ ਰਾਈਟਰ ਨੇ ਕੁਝ ਵਰਡਸ ਯੂਜ਼ ਕੀਤੇ ਨੇ ਜਿਨ੍ਹਾਂ ਵਰਡ ਤੋਂ ਸਾਨੂੰ ਅਨਪਲੇਜ਼ੈਂਟ, ਅਨਪਲੇਜ਼ੈਂਟ ਦਾ ਮਤਲਬ ਜਿਸ ਨੂੰ ਅਸੀਂ ਪਸੰਦ ਨਾ ਕਰੀਏ ਜਾਂ ਜਿਹੜੀ ਸਾਨੂੰ ਚੰਗੀ ਨਾ ਲੱਗੇ। ਦੇਖੋ ਬ੍ਰਾਈਟਨੈਸ ਤੇ ਹੀਟ 2 ਚੀਜ਼ਾਂ ਹੋ ਗਈਆਂ ਨਾ, ਰੋਸ਼ਨੀ ਤੇ ਗਰਮੀ। ਰੋਸ਼ਨੀ ਤੇ ਗਰਮੀ ਲਈ ਰਾਈਟਰ ਨੇ ਕੁਝ ਵਰਡਸ ਯੂਜ਼ ਕੀਤੇ ਨੇ ਜਿੱਥੋਂ ਪਤਾ ਚੱਲਦਾ ਸਾਨੂੰ ਕਿ ਉਸ ਨੂੰ ਇਹ ਦੋਨੇ ਚੀਜ਼ਾਂ ਉੱਥੇ ਚੰਗੀਆਂ ਨਹੀਂ ਲੱਗੀਆਂ। ਬ੍ਰਾਈਟਨੈਸ ਚੰਗੀ ਨਹੀਂ ਲੱਗੀ ਤੇ ਹੀਟ ਚੰਗੀ ਨਹੀਂ ਲੱਗੀ। ਉਹਨੇ ਕੁਝ ਵਰਡਸ ਯੂਜ਼ ਕੀਤੇ ਸੀ ਉਸ ਪੈਰੇ 'ਚ।
ਉਹ ਕਿਹੜੇ ਨੇ? ਵਾਈ ਦਾ ਰਾਈਟਰਸ ਡਰਾਈਵ ਵਾਜ਼ ਬਾਈ ਨੋ ਮੀਨ ਸਮੂਥ। ਰਾਈਟਰ ਦੀ ਜਿਹੜੀ ਡਰਾਈਵ ਸੀਗੀ, ਜਿਸ ਕਾਰ 'ਚ ਉਹ ਗਿਆ ਸੀਗਾ, ਕਾਰ ਦੇ ਵਿੱਚ ਉਹਨੇ ਡਰਾਈਵ ਕੀਤੀ ਸੀ, ਉਹ ਸਮੂਥ ਕਿਉਂ ਨਹੀਂ ਸੀ? ਵਧੀਆ ਕਿਉਂ ਨਹੀਂ ਸੀ? ਤਾਂ ਕਾਰ ਡਰਾਈਵ ਕਰਕੇ ਗਿਆ ਤਾਂ ਡਰਾਈਵ ਉਹਦੀ ਸਮੂਥ ਕਿਉਂ ਨਹੀਂ ਰਹੀ? ਤਾਂ ਕਈ ਸਾਰੇ ਕੁਐਸਚਨ ਇਸ ਕੁਐਸਚਨ 'ਚ ਪੁੱਛੇ ਗਏ। ਤਾਂ ਸਟੂਡੈਂਟ ਜਿਹੜਾ ਸਾਡਾ 5th ਪੈਰਾਗ੍ਰਾਫ ਸੀ ਉਸ ਦਾ ਅਸੀਂ ਹੈਡਿੰਗ ਲਿਖਿਆ ਸੀ ਡਰਾਈਵ ਥਰੂ ਦਾ ਡੈਜ਼ਰਟ। ਤਾਂ ਇਸ ਪੂਰੇ ਪੈਰਾਗ੍ਰਾਫ ਦੇ ਵਿੱਚ ਉਹ ਕਿਸ ਤਰ੍ਹਾਂ ਦੀ ਡਰਾਈਵ ਕਰਦੇ ਜਾ ਰਹੇ ਨੇ, ਕਿਸ ਤਰ੍ਹਾਂ ਦੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ, ਇਹਦੇ ਬਾਰੇ ਸਾਰਾ ਜ਼ਿਕਰ ਸੀ। ਤਾਂ ਅਸੀਂ ਆਨਸਰ ਇਹੀ ਲਿਖੇ ਨੇ ਜੀ ਕਿ ਦਾ ਫਰੋਸ਼ੀਅਸ ਆਈ ਆਫ ਸਮਰ ਇਜ਼ ਦਾ ਸਨ। ਹੁਣ ਜਿਹੜਾ ਇਹ ਫਰੋਸ਼ੀਅਸ ਆਈ ਆਫ ਸਮਰ ਕਿਹਾ ਗਿਆ ਹੈ ਐਕਸਪ੍ਰੈਸ਼ਨ, ਇਸ ਦਾ ਮਤਲਬ ਕੀ ਹੈ? ਸਨ ਨੂੰ ਕਿਹਾ ਗਿਆ। ਯਾਦ ਕਰੋ ਪਹਿਲਾਂ ਵੀ ਇੱਕ ਕੁਐਸਚਨ ਆਇਆ ਸੀਗਾ, ਪਹਿਲੇ ਕੁਐਸਚਨ ਦੇ ਵਿੱਚ ਯੈਲੋ ਆਈ ਆਫ ਸਮਰ ਵੀ ਉਸਨੇ ਸਨ ਨੂੰ ਹੀ ਕਿਹਾ ਸੀ। ਤਾਂ 5th ਪੈਰਾਗ੍ਰਾਫ ਦੇ ਵਿੱਚ ਵੀ ਉਹ ਫਰੋਸ਼ੀਅਸ ਆਈ ਆਫ ਸਮਰ ਕਿਸ ਨੂੰ ਕਹਿ ਰਿਹਾ? ਸਨ ਨੂੰ ਕਿਹਾ ਗਿਆ। ਵੈਸੇ ਫਰੋਸ਼ੀਅਸ ਦਾ ਮਤਲਬ ਹੁੰਦਾ ਹੈ ਬਹੁਤ ਹੀ ਡਰਾਉਣਾ, ਤੇ ਸਮਰ ਦੀ ਜਿਹੜੀ ਡਰਾਉਣੀ ਆਈ ਸੀ ਉਹ ਸਨ ਸੀ। ਆ ਲੌਂਗ ਲੁੱਕ ਇਜ਼ ਦਾ ਡਿਊਰੇਸ਼ਨ ਆਫ ਸਨਸ਼ਾਈਨ ਫॉर 12 ਆਵਰਸ ਇਨ ਦਾ ਡੈਜ਼ਰਟ। ਹੁਣ ਤੁਹਾਨੂੰ ਪਤਾ ਨਾ ਕਿ 12 ਘੰਟੇ ਉਹਨਾਂ ਨੂੰ ਸੂਰਜ ਹੀ ਦਿਖੀ ਜਾਂਦਾ ਸੀ, ਧੁੱਪ ਹੀ ਧੁੱਪ ਉਹਨਾਂ ਨੂੰ 12 ਘੰਟੇ ਪੂਰੀ ਦਿਨ ਦੇ ਵਿੱਚ ਮਿਲਦੀ ਸੀਗੀ। ਤਾਂ ਇਹ ਲੌਂਗ ਲੁੱਕ ਦਾ ਮਤਲਬ ਵੀ ਇਹੀ ਹੈ ਕਿ ਸਨਸ਼ਾਈਨ ਜਿਹੜੀ ਧੁੱਪ ਮਿਲਦੀ ਸੀ ਉਹ 12 ਘੰਟਿਆਂ ਲਈ ਉਹਨਾਂ ਨੂੰ ਇਸ ਡੈਜ਼ਰਟ ਦੇ ਵਿੱਚ ਮਿਲਦੀ ਸੀ। ਤਾਂ ਇਹ 12 ਘੰਟੇ ਦੀ ਡਿਊਰੇਸ਼ਨ ਵਾਲੀ ਸਨਸ਼ਾਈਨ ਨੂੰ ਉਸਨੇ ਲੌਂਗ ਲੁੱਕ ਕਿਹਾ। ਦਾ ਵਰਡ ਯੂਜ਼ਡ ਫॉर ਬ੍ਰਾਈਟਨੈਸ ਐਂਡ ਹੀਟ ਆਰ ਡੈਜ਼ਲ, ਗਲੇਸ, ਕਾਊਲਡ, ਪਾਰਸ, ਸਕॉल्ड ਐਂਡ ਬਰਨਿੰਗ ਸਰਫੇਸ। ਤਾਂ ਇਸ ਪੂਰੇ ਪੈਰਾਗ੍ਰਾਫ ਦੇ ਵਿੱਚ ਬੱਚਿਓ ਜਿਹੜੀ ਰਾਈਟਰ ਨੂੰ ਸੂਰਜ ਦੀ ਧੁੱਪ ਜਾਂ ਗਰਮੀ ਹੈ ਉਹ ਚੰਗੀ ਨਹੀਂ ਲੱਗੀ, ਤਾਂ ਇਸੇ ਕਰਕੇ ਉਸਨੇ ਕੁਝ ਨੈਗੇਟਿਵ ਵਰਡਸ ਇਸ ਬ੍ਰਾਈਟਨੈਸ ਤੇ ਹੀਟ ਲਈ ਯੂਜ਼ ਕੀਤੇ ਨੇ। ਇਹ ਵਰਡਸ ਕਿਹੜੇ ਨੇ ਜੀ? ਡੈਜ਼ਲ, ਗਲੇਅਰ, ਸਕਾਊਲਡ, ਪਾਰਚ, ਸਕॉल्ड ਐਂਡ ਬਰਨਿੰਗ ਸਰਫੇਸ। ਹੁਣ ਡੈਜ਼ਲ ਗਲੇਅਰ ਦਾ ਮਤਲਬ ਚਮਕ ਹੁੰਦਾ ਬੱਚਿਓ, ਸਕਾਊਲ ਦਾ ਮਤਲਬ ਜਦੋਂ ਆਪਾਂ ਕਿਸੇ ਨੂੰ ਐਂਗਰੀ ਹੋ ਕੇ ਦੇਖਦੇ ਹਾਂ ਤਾਂ ਉਹਨੂੰ ਕਹਿੰਦੇ ਨੇ, ਪਾਰਚ ਦਾ ਮਤਲਬ ਵੀ ਧੁੱਪ 'ਚ ਤਪਣ ਨੂੰ ਕਿਹਾ ਜਾਂਦਾ, ਇਸੇ ਤਰ੍ਹਾਂ ਸਕॉल्ड ਨੂੰ ਵੀ ਇਹੀ ਕਿਹਾ ਜਾਂਦਾ, ਬਰਨਿੰਗ ਸਰਫੇਸ ਵੀ ਇਹੀ ਮਤਲਬ ਹੈ। ਤਾਂ ਇਹ ਸਾਰੇ ਵਰਡਸ ਦੀ ਥਾਂ ਤੇ ਰਾਈਟਰ ਹੋਰ ਵਰਡਸ, ਪੋਜ਼ਿਟਿਵ ਵਰਡਸ ਯੂਜ਼ ਕਰ ਸਕਦਾ ਸੀ। ਫਿਰ ਤਾਂ ਅਸੀਂ ਕਹਿੰਦੇ ਕਿ ਰਾਈਟਰ ਨੂੰ ਰਾਜਸਥਾਨ ਦੀ ਜਿਹੜੀ ਧੁੱਪ ਹੈ, ਗਰਮੀ ਆ, ਬਹੁਤ ਵਧੀਆ ਲੱਗੀ। ਲੇਕਿਨ ਇਹ ਸਾਰੇ ਵਰਡਸ ਇੱਕ ਤਰ੍ਹਾਂ ਦੇ ਨੈਗੇਟਿਵ ਵਰਡਸ ਹੈ, ਇਸ ਕਰਕੇ ਸਾਨੂੰ ਪਤਾ ਚੱਲਦਾ ਹੈ ਕਿ ਰਾਈਟਰ ਖੁਸ਼ ਨਹੀਂ ਸੀਗਾ ਇਸ ਬ੍ਰਾਈਟਨੈਸ ਨਾਲ ਅਤੇ ਇਸ ਹੀਟ ਦੇ ਨਾਲ, ਇਸੇ ਕਰਕੇ ਉਸਨੇ ਇਹ ਵਾਲੇ ਵਰਡਸ ਯੂਜ਼ ਕੀਤੇ ਹੈ। ਤਾਂ ਐਗਜ਼ਾਮ ਦੇ ਵਿੱਚ ਬੱਚਿਓ ਜੇ ਤੁਸੀਂ ਇਹ ਆਨਸਰ ਲਿਖਣਾ ਹੈ ਤਾਂ ਤੁਸੀਂ ਇਹ ਸਾਰੇ ਵਰਡਸ ਹੀ ਯਾਦ ਕਰ ਸਕਦੇ ਹੋ, ਤਾਂ ਵੈਲ ਐਂਡ ਗੁੱਡ, ਬਹੁਤ ਵਧੀਆ ਗੱਲ ਹੈ। ਲੇਕਿਨ 2-3 ਵਰਡ ਤੁਸੀਂ ਜ਼ਰੂਰ ਯਾਦ ਕਰਕੇ ਲਿਖੋ, ਜਿਵੇਂ ਡੈਜ਼ਲ ਸੌਖਾ ਸ਼ਬਦ ਹੈ, ਗਲੇਅਰ ਵੀ ਔਖਾ ਨਹੀਂ ਹੈ, ਇਸੇ ਤਰ੍ਹਾਂ ਪਾਰਚ ਵੀ ਔਖਾ ਨਹੀਂ ਹੈ, ਤਾਂ ਤੁਸੀਂ 2-3 ਵਰਡਸ ਲਿਖ ਸਕਦੇ ਹੋ। The writer's drive was by no means smooth because they had to stop the car to remove the sand on the road. ਤਾਂ ਰਾਈਟਰ ਦੀ ਡਰਾਈਵ ਤਾਂ ਬਿਲਕੁਲ ਵੀ ਸਮੂਥ ਨਹੀਂ ਰਹੀ, ਬਿਲਕੁਲ ਵੀ ਵਧੀਆ ਨਹੀਂ ਸੀ, ਕਿਉਂਕਿ ਉਹਨਾਂ ਨੂੰ ਜਗ੍ਹਾ ਜਗ੍ਹਾ ਆਪਣੀ ਕਾਰ ਖੜਾਉਣੀ ਪੈਂਦੀ ਸੀ। ਦੇ ਹੈਡ ਟੂ ਸਟਾਪ ਦਾ ਕਾਰ, ਕਿਉਂਕਿ ਰੋਡ ਦੇ ਉੱਪਰ ਸੈਂਡ ਦੇ ਬੁਲਵਾਕਸ ਬਣ ਜਾਂਦੇ ਸੀ। ਬੱਚੇ ਹੋਏ ਆਪਾਂ ਪੜ੍ਹਿਆ ਹੈ ਇਸੇ ਪੈਰੇ ਦੇ ਵਿੱਚ, ਬੁਲਵਾਕਸ ਇੱਕ ਤਰ੍ਹਾਂ ਦੇ ਰੈਂਪਾਰਟ ਹੁੰਦੇ ਆ, ਇੱਕ ਤਰ੍ਹਾਂ ਦੀ ਦੀਵਾਰ ਬਣ ਜਾਂਦੀ ਸੀਗੀ ਸੈਂਡ ਦੀ, ਤਾਂ ਫਿਰ ਉਸ ਦੇ ਉੱਪਰੋਂ ਦੀ ਗੱਡੀ ਲੰਘ ਨਹੀਂ ਸੀ ਸਕਦੀ ਉਹਨਾਂ ਦੀ, ਇਸ ਕਰਕੇ ਉਹਨਾਂ ਨੂੰ ਫਿਰ ਉਹ ਰੇਤ ਹਟਾਉਣੀ ਪੈਂਦੀ ਸੀ। ਤਾਂ ਜਗ੍ਹਾ ਜਗ੍ਹਾ ਉਹਨਾਂ ਨੂੰ ਇਹ ਕੰਮ ਕਰਨਾ ਪਿਆ। ਦੇ ਆਲਸੋ ਹੈਡ ਟੂ ਰਿਪਲੇਸ ਦਾ ਬਰਸਟ ਟਾਇਰ ਆਫ ਦਾ ਕਾਰ। ਤਾਂ ਹੁਣ 12 ਘੰਟੇ ਉਹਨਾਂ ਦੀ ਗੱਡੀ ਚੱਲ ਰਹੀ ਹੈ, ਇਸ ਕਰਕੇ ਕਈ ਵਾਰੀ ਉਹਨਾਂ ਦੀ ਕਾਰ ਦਾ ਟਾਇਰ ਬਰਸਟ ਹੋ ਜਾਂਦਾ ਸੀ, ਤਾਂ ਇਸ ਕਰਕੇ ਉਹਨਾਂ ਨੂੰ ਰਿਪਲੇਸ ਕਰਨਾ ਪੈਂਦਾ ਸੀ ਦਾ ਬਰਸਟ ਟਾਇਰ, ਫਟਿਆ ਹੋਇਆ ਟਾਇਰ ਕਾਰ ਦਾ ਉਹ ਰਿਪਲੇਸ ਕਰਨਾ ਪੈਂਦਾ ਸੀ। ਇਹਨਾਂ ਦੋਨਾਂ ਗੱਲਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਤਾਂ ਜਗ੍ਹਾ ਜਗ੍ਹਾ ਉਹਨਾਂ ਨੂੰ ਸੈਂਡ ਹਟਾਉਣੀ ਪੈਂਦੀ ਸੀ, ਫਿਰ ਉਹਨਾਂ ਦਾ ਟਾਇਰ ਵੀ ਗੱਡੀ ਦਾ ਫਟ ਜਾਂਦਾ ਸੀ, ਤਾਂ ਇਸ ਕਰਕੇ ਉਹਨਾਂ ਦੀ ਡਰਾਈਵ ਸਮੂਥ ਨਹੀਂ ਸੀ। ਤਾਂ ਸਾਡਾ 6th ਕੁਐਸਚਨ ਹੈ ਜੀ ਕਿ ਡਿਸਕ੍ਰਾਈਬ ਅ ਵਿਲੇਜ ਹਟ in the Thar desert in your own words, bringing out the significance of the mud tank and well. Describe ਦਾ ਮਤਲਬ ਹੁੰਦਾ ਜੀ ਵਰਣਨ ਕਰਨਾ, ਕਿ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਵਰਣਨ ਕਰੋ। ਕਾਹਦਾ ਵਰਣਨ ਕਰੋ? ਥਾਰ ਡੈਜ਼ਰਟ ਦੇ ਵਿੱਚ ਇੱਕ ਵਿਲੇਜ ਹਟ ਦਾ। ਥਾਰ ਡੈਜ਼ਰਟ ਜਿਹੜੀ ਪਿੰਡ ਦੀ ਕੋਈ ਝੌਂਪੜੀਆਂ ਟਾਈਪ ਘਰ ਜੇ ਬਣੇ ਹੁੰਦੇ ਆ, ਉਹਦੇ ਬਾਰੇ ਤੁਸੀਂ ਆਪਣੇ ਸ਼ਬਦਾਂ 'ਚ your own words ਉਹਦੇ 'ਚ ਤੁਸੀਂ ਵਰਣਨ ਕਰਨਾ ਹੈ, ਤਾਂ ਕਿ ਉਹਦੇ ਵਿੱਚ ਮੱਡ ਟੈਂਕ ਦੀ ਅਤੇ ਵੈਲ ਦੀ ਇੰਪੋਰਟੈਂਸ ਦਾ ਪਤਾ ਚੱਲੇ। ਸਿਗਨੀਫੀਕੈਂਸ ਇੰਪੋਰਟੈਂਸ ਨੂੰ ਕਿਹਾ ਜਾਂਦਾ ਹੈ। ਤਾਂ ਸਟੂਡੈਂਟਸ ਸਾਡਾ 6th ਪੈਰਾਗ੍ਰਾਫ ਜੋ ਅਸੀਂ ਚੈਪਟਰ 'ਚੋਂ ਪੜ੍ਹਿਆ ਸੀ ਉਸ ਦਾ ਆਪਾਂ ਹੈਡਿੰਗ ਲਿਖਿਆ ਸੀ ਵਿਲੇਜਿਸ ਇਨ ਰਾਜਸਥਾਨ। ਤਾਂ ਅਸੀਂ ਆਨਸਰ ਉਸੇ ਪੈਰੇ 'ਚੋਂ ਚੱਕੇ ਹਾਂ ਜੀ ਕਿ ਦਾ ਵਿਲੇਜ ਹਟਸ ਲੁੱਕ ਲਾਈਕ ਅ ਬੀ ਹਾਈਵ। ਜਿਹੜੀਆਂ ਵਿਲੇਜ ਦੀਆਂ ਹਟ ਸੀਗੀਆਂ, ਝੌਂਪੜੀਆਂ ਸੀ, ਕਿਉਂਕਿ ਘਰ ਤਾਂ ਨਹੀਂ ਸੀਗੇ, ਝੌਂਪੜੀ ਟਾਈਪ ਘਰ ਸੀਗੇ, ਤਾਂ ਉਹ ਬੀ ਹਾਈਵ ਵਰਗੀਆਂ ਲੱਗਦੀਆਂ ਸੀ। ਤਾਂ ਬੱਚਿਓ ਬੀ ਹਾਈਵ ਕੀ ਹੁੰਦਾ ਹੈ? ਬੀ ਦਾ ਮਤਲਬ ਦੇਖੋ, BEE, ਬੀ ਦਾ ਮਤਲਬ ਹੁੰਦਾ ਬੱਚਿਓ ਮਧੂਮੱਖੀ, ਤੇ ਮਧੂਮੱਖੀ ਜਿਸ ਛੱਤੇ 'ਚ ਰਹਿੰਦੀ ਹੈ ਉਸ ਨੂੰ ਆਪਾਂ ਬੀ ਹਾਈਵ ਕਹਿੰਦੇ ਹਾਂ। ਤਾਂ ਉਹ ਮਧੂਮੱਖੀਆਂ ਦੇ ਛੱਤਿਆਂ ਵਰਗੇ ਲੱਗਦੇ ਸੀ। ਦੇ ਸਟੂਡ ਅੰਡਰ ਦਾ ਸ਼ੈਡੋ ਆਫ ਦਾ ਥੌਰਨ ਟਰੀਜ਼। ਹੁਣ ਇੱਥੇ ਦੇ ਦਾ ਮਤਲਬ ਇਹਨਾਂ ਵਿਲੇਜ ਹਟਸ ਨੂੰ ਹੀ ਕਿਹਾ ਗਿਆ ਕਿ ਇਹ ਜਿਹੜੀਆਂ ਵਿਲੇਜ ਹਟਸ ਸੀਗੀਆਂ ਇਹ
ਕੰਡਿਆਲੇ ਦਰਖਤਾਂ ਦੀਆਂ ਛਾਵਾਂ ਦੇ ਥੱਲੇ ਖੜੀਆਂ ਸੀ। ਯਾਦ ਕਰੋ ਲਾਈਨ ਆਈ ਸੀ ਇਸੇ ਪੈਰੇ 'ਚ ਕਿ ਅੰਡਰ ਥੌਰਨ ਟਰੀਜ਼ ਇਨ ਪੂਲਸ ਆਫ ਸ਼ੈਡੋ ਬਾਈ ਰਿਮੋਟ ਰੇਲਵੇ ਹਾਲਟਸ, ਹੈ ਨਾ। ਤਾਂ ਇਹ ਦੋ ਗੱਲਾਂ ਆਈਆਂ ਸੀ। ਤਾਂ ਉੱਥੋਂ ਸਾਨੂੰ ਪਤਾ ਲੱਗਿਆ ਸੀ ਕਿ ਜਿੱਥੇ ਇਹ ਵਿਲੇਜ ਹਟਸ ਹੁੰਦੀਆਂ ਸੀ, ਇੱਕ ਤਾਂ ਉੱਥੇ ਸ਼ੈਡੋ ਹੁੰਦੀ ਸੀ ਜਿਸ ਨੂੰ ਕਿ ਰਾਈਟਰ ਨੇ ਪੂਲਸ ਆਫ ਸ਼ੈਡੋ ਕਿਹਾ, ਅਤੇ ਦੂਸਰਾ ਉਹਦੇ ਨੇੜੇ ਤੇੜੇ ਕੋਈ ਰੇਲਵੇ ਟਰੈਕ ਵੀ ਸੀ, ਰੇਲਵੇ ਸਟੇਸ਼ਨ ਵੀ ਸੀ, ਕਿਉਂਕਿ ਰੇਲਵੇ ਉੱਥੇ ਆ ਕੇ ਹੋ ਸਕਦਾ ਖੜ੍ਹਦੀ ਹੋਵੇ, ਤਾਂ ਕਿਉਂਕਿ ਉੱਥੇ ਉਹਨਾਂ ਨੂੰ ਇੱਕ ਫੈਸਿਲਿਟੀ ਸੀ ਰੇਲਵੇ ਦੀ, ਤਾਂ ਉਹਦੇ ਨੇੜੇ ਇਹ ਫਿਰ ਆਪਣਾ ਪਿੰਡ ਬਣਾ ਲੈਂਦੇ ਸੀ। ਸਮ ਪੀਪਲ ਸਟਿਲ ਲਿਵਡ ਇਨ ਇਟ, ਕੁਛ ਲੋਕ ਅਜੇ ਵੀ ਇੱਥੇ ਰਹਿ ਰਹੇ ਸੀ। ਸਟਿਲ ਦਾ ਮਤਲਬ ਅਜੇ। ਜ਼ਿਆਦਾਤਰ ਤਾਂ ਬੱਚੇ ਉਹ ਜਿਹੜੇ ਵਿਲੇਜਿਸ ਸੀ ਉਹ ਐਬੰਡੈਂਟ ਸੀ। ਆਪਾਂ ਨੇ ਪੜ੍ਹਿਆ ਇਸ ਪੈਰਾਗ੍ਰਾਫ ਦੇ ਵਿੱਚ ਦੋ ਤਰ੍ਹਾਂ ਦੇ ਵਿਲੇਜਿਸ ਦਾ ਜ਼ਿਕਰ ਆਇਆ ਸੀ। ਇੱਕ ਤਾਂ ਸੀਗੇ ਜੀ ਐਬੰਡੈਂਟ ਵਿਲੇਜਿਸ, ਇੱਕ ਉਹ ਸੀਗੇ ਵਿਲੇਜਿਸ ਕੰਟੇਨਡ ਲਾਈਫ। ਤਾਂ ਜ਼ਿਆਦਾਤਰ ਤਾਂ ਐਬੰਡੈਂਟ ਵਿਲੇਜਿਸ ਸੀਗੇ ਜੋ ਖੰਡਰ ਬਣ ਚੁੱਕੇ ਸੀ, ਲੇਕਿਨ ਕੁਛ ਨਾਮਾਤਰ ਵਿਲੇਜ ਐਸੇ ਸੀ ਜਿਨ੍ਹਾਂ ਦੇ ਵਿੱਚ ਹਜੇ ਵੀ ਲਾਈਫ ਸੀ। ਤਾਂ ਉਹਦੀ ਉਹ ਗੱਲ ਹੋ ਰਹੀ ਹੈ ਕਿ ਈਚ ਹੈਡ ਇਟਸ ਓਨ ਮਡ ਟੈਂਕ ਐਂਡ ਵੈਲ ਟੂ ਸਟੋਰ ਦਾ ਰੇਨ ਵਾਟਰ ਟੂ ਗਰੋ ਤਿਲ ਐਂਡ ਬਾਜਰਾ ਟੂ ਫੀਡ ਦਾ ਕੈਟਲ। ਤਾਂ ਹਰ ਇੱਕ ਪਿੰਡ ਦੇ ਵਿੱਚ ਕੀ ਸੀਗਾ ਜੀ, ਇੱਕ ਆਪਣਾ ਮੱਡ ਟੈਂਕ ਹੁੰਦਾ ਸੀ। ਮੱਡ ਦਾ ਮਤਲਬ ਮਿੱਟੀ, ਮਿੱਟੀ ਦਾ ਬਣਿਆ ਹੋਇਆ ਇੱਕ ਟੈਂਕ ਹੁੰਦਾ ਸੀ, ਅਤੇ ਇੱਕ ਖੂਹ ਹੁੰਦਾ ਸੀ, ਤਾਂ ਕਿ ਇਹਨਾਂ ਦੋਨਾਂ ਦੇ ਵਿੱਚ ਰੇਨ ਵਾਟਰ ਨੂੰ ਸਟੋਰ ਕਰ ਲੈਣ। ਫਿਰ ਉਸ ਰੇਨ ਵਾਟਰ ਦਾ ਕਿੱਥੇ ਉਪਯੋਗ ਕਰਦੇ ਸੀ ਕਿ ਤਿਲ ਅਤੇ ਬਾਜਰੇ ਨੂੰ ਗਰੋ ਕਰ ਸਕਣ, ਉਸ ਦੀ ਪੈਦਾਵਾਰ ਕਰ ਸਕਣ, ਅਤੇ ਨਾਲ ਹੀ ਆਪਣੇ ਪਸ਼ੂਆਂ ਨੂੰ ਇਹ ਪਾਣੀ ਦੇ ਸਕਣ। ਤਾਂ ਇਸ ਤਰੀਕੇ ਦੇ ਨਾਲ ਇਸ ਪਾਣੀ ਦੀ ਵਰਤੋਂ ਉਹ ਆਪਣੇ ਕੈਟਲ ਅਤੇ ਖੇਤੀ ਦੇ ਲਈ ਯੂਜ਼ ਕਰਦੇ ਸੀ। ਹੁਣ ਹੋ ਸਕਦਾ ਹੈ ਕਿ ਮੱਡ ਟੈਂਕ ਉਹ ਯੂਜ਼ ਕਰਦੇ ਹੋਣੇ ਪਸ਼ੂਆਂ ਦੇ ਪਾਣੀ ਵਗੈਰਾ ਪੀਣ ਦੇ ਲਈ, ਅਤੇ ਜਿਹੜਾ ਵੈਲ ਸੀਗਾ ਉਹ ਆਪਣੇ ਪੀਣ ਦੇ ਲਈ ਉਹ ਯੂਜ਼ ਕਰਦੇ ਹੋਣ। ਤਾਂ ਇਹ ਇੱਕ ਆਪਾਂ ਸੋਚ ਸਕਦੇ ਹਾਂ। ਜਿਹੜਾ ਸਾਡਾ 7th ਪੈਰਾ ਸੀਗਾ ਨਾ ਚੈਪਟਰ ਦਾ, ਉਹ ਸੀਗਾ ਵਿਲੇਜਸ ਇਨ ਰਾਜਸਥਾਨ ਐਂਡ ਦਾ ਸਿਟੀ ਆਫ ਜੈਸਲਮੇਰ। ਤੇ ਦੋ ਚੀਜ਼ਾਂ ਦਾ ਜ਼ਿਕਰ ਸੀਗਾ ਇਸ ਪੈਰੇ 'ਚ। ਕਾਫੀ ਛੋਟੇ ਛੋਟੇ ਕੁਐਸਚਨਸ ਬਣੇ ਹੋਏ ਆ, ਤੁਹਾਡੇ ਟੈਕਸਟ ਬੁੱਕ ਦੇ ਐਂਡ ਦੇ ਵਿੱਚ ਦਿੱਤੇ ਹੋਏ ਆ। 7ਵੇਂ ਪੈਰੇ ਦੇ ਕੁਐਸਚਨਸ ਹੈ, ਤਾਂ ਮੈਂ ਇੱਕੋ ਹੀ ਕੁਐਸਚਨ ਉਹਦਾ ਬਣਾਇਆ, ਲੇਕਿਨ ਉਸ ਦੇ ਵਿੱਚ ਅੱਗੇ ਸਬ ਕੁਐਸਚਨਸ ਹੈ। ਤਾਂ 7th ਕੁਐਸਚਨ ਹੈ ਜੀ ਕਿ ਵਾਈ ਦਾ ਰਾਈਟਰ ਡਿਸਕ੍ਰਾਈਬ ਜੈਸਲਮੇਰ ਐਜ਼ ਅ ਹਸ਼ਡ ਆਈਲੈਂਡ ਆਫ ਸਟੋਨ ਇਨ ਦਾ ਐਂਡਲੈਸ ਟੌਨੀ ਵੇਵਸ ਆਫ ਸੈਂਡ। ਤਾਂ ਜਿਹੜੀ ਇਹ ਲਾਈਨ ਹੈ ਨਾ, ਆ ਹਸ਼ਡ ਆਈਲੈਂਡ ਆਫ ਸਟੋਨ ਇਨ ਦਾ ਐਂਡਲੈਸ ਟੌਨੀ ਵੇਵਸ ਆਫ ਸੈਂਡ, ਇਹ ਬਿਲਕੁਲ 7ਵੇਂ ਪੈਰੇ ਦੀ ਲਾਸਟ ਲਾਈਨ ਹੈ। ਲਾਈਨ ਦੇ ਵਿੱਚ ਰਾਈਟਰ ਨੇ ਜੈਸਲਮੇਰ ਨੂੰ ਐਵੇਂ ਕਿਉਂ ਕਿਹਾ? ਇਹ ਪੂਰੀ ਲਾਈਨ ਦਾ ਮਤਲਬ ਹੀ ਜੈਸਲਮੇਰ ਹੈ। ਆ ਹਸ਼ਡ ਆਈਲੈਂਡ ਆਫ ਸਟੋਨ ਇਨ ਦਾ ਐਂਡਲੈਸ ਟੌਨੀ ਵੇਵਸ ਆਫ ਸੈਂਡ, ਇਹਦਾ ਮਤਲਬ ਕਿਸ ਦੀ ਗੱਲ ਹੋ ਰਹੀ ਹੈ? ਜੈਸਲਮੇਰ ਦੀ। ਪਰ ਜੈਸਲਮੇਰ ਨੂੰ ਐਵੇਂ ਕਿਉਂ ਡਿਸਕ੍ਰਾਈਬ ਕੀਤਾ ਹੈ ਰਾਈਟਰ ਨੇ? ਡਿਸਕ੍ਰਾਈਬ ਦਾ ਮਤਲਬ ਵਰਣਨ ਕੀਤਾ ਹੈ। Why the villagers have the feeling of defeat in spite of their indomitable faces? Indomitable faces ਤੁਹਾਡੀ 7ਵੀਂ ਪੈਰੇ ਦੀ ਪਹਿਲੀ ਲਾਈਨ ਹੈ। Indomitable faces ਰਾਜਸਥਾਨ ਦੇ ਉਹਨਾਂ ਵਿਲੇਜਸ ਦੇ ਲਈ ਯੂਜ਼ ਕੀਤਾ ਗਿਆ ਸੀਗਾ ਜਿਹੜੇ ਕਿ ਉੱਥੇ ਰਹਿ ਗਏ ਸੀ, ਜਿਹੜੇ ਆਪਣਾ ਘਰ-ਬਾਰ ਛੱਡ ਕੇ ਨਹੀਂ ਸੀ ਗਏ। ਇੱਥੇ ਕੁਐਸਚਨ ਇਹ ਹੈ ਕਿ ਉਹ ਜਿਹੜੇ ਵਿਲੇਜਸ ਨੇ ਉਹਨਾਂ ਦੇ ਇੰਡੋਮਿਟੇਬਲ ਫੇਸਿਸ ਨੇ। ਇੰਡੋਮਿਟੇਬਲ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀਗਾ, ਜਿਹੜੀ ਚੀਜ਼ ਹਾਰਦੀ ਨਹੀਂ ਹੈ, ਅਨਯੀਲਡਿੰਗ ਜਾਂ ਅਨਕੌਨਕਰਡ। ਅਨਕੌਨਕਰਡ ਦਾ ਮਤਲਬ ਵੀ ਜਿਹਨੂੰ ਜਿੱਤ ਨਾ ਸਕੀਏ, ਅਨਯੀਲਡਿੰਗ ਜੋ ਹਾਰਦਾ ਨਹੀਂ ਕੋਈ, ਤਾਂ ਉਹਨੂੰ ਕਿਹਾ ਜਾਂਦਾ ਹੈ। ਇੰਡੋਮਿਟੇਬਲ ਦਾ ਮਤਲਬ ਇਹ ਹੈ। ਕਹਿੰਦੇ ਰਾਜਸਥਾਨ ਦੇ ਜਿਹੜੇ ਲੋਕ ਉੱਥੇ ਰਹਿ ਗਏ ਸੀ, ਜਿਹੜੇ ਆਪਣੇ ਘਰ-ਬਾਰ ਛੱਡ ਕੇ ਸਾਊਥ ਵੱਲ ਨਹੀਂ ਸੀ ਗਏ, ਉਹਨਾਂ ਦੇ ਇੰਡੋਮਿਟੇਬਲ ਫੇਸਿਸ ਸੀ। ਐਂ ਲੱਗਦਾ ਸੀ ਕਿ ਉਹਨਾਂ ਦੇ ਚਿਹਰੇ ਤੇ ਐਂ ਲੱਗਦਾ ਸੀ ਕਿ ਉਹ ਕਦੇ ਹਾਰਨਗੇ ਨਹੀਂ ਜ਼ਿੰਦਗੀ 'ਚ। ਫਿਰ ਵੀ ਉਹਨਾਂ ਨੂੰ ਦੇਖ ਕੇ ਸਾਨੂੰ ਐਵੇਂ ਕਿਉਂ ਲੱਗਿਆ, ਇਹ ਫੀਲਿੰਗ ਸਾਨੂੰ ਕਿਉਂ ਆਈ ਡਿਫੀਟ ਹੋਣ ਦੀ, ਉਹਨਾਂ ਦੇ ਹਾਰਨ ਦੀ ਫੀਲਿੰਗ ਸਾਨੂੰ ਕਿਉਂ ਆਈ? ਇਹ ਕੁਐਸਚਨ ਹੈ। ਉਹਨਾਂ ਦੇ ਚਿਹਰਿਆਂ ਤੇ ਇੰਡੋਮਿਟੇਬਲ ਸਪਿਰਿਟ ਸੀ, ਫਿਰ ਵੀ ਐ ਲੱਗਦਾ ਸੀ ਕਿ ਉਹ ਬੰਦੇ ਹਾਰ ਗਏ। ਚਿਹਰੇ ਤੋਂ ਤਾਂ ਲੱਗਦਾ ਨਹੀਂ ਸੀ, ਲੇਕਿਨ ਉਹਨਾਂ ਨੂੰ ਦੇਖ ਕੇ, ਉਹਨਾਂ ਦੀ ਬੋਡੀ ਲੈਂਗੁਏਜ ਨੂੰ ਦੇਖ ਕੇ ਲੱਗਦਾ ਸੀਗਾ ਕਿ ਉਹ ਹਾਰ ਗਏ। ਅਜਿਹਾ ਕਿਉਂ ਹੈ? ਇਹ ਸੈਕਿੰਡ ਕੁਐਸਚਨ ਹੈ। ਫਿਰ ਹੈ ਜੀ ਕਿ ਵਟ ਵਰ ਦਾ ਬਿਲੀਵਸ ਐਂਡ ਇਨ ਵਟ ਸੈਂਸ ਵਰ ਦੇ ਇਰੋਡਿਡ ਬਾय ਦ सन। ਤਾਂ ਦੂਸਰੀ ਲਾਈਨ ਹੈ ਜੀ ਇਸੇ ਪੈਰੇ ਦੀ, ਜਿਸ 'ਚ ਇਹ ਆਇਆ ਕਿ ਜਿਹੜੇ ਵਿਲੇਜਸ ਉੱਥੇ ਰਹਿ ਗਏ ਸੀ, ਉਹਨਾਂ ਦੀ ਜਿਹੜੀ ਬਿਲੀਫ ਸੀਗੀ ਉਸ ਨੂੰ सन ਨੇ ਡਿਸਟਰੋਏ ਕਰਤਾ ਸੀ, ਇਰੋਡ ਕਰਤਾ ਸੀ। ਇਰੋਡ ਦਾ ਮਤਲਬ ਇੱਥੇ ਹੁੰਦਾ ਬੱਚਿਓ ਡਿਸਟਰੋਏ, ਨਸ਼ਟ ਕਰਨਾ। ਤਾਂ ਕੁਐਸਚਨ ਇਹਦੇ ਬਾਰੇ ਹੀ ਹੈ ਕਿ ਇਹਨਾਂ ਲੋਕਾਂ ਦੀ ਬਿਲੀਫ ਕਿਹੜੀ ਸੀਗੀ? ਬਿਲੀਫ ਦਾ ਮਤਲਬ ਕੀ ਹੁੰਦਾ ਜੀ? ਵਿਸ਼ਵਾਸ। ਕਿ ਇਹਨਾਂ ਲੋਕਾਂ ਦਾ ਵਿਸ਼ਵਾਸ ਕੀ ਸੀ, ਅਤੇ ਇਹ ਵਿਸ਼ਵਾਸ सन ਦੁਆਰਾ ਇਰੋਡ ਕਿਉਂ ਹੋ ਗਿਆ, ਡਿਸਟਰੋਏ ਕਿਉਂ ਹੋ ਗਿਆ? ਇਹ ਕੁਐਸਚਨ ਹੈ ਜੀ ਤੁਹਾਡਾ ਤੀਜਾ। ਫਿਰ ਹੈ ਜੀ ਚੌਥਾ ਕੁਐਸਚਨ ਕਿ ਹਾਊ ਡਜ਼ ਦਾ ਰਾਈਟਰ ਹਾਈਟਨ ਦਾ ਇਫੈਕਟ ਆਫ ਬੈਰਨੈਸ ਐਂਡ ਸੋਲੀਟਿਊਡ ਆਫ ਦਾ ਡੈਜ਼ਰਟਿਡ ਵਿਲੇजेस। ਤਾਂ ਜਿਹੜੇ ਪਿੰਡ ਛੱਡੇ ਜਾ ਚੁੱਕੇ ਸੀ, ਦੇਖੋ ਦੋ ਤਰ੍ਹਾਂ ਦੇ ਪਿੰਡਾਂ ਦਾ ਜ਼ਿਕਰ ਹੋਇਆ ਸੀਗਾ ਸਾਡੇ 6ਵੇਂ ਪੈਰੇ 'ਚ। ਇੱਕ ਤਾਂ ਉਹ ਵਿਲੇਜ ਜਿਹੜੇ ਡੈਜ਼ਰਟਿਡ ਸੀਗੇ,
ਛੱਡੇ ਜਾ ਚੁੱਕੇ ਸੀ। ਦੂਸਰੇ ਸੀ ਕੰਟੇਨਡ ਲਾਈਫ, ਜਿਨ੍ਹਾਂ 'ਚ ਹਜੇ ਵੀ ਜ਼ਿੰਦਗੀ ਚੱਲ ਰਹੀ ਸੀ। ਤਾਂ ਇੱਥੇ ਡੈਜ਼ਰਟਿਡ ਵਿਲੇजेस ਦੇ ਬਾਰੇ ਕੁਐਸਚਨ ਹੈ ਕਿ ਡਿਜ਼ਰਟਿਡ ਵਿਲੇजेस ਨੂੰ ਰਾਈਟਰ ਨੇ ਬੈਰਨੈਸ ਤੇ ਸੋਲੀਟਿਊਡ ਦਾ ਇਫੈਕਟ ਕਿਵੇਂ ਦਿੱਤਾ ਹੈ। ਬੈਰਨੈਸ ਦਾ ਮਤਲਬ ਬੰਜਰ ਨੂੰ ਕਿਹਾ ਜਾਂਦਾ ਹੈ, ਬੰਜਰਪਨ ਨੂੰ, ਜਿਹੜੀ ਚੀਜ਼ ਬੰਜਰ ਹੋ ਜੇ। ਸੋਲੀਟਿਊਡ ਦਾ ਮਤਲਬ ਹੁੰਦਾ ਬੇਟਾ ਇਕੱਲਪਣੇ ਨੂੰ ਕਿਹਾ ਜਾਂਦਾ ਹੈ। ਤਾਂ ਇਹ ਜਿਹੜੇ ਦੋ ਸ਼ਬਦ ਯੂਜ਼ ਕਰੇ ਰਾਈਟਰ ਨੇ, ਬੈਰਨੈਸ ਤੇ ਸੋਲੀਟਿਊਡ, ਇਸ ਨੂੰ ਰਾਈਟਰ ਨੇ ਕਿਵੇਂ ਦੱਸਿਆ, ਕਿਵੇਂ ਸ਼ੋਅ ਕੀਤਾ ਹੈ ਇਹਨਾਂ ਡੈਜ਼ਰਟਿਡ ਵਿਲੇजेस ਬਾਰੇ, ਜਿਹੜੇ ਪਿੰਡ ਛੱਡੇ ਜਾ ਚੁੱਕੇ ਸੀ ਲੋਕਾਂ ਦੁਆਰਾ। ਤੇ ਲਾਸਟ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰ 'ਚ ਆਇਆ ਹੋਇਆ ਇਹ ਕਿ ਵਾਈ ਜੈਸਲਮੇਰ ਸੀਮਡ ਲੌਕਡ ਇਨ ਅ ਡ੍ਰੀਮ ਆਫ ਡਿਫੀਟ ਟੂ ਦ ਰਾਈਟਰ। ਤਾਂ ਬਿਲਕੁਲ ਪਹਿਲੇ ਦੀ ਲਾਸਟ ਲਾਈਨ ਹੈ ਜੀ, ਇਹ ਸੀਮਡ ਲੌਕਡ ਇਨ ਅ ਡ੍ਰੀਮ ਆਫ ਡਿਫੀਟ ਐਕਸਪ੍ਰੈਸ਼ਨ ਰਾਈਟਰ ਨੇ ਯੂਜ਼ ਕੀਤਾ ਹੈ। ਕਿਉਂ ਜੈਸਲਮੇਰ ਨੂੰ ਐਵੇਂ ਕਿਹਾ ਗਿਆ? ਆ ਜਿਹੜੇ ਕੋਟਸ ਦੇ ਵਿੱਚ ਵਰਡਸ ਪਾਏ ਹੋਏ ਨਾ, ਸੀਮਡ ਲੌਕਡ ਇਨ ਅ ਡ੍ਰੀਮ ਆਫ ਡਿਫੀਟ, ਇਹ ਜੈਸਲਮੇਰ ਦੇ ਲਈ ਹੀ ਯੂਜ਼ ਹੋਏ ਨੇ। ਤਾਂ ਜੈਸਲਮੇਰ ਦੇ ਲਈ ਇਹ ਵਰਡ ਕਿਉਂ ਯੂਜ਼ ਹੋਏ ਹੈ, ਰਾਈਟਰ ਨੇ ਵਰਡ ਕਿਉਂ ਯੂਜ਼ ਕੀਤੇ? ਤਾਂ ਆਨਸਰ ਹੈ ਜੀ ਕਿ ਦਾ ਥਾਰ ਡੈਜ਼ਰਟ ਇਜ਼ ਅ ਵਾਸਟ ਸੀ ਆਫ ਸੈਂਡ। ਤਾਂ ਜਿਹੜਾ ਥਾਰ ਮਾਰੂਥਲ ਹੈ ਬੱਚਿਓ, ਉਹੀ ਇੱਕ ਬਹੁਤ ਵੱਡਾ, ਵਾਸਟ ਦਾ ਮਤਲਬ ਹੁੰਦਾ ਵੈਰੀ ਬਿਗ, ਮੈਸਿਵ ਵੀ ਲਿਖ ਸਕਦੇ ਹੋ ਇੱਥੇ। ਸੀ ਆਫ ਸੈਂਡ ਦਾ ਮਤਲਬ ਰੇਤ ਦਾ ਇੱਕ ਸਮੁੰਦਰ ਨਜ਼ਰ ਆਉਂਦਾ ਹੈ, ਸੀ ਆਫ ਸੈਂਡ। The city of Jaisalmer has many temples, tombs and forts which are built of stones. ਹੁਣ ਜੇ ਤੁਸੀਂ ਜੈਸਲਮੇਰ ਸਿਟੀ ਜਾਓ ਬੱਚਿਓ, ਤਾਂ ਉੱਥੇ ਤੁਹਾਨੂੰ ਬਹੁਤ ਸਾਰੇ ਟੈਂਪਲਸ ਮਿਲਦੇ ਹੈ, ਮੰਦਰ ਮਿਲਦੇ ਹੈ, ਟੂਮਸ ਕਬਰਾਂ ਮਿਲਦੀਆਂ ਹੈ ਅਤੇ ਕਿਲੇ ਮਿਲਦੇ ਹੈ ਜਿਹੜੇ ਕਿ ਪੱਥਰ ਤੋਂ ਬਣੇ ਹੋਏ ਹੈ। ਸੋ ਦ ਸਿਟੀ ਲੁਕਸ ਲਾਈਕ ਐਨ ਆਈਲੈਂਡ ਇਨ ਦ ਸੈਂਡ। ਇਸ ਕਰਕੇ ਇਹ ਜਿਹੜਾ ਸ਼ਹਿਰ ਹੈ, ਇਹ ਸੈਂਡ ਦੇ ਵਿੱਚ ਇੱਕ ਟਾਪੂ ਦੇ ਵਰਗਾ ਬਣਿਆ ਹੋਇਆ ਨਜ਼ਰ ਆਉਂਦਾ ਹੈ। ਹੁਣ ਤੁਸੀਂ ਬੱਚਿਓ ਇਮੇਜਿਨ ਕਰੋ ਕਿ ਆਲੇ ਦੁਆਲੇ ਤਾਂ ਦੇਖੋ ਥਾਰ ਮਾਰੂਥਲ ਹੈ ਜੈਸਲਮੇਰ ਦੇ, ਜਿੱਥੇ ਰੇਤ ਹੀ ਰੇਤ ਦਿਖਦੀ ਹੈ, ਜਿਸ ਨੂੰ ਕਿ ਰਾਈਟਰ ਨੇ ਸੀ ਆਫ ਸੈਂਡ ਕਿਹਾ। ਲੇਕਿਨ ਉਸੇ ਰੇਤ ਦੇ ਮਾਰੂਥਲ ਦੇ ਵਿੱਚ ਇੱਕ ਸ਼ਹਿਰ ਬਣਿਆ ਹੋਇਆ, ਜੈਸਲਮੇਰ ਸ਼ਹਿਰ ਬਣਿਆ ਹੋਇਆ, ਜੋ ਕਿ ਜ਼ਿਆਦਾਤਰ ਪੱਥਰਾਂ ਦਾ ਬਣਿਆ ਹੋਇਆ ਹੈ, ਕਿਉਂਕਿ ਉੱਥੇ ਜਿੰਨੇ ਵੀ ਟੂਮਸ ਹੈ, ਟੈਂਪਲਸ ਹੈ ਜਾਂ ਫੋਰਟਸ ਹੈ, ਉਹ ਸਾਰੇ ਪੱਥਰਾਂ ਦੇ ਬਣੇ ਹੋਏ ਹੈ। ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਦੱਸਿਆ ਸੀ ਕਿ ਜੈਸਲਮੇਰ ਦੀ ਸਿਟੀ ਦਾ ਜਿਹੜਾ ਫੋਰਟ ਹੈ, ਉਹ ਇਸ ਤਰ੍ਹਾਂ ਦਾ ਫੋਰਟ ਹੈ ਕਿ ਉੱਥੇ ਹਰ ਤਰ੍ਹਾਂ ਦੇ ਲੋਕ ਰਹੀ ਜਾਂਦੇ ਨੇ। ਉੱਥੇ ਦੁਕਾਨਦਾਰ ਵੀ ਕਿਲੇ ਦੇ ਵਿੱਚ ਨੇ, ਲੋਕੀ ਵੀ ਰਹੀ ਜਾਂਦੇ ਨੇ ਵਿੱਚ ਹੀ ਰਾਜੇ ਦਾ ਮਹਿਲ, ਰਾਣੀ ਦਾ ਮਹਿਲ, ਮਿਊਜ਼ੀਅਮ ਵੀ ਵਿੱਚ ਹੀ ਹੈ, ਬਾਜ਼ਾਰ ਵੀ ਵਿੱਚ ਹੀ ਹੈ। ਉਹ ਸਾਰਾ ਫੋਰਟ ਸਟੋਨ ਦਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਜੈਸਲਮੇਰ ਦੇ ਟੈਂਪਲਸ ਹੈ ਜੀ, ਬੜੇ ਸੋਹਣੇ ਟੈਂਪਲ ਹੈ। ਇੱਕ ਜੈਸਲਮੇਰ ਦੀ ਝੀਲ ਵੀ ਹੈ, ਲੇਕ ਵੀ ਹੈ, ਉਹ ਵੀ ਬੜੀ ਸੋਹਣੀ ਝੀਲ ਹੈ। ਇਸੇ ਤਰ੍ਹਾਂ ਉੱਥੇ ਕਬਰਾਂ ਨੇ, ਟੂਮਸ ਨੇ, ਉਹ ਵੀ ਸਾਰੀਆਂ ਪੱਥਰ ਦੀਆਂ ਬਣੀਆਂ ਹੋਈਆਂ। ਤਾਂ ਸਾਨੂੰ ਐਂ ਲੱਗਦਾ ਹੈ ਕਿ ਇੱਕ ਬਹੁਤ ਵੱਡੇ ਮਾਰੂਥਲ, ਰੇਤ ਦੇ ਮਾਰੂਥਲ ਦੇ ਵਿੱਚ ਇੱਕ ਪੱਥਰ ਦਾ ਬਣਿਆ ਹੋਇਆ ਸ਼ਹਿਰ ਹੈ। ਆਮ ਤੌਰ 'ਤੇ ਆਈਲੈਂਡ ਬੱਚੇ ਉਹ ਕਿਸ ਨੂੰ ਕਿਹਾ ਜਾਂਦਾ ਹੈ? ਆਈਲੈਂਡ ਕਿਹਾ ਜਾਂਦਾ ਹੈ ਟਾਪੂ ਨੂੰ, ਉਹ ਟਾਪੂ ਜੋ ਚਾਰੇ ਪਾਸੇ ਪਾਣੀ ਨਾਲ ਘਿਰਿਆ ਹੋਵੇ। ਲੇਕਿਨ ਇੱਥੇ ਜੈਸਲਮੇਰ ਚਾਰੇ ਪਾਸੇ ਕਿਵੇਂ ਘਿਰਿਆ ਹੋਇਆ? ਇੱਥੇ ਇਹ ਰੇਤ ਦੇ ਨਾਲ ਘਿਰਿਆ ਹੋਇਆ ਇੱਕ ਅਜਿਹਾ ਸ਼ਹਿਰ ਸਾਨੂੰ ਨਜ਼ਰ ਆਉਂਦਾ ਹੈ ਜੋ ਕਿ ਸਟੋਨਸ ਦਾ ਬਣਿਆ ਹੋਇਆ। ਤਾਂ ਸਾਡੇ ਪਹਿਲੇ ਕੁਐਸਚਨ ਦਾ ਆਨਸਰ ਇਹ ਹੋ ਗਿਆ, ਦ ਵਿਲੇजेस ਹੈਵ ਦ ਫੀਲਿੰਗ ਆਫ ਡਿਫੀਟ ਬਿਕੋਜ਼ ਆਫ ਹੀਟ ਐਂਡ ਸ਼ਾਰਟੇਜ ਆਫ ਵਾਟਰ। ਹੁਣ ਸਾਨੂੰ ਵਿਲੇजेस ਨੋ ਡਾਊਟ ਉਹਨਾਂ ਦੇ ਜਿਹੜੇ ਚਿਹਰੇ ਨੇ ਇਨਡੋਮੀਟੇਬਲ ਨਜ਼ਰ ਜ਼ਰੂਰ ਆਉਂਦੇ ਨੇ, ਲੇਕਿਨ ਉਹਨਾਂ ਦੇ ਅੰਦਰ ਫਿਰ ਵੀ ਜਿਹੜੀ ਫੀਲਿੰਗ ਹੈ ਉਹ ਹਾਰ ਵਾਲੀ ਹੈ। ਕਿਉਂਕਿ ਉੱਥੇ ਦੇਖੋ ਹੀਟ ਹੈ, ਗਰਮੀ ਹੈ, ਐਂਡ ਸ਼ਾਰਟੇਜ ਆਫ ਵਾਟਰ ਹੈ, ਅਤੇ ਪਾਣੀ ਦੀ ਕਮੀ ਹੈ। ਸ਼ਾਰਟੇਜ ਦਾ ਮਤਲਬ ਹੋ ਗਿਆ ਕਮੀ। ਹੁਣ ਨਾ ਤਾਂ ਉੱਥੇ ਪਾਣੀ ਹੈ ਤੇ ਗਰਮੀ ਵੀ ਇੰਨੀ ਪੈ ਰਹੀ ਹੈ, ਤਾਂ ਵਿਲੇजेस ਚਾਹੇ ਸਾਨੂੰ ਇਨਡੋਮੀਟੇਬਲ ਫੇਸਿਸ ਵਾਲੇ ਨਜ਼ਰ ਆਉਂਦੇ ਹਨ, ਲੇਕਿਨ ਫਿਰ ਵੀ ਉਹਨਾਂ ਦੀ ਬੋਡੀ ਅਪੀਲ ਤੋਂ ਤਾਂ ਇਹ ਲੱਗਦਾ ਹੈ ਕਿ ਹੁਣ ਉਹ ਹਾਰ ਗਏ, ਮੌਸਮ ਤੋਂ ਹਾਰ ਗਏ। The beliefs were that it was their land and they would not leave it। ਹੁਣ ਕੁਐਸਚਨ ਆਇਆ ਸੀ ਕਿ ਇਹਨਾਂ ਦੀ ਬਿਲੀਫਸ ਕਿਹੜੀਆਂ ਸੀਗੀਆਂ। ਬਿਲੀਫ ਦਾ ਮਤਲਬ ਹੁੰਦਾ ਬੱਚਿਓ ਵਿਸ਼ਵਾਸ, ਕਿ ਉਹਨਾਂ ਦਾ ਵਿਸ਼ਵਾਸ ਕੀ ਸੀ। ਤਾਂ ਵਿਸ਼ਵਾਸ ਰਾਜਸਥਾਨ ਦੇ ਲੋਕਾਂ ਦਾ ਇਹ ਹੈ ਜੀ ਕਿ ਇਟ ਦਾ ਮਤਲਬ ਇੱਥੇ ਥਾਰ ਮਾਰੂਥਲ ਨੂੰ ਹੀ ਕਿਹਾ ਗਿਆ ਹੈ ਕਿ ਇਹ ਉਹਨਾਂ ਦੀ ਭੂਮੀ ਹੈ ਅਤੇ ਉਹ ਇਸ ਨੂੰ ਛੱਡ ਕੇ ਨਹੀਂ ਜਾਣਗੇ। ਜਿੰਨਾ ਮਰਜ਼ੀ ਮੌਸਮ ਖਰਾਬ ਹੋ ਜੇ, ਪਾਣੀ ਦੀ ਕਮੀ ਹੋ ਜੇ, ਉਹਨਾਂ ਨੇ ਇਹ ਧਾਰ ਰੱਖਿਆ ਸੀ ਵੀ ਆਪਾਂ ਇੱਥੋਂ ਛੱਡ ਕੇ ਨਹੀਂ ਜਾਣਾ। ਦੇਖੋ ਕਈ ਤਾਂ ਛੱਡ ਕੇ ਚਲੇ ਗਏ ਸੀ, ਨਾਰਥ ਤੋਂ ਸਾਊਥ ਵੱਲ ਜਾ ਰਹੇ ਸੀ, ਆਪਾਂ ਪਿਛਲੇ ਕੁਐਸਚਨਸ ਦੇ ਵਿੱਚ ਦੇਖਿਆ, ਲੇਕਿਨ ਕੁਝ ਰਹਿ ਗਏ ਸੀ। ਉਹਨਾਂ ਦੀ ਉਹ ਗੱਲ ਹੋ ਰਹੀ ਹੈ, ਉਹਨਾਂ ਨੇ ਇਹ ਵਿਸ਼ਵਾਸ ਬਣਾ ਰੱਖਿਆ ਸੀ, ਇਹ ਬਿਲੀਫ ਬਣਾ ਰੱਖੀ ਸੀ ਕਿ ਆਪਾਂ ਛੱਡ ਕੇ ਨਹੀਂ ਜਾਣਾ। ਬਟ ਦਿਸ ਬਿਲੀਫ ਵਾਜ਼ ਇਰੋਡਿਡ ਬਿਕੋਜ਼ ਦੇਅਰ ਵਾਜ਼ ਨੋ ਵਾਟਰ ਔਰ ਗ੍ਰਾਸ। ਪਰੰਤੂ ਇਹ ਜਿਹੜੀ ਬਿਲੀਫ ਸੀ, ਇਹ ਵਿਸ਼ਵਾਸ, ਕਿਹੜਾ ਵਿਸ਼ਵਾਸ? ਕਿ ਇਟ ਵਾਜ਼ ਦੇਅਰ ਲੈਂਡ ਐਂਡ ਦੇ ਵੁੱਡ ਨੋਟ ਲੀਵ ਇਟ। ਇਹ ਵਾਲਾ ਜਿਹੜਾ ਵਿਸ਼ਵਾਸ ਸੀ ਇਹ ਇਰੋਡ ਹੋ ਗਿਆ ਸੀ। ਇਰੋਡ ਦਾ ਮਤਲਬ ਹੁੰਦਾ ਬੱਚਿਓ ਡਿਸਟਰੋਏ, ਨਸ਼ਟ ਹੋ ਗਿਆ ਸੀ, ਖਤਮ ਹੋ ਗਿਆ ਸੀ, ਕਿਉਂਕਿ ਹੁਣ ਉੱਥੇ ਕੋਈ ਪਾਣੀ ਨਹੀਂ ਸੀ, ਕੋਈ ਗ੍ਰਾਸ ਨਹੀਂ ਸੀ, ਕੋਈ ਘਾਹ ਨਹੀਂ ਸੀ। ਪਸ਼ੂਆਂ ਨੂੰ ਘਾਹ ਚਾਹੀਦਾ, ਇਹਨਾਂ ਨੂੰ ਪਾਣੀ ਚਾਹੀਦਾ, ਦੋਨੇ ਚੀਜ਼ਾਂ ਉੱਥੇ ਖਤਮ ਹੈ। ਤਾਂ ਹੁਣ ਇਹਨਾਂ ਦੀ ਵਿਸ਼ਵਾਸ ਵੀ ਇਹ ਖਤਮ ਹੁੰਦਾ ਜਾ ਰਿਹਾ ਸੀ। ਤਾਂ ਇੱਕ ਕੁਐਸਚਨ ਬੱਚਿਓ ਇਹ ਵੀ ਸੀ ਕਿ ਰਾਈਟਰ ਨੇ ਜਿਹੜੇ ਡੈਜ਼ਰਟਿਡ ਵਿਲੇजेस ਹੈ, ਡੈਜ਼ਰਟਿਡ ਵਿਲੇजेस ਦਾ ਮਤਲਬ ਜਿਹੜੇ ਛੱਡੇ ਹੋਏ ਪਿੰਡ ਨੇ, ਜਿਨ੍ਹਾਂ ਨੂੰ ਲੋਕ ਛੱਡ ਕੇ ਜਾ ਚੁੱਕੇ ਨੇ, ਉਹਨਾਂ ਦੀ ਬੈਰਨੈਸ ਤੇ ਸੋਲੀਟਿਊਡ ਦਾ ਅਸਰ ਕਿਵੇਂ ਬਿਆਨ ਕੀਤਾ। ਉੱਤਰ ਅਸੀਂ ਇਹ ਲਿਖ ਰਹੇ ਹਾਂ ਕਿ ਹੁਣੇ ਜਿਹੜੇ
ਵਿਲੇजेस ਨੇ ਉਹਨਾਂ ਨੂੰ ਇਸ ਨੇ ਦੇ ਕਿਹਾ ਦੇ ਲੁੱਕ ਲਾਈਕ ਦਾ ਸਰਵਾਈਵਰਸ ਆਫ ਦਾ ਸ਼ਿਪਰੈਕ। ਹੁਣ ਇੱਥੇ ਦੇ ਦਾ ਮਤਲਬ ਰਾਜਸਥਾਨ ਦੇ ਲੋਕਾਂ ਤੋਂ ਹੈ, ਉਹ ਵਾਲੇ ਲੋਕ ਜਿਹੜੇ ਉੱਥੇ ਰਹਿ ਗਏ ਜਿਨ੍ਹਾਂ ਦੀ ਬਿਲੀਵ ਖਤਮ ਹੋ ਗਈ, ਹਾਲਾਂਕਿ ਉਹਨਾਂ ਦੇ ਚਿਹਰੇ ਇੰਡੋਮੀਟੇਬਲ ਨਜ਼ਰ ਆਉਂਦੇ ਨੇ। ਹੁਣ ਇਹ ਸਾਨੂੰ ਇੱਕ ਸ਼ਿਪਰੈਕ ਦੇ ਸਰਵਾਈਵਰ ਦੀ ਤਰ੍ਹਾਂ ਨਜ਼ਰ ਆਉਂਦੇ ਨੇ। ਸ਼ਿਪਰੈਕ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੱਚਿਓ ਕਿ ਇੱਕ ਅਜਿਹਾ ਸ਼ਿਪ ਜੋ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜੇ, ਤਾਂ ਸ਼ਿਪ 'ਚ ਬਹੁਤ ਸਾਰੇ ਇਨਸਾਨ ਹੁੰਦੇ ਨੇ ਜੋ ਜਾ ਰਹੇ ਹੁੰਦੇ ਨੇ ਸ਼ਿਪ ਦੇ ਨਾਲ, ਤਾਂ ਕੁਝ ਇਨਸਾਨ ਬਚ ਜਾਂਦੇ ਨੇ, ਉਹਨਾਂ ਨੂੰ ਸਰਵਾਈਵਰਸ ਕਿਹਾ ਗਿਆ। ਤਾਂ ਜਿਹੜੇ ਬਚ ਗਏ ਤਾਂ ਇੱਥੇ ਸ਼ਿਪਰੈਕ ਦੇ ਸਰਵਾਈਵਰਸ ਦੀ ਤਰ੍ਹਾਂ ਇਹ ਇਨਸਾਨ ਨਜ਼ਰ ਆ ਰਹੇ ਨੇ। ਹੁਣ ਇੱਥੇ ਸ਼ਿਪਰੈਕ ਦਾ ਮਤਲਬ ਕੀ ਹੈ? ਤਾਂ ਸ਼ਿਪਰੈਕ ਇੱਥੇ ਆਹੀ ਹੈ ਜਿਹੜਾ ਥਾਰ ਮਾਰੂਥਲ 'ਚ ਗਰਮੀ ਪੈ ਰਹੀ ਹੈ, ਮੌਸਮ ਦੀ ਮਾਰ ਹੈ, ਇੱਕ ਤਰ੍ਹਾਂ ਦਾ ਉਹਨਾਂ ਦੇ ਲਈ ਸ਼ਿਪਰੈਕ ਹੈ, ਲੇਕਿਨ ਫਿਰ ਵੀ ਉਹ ਬਚ ਗਏ। ਉਹ ਜਿਹੜੇ ਲੋਕ ਜਿਨ੍ਹਾਂ ਦੇ ਲਈ ਇਹ ਐਕਸਪ੍ਰੈਸ਼ਨ ਯੂਜ਼ ਹੋਏ ਹੈ ਉਹ ਬਚ ਗਏ, ਇਸੇ ਕਰਕੇ ਉਸ ਨੂੰ ਸ਼ਿਪਰੈਕ ਦੇ ਸਰਵਾਈਵਰਸ ਦੀ ਤਰ੍ਹਾਂ ਨਜ਼ਰ ਆ ਰਹੇ ਨੇ। देयर वॉज नथिंग बट एम्प्टी डेजर्ट। ਤਾਂ ਇੱਕ ਹੋਰ ਚੀਜ਼ ਰਾਈਟਰ ਨੇ ਇਫੈਕਟ ਪਾਉਣ ਦੇ ਲਈ ਇਸ ਪੈਰੇ ਦੇ ਵਿੱਚ ਯੂਜ਼ ਕੀਤੀ ਹੈ, ਉਹ ਇਹ ਹੈ ਕਿ ਕੁਛ ਨਹੀਂ ਸੀ, ਸਿਰਫ ਐਮਪਟੀ ਡੈਜ਼ਰਟ ਸੀ। देयर वर ਵਲਚਰਸ, ਸਕੋਰਪੀਅਨਸ ਐਂਡ ਐਂਟੀਲੋਪਸ। ਤਾਂ ਉੱਥੇ ਕੁਛ ਇਨਸਾਨ ਸੀ, ਲੇਕਿਨ ਇਨਸਾਨ ਤੋਂ ਜ਼ਿਆਦਾ ਉੱਥੇ ਵਲਚਰ ਸੀਗੇ। ਵਲਚਰ ਦਾ ਮਤਲਬ ਹੁੰਦਾ ਬੱਚੇ ਉਹ ਗਿੱਧ, ਸਕੋਰਪੀਅਨ ਸੀ ਜਿਸ ਨੂੰ ਅਸੀਂ ਬਿੱਛੂ ਕਹਿੰਦੇ ਹਾਂ, ਅਤੇ ਐਂਟੀਲੋਪਸ ਜਿਨ੍ਹਾਂ ਨੂੰ ਅਸੀਂ ਬਾਰਾਸਿੰਗਾ ਜਾਂ ਹਿਰਨ ਕਹਿੰਦੇ ਹਾਂ। ਤਾਂ ਇਹ ਉੱਥੇ ਸਾਨੂੰ ਕਦੇ ਕਦੇ ਨਜ਼ਰ ਆਉਂਦੇ ਸੀ। ਹੁਣ ਲਾਸਟ क्वेश्चन है जी कि सिटी ऑफ जैसलमेर हारी हुई क्यों नजर आ रही है? तो इस करके नजर आ रही है बिकॉज द सिटी ऑफ जैसलमेर लुक्ड लाइक डिफीटेड बाय द ब्लेजिंग सन एंड द ग्रेट थार डेजर्ट। तो दो कारणों करके सानू सिटी ऑफ जैसलमेर डिफीटेड हारी हुई नजर आ रही है। ਉਹਦੇ दो कारण है जी। एक कारण तो ब्लेजिंग सन है। ब्लेजिंग सन मतलब जो पूरी तपश नाल सन पै रहा है, सूरज पूरी तपश नाल पूरे जोबन ਤੇ ਪੈ ਰਿਹਾ ਹੈ, ਤਾਂ ਉਸ ਨੂੰ ਅਸੀਂ ਬਲੇਜ਼ਿੰਗ ਸਨ ਕਹਿੰਦੇ ਹਾਂ। ਦੂਸਰਾ ਜਿਹੜਾ ਆਲੇ ਦੁਆਲੇ ਗ੍ਰੇਟ ਥਾਰ ਡੈਜ਼ਰਟ ਸਾਨੂੰ ਨਜ਼ਰ ਆਉਂਦਾ ਹੈ, ਥਾਰ ਮਾਰੂਥਲ ਨਜ਼ਰ ਆਉਂਦਾ ਹੈ, ਇਹਨਾਂ ਦੋਨਾਂ ਦੇ ਕਰਕੇ ਸਾਨੂੰ ਸਿਟੀ ਆਫ ਜੈਸਲਮੇਰ ਡਿਫੀਟਿਡ ਨਜ਼ਰ ਆਉਂਦੀ ਹੈ। 8th ਕੁਐਸਚਨ ਹੈ ਜੀ ਸਾਡਾ, ਵਿਚ ਹਿਊਮਨ ਸਿਟੀ ਡਸ ਡੌਮ ਮੋਰੇਜ਼ ਰੈਫਰ ਟੂ ਇਨ ਦਿਸ ਚੈਪਟਰ। ਤਾਂ 8th ਪੈਰੇ ਦੇ ਵਿੱਚ ਤੁਹਾਨੂੰ ਯਾਦ ਹੋਣਾ ਇਸ ਦਾ ਆਪਾਂ ਹੈਡਿੰਗ ਬਣਾਇਆ ਸੀ ਵਲਚਰ ਦਾ ਡੈਜ਼ਰਟ ਪੈਟਰੀਆਰਕ, ਜਿਸ ਦੇ ਵਿੱਚੋਂ ਵਲਚਰ ਦੀ ਗਿੱਧ ਦੀ ਗੱਲ ਆਈ ਸੀ ਜਿਹੜਾ ਕਿ ਇੱਕ ਹੱਡੀਆਂ ਦੇ ਢੇਰ ਤੇ ਬੈਠਾ ਹੈ ਤੇ ਬੜਾ ਡਰਾਉਣਾ ਲੱਗ ਰਿਹਾ ਹੈ। ਉਸ ਪੈਰੇ ਦੇ ਵਿੱਚ ਇੱਕ ਹਿਊਮਨ ਸਿਟੀ ਦਾ ਐਕਸਪ੍ਰੈਸ਼ਨ ਆਇਆ ਸੀ, ਇਹ ਬਿਲਕੁਲ ਮਿਡਲ ਜੇ ਚ ਆਇਆ ਸੀ। ਮੈਂ ਲਾਈਨ ਪੜ੍ਹ ਦਿੰਦਾ, ਹਿਊਮਨ ਸਿਟੀ ਕਿੱਥੇ ਆਈ ਸੀ। ਇਟ ਡਿਡ ਨੋਟ ਨੋ ਔਰ ਕੇਅਰ ਅਬਾਊਟ ਡ੍ਰੀਮਸ ਔਰ ਡੈਸਟੀਨੇਸ਼ਨਸ ਆਫ ਦਾ ਫਾਊਂਡਿੰਗ ਆਫ ਅ ਹਿਊਮਨ ਸਿਟੀ ਇਨ ਦਾ ਡੈਜ਼ਰਟ। ਇਸ ਲਾਈਨ ਦੇ ਵਿੱਚ ਇੱਕ ਹਿਊਮਨ ਸਿਟੀ ਦਾ ਜ਼ਿਕਰ ਹੋਇਆ। ਉਸੇ ਹਿਊਮਨ ਸਿਟੀ ਦੇ ਬਾਰੇ ਡੌਮ ਮੋਰੇਜ਼ ਨੇ ਪੁੱਛਿਆ ਉਸ ਰਾਈਟਰ ਦਾ ਇਸ ਹਿਊਮਨ ਸਿਟੀ ਦਾ ਕੀ ਮਤਲਬ ਹੈ, ਕਿਹੜੀ ਸਿਟੀ ਦੀ ਗੱਲ ਕਰ ਰਿਹਾ ਹੈ ਹਿਊਮਨ ਸਿਟੀ ਦੀ। ਪਹਿਲਾ ਕੁਐਸਚਨ ਇਹ ਹੈ, ਵੇਅਰ ਡੂ ਯੂ ਯੂਜ਼ਲੀ ਫਾਈਂਡ ਵਲਚਰਸ। ਤੁਹਾਨੂੰ ਆਮ ਤੌਰ ਤੇ ਵਲਚਰਸ ਵੈਸੇ ਕਿੱਥੇ ਦਿਖਦੇ ਨੇ? ਯੂਜ਼ਲੀ ਅਕਸਰ ਕਿੱਥੇ ਦਿਖਦੇ ਨੇ? ਵਾਈ ਡਿਡ ਦਾ ਵਲਚਰ ਸਡਨਲੀ ਲੁੱਕ ਟੈਰੀਬਲ ਐਂਡ ਸਿੰਬੋਲਿਕ ਟੂ ਦਾ ਰਾਈਟਰ। ਪੈਰੇ ਦੇ ਐਂਡ ਜੇ ਚ ਰਾਈਟਰ ਨੂੰ ਜਿਹੜਾ ਵਲਚਰ ਹੈ ਜੋ ਕਿ ਅਨਆਇਡੈਂਟੀਫਾਈਏਬਲ ਹੀਪ ਆਫ ਬੋਨਸ ਤੇ ਬੈਠਾ ਹੈ, ਉਹ ਉਸ ਨੂੰ ਸਿੰਬੋਲਿਕ ਵੀ ਲੱਗਦਾ ਹੈ ਤੇ ਟੈਰੀਬਲ ਵੀ ਲੱਗਦਾ ਹੈ। ਤਾਂ ਟੈਰੀਬਲ ਐਂਡ ਸਿੰਬੋਲਿਕ ਜਿਹੜਾ ਸ਼ਬਦ ਹੈ, ਇਹ ਐਕਸਪ੍ਰੈਸ਼ਨ ਇਹ ਵੀ ਤੁਹਾਡੇ ਚੈਪਟਰ ਚੋਂ ਪੈਰੇ ਚੋਂ ਆਇਆ ਹੋਇਆ ਹੈ। ਤਾਂ ਕਿਉਂ ਲੱਗਿਆ ਰਾਈਟਰ ਨੂੰ ਐਵੇਂ, ਇਹਦਾ ਆਨਸਰ ਦੇਣਾ ਹੈ। ਡਸ ਦਾ ਵਰਡ ਆਰਕ ਕਨਵੇ ਅ ਡਬਲ ਮੀਨਿੰਗ ਟੂ ਯੂ? ਵਟ ਕੀ ਜਿਹੜਾ ਆਰਕ ਸ਼ਬਦ ਹੈ, ਆਰਕ ਸ਼ਬਦ ਬਿਲਕੁਲ ਲਾਸਟ ਆਇਆ ਹੈ ਇਸੇ ਪੈਰੇ ਦੇ। ਇਟ ਸਪਰੈਡ ਇਟਸ ਇਮੈਂਸ ਐਂਡ ਰੀਕਿੰਗ ਵਿੰਗ exclaimed laconically arc and flew away। ਆਰਕ ਸ਼ਬਦ ਆਇਆ ਦੇਖ, ਉਹ ਜਿਹੜਾ ਆਰਕ ਸ਼ਬਦ ਹੈ ਉਹ ਤੁਹਾਨੂੰ ਡਬਲ ਮੀਨਿੰਗ ਦਿੰਦਾ ਹੈ। ਇਹ ਕੁਐਸਚਨ ਪੁੱਛ ਰਿਹਾ ਹੈ, ਉਹਦੇ ਦੋ ਮਤਲਬ ਤੁਹਾਨੂੰ ਲੱਗ ਰਹੇ ਨੇ ਕਿ ਦੋ ਮਤਲਬ ਹੈ, ਡਬਲ ਮੀਨਿੰਗ ਹੈ ਉਸਦਾ, ਜੇ ਹੈ ਤਾਂ ਕਿਹੜਾ? ਵਟ। ਇਹ ਸਾਰੇ ਕੁਐਸਚਨ ਬੇਟਾ 8ਵੇਂ ਪੈਰਾਗ੍ਰਾਫ ਚੋਂ ਪੁੱਛੇ ਗਏ ਨੇ। ਤਾਂ ਬੱਚਿਓ ਜਿਹੜਾ ਸਾਡਾ 8th ਪੈਰਾਗ੍ਰਾਫ ਸੀ ਉਸ ਨੂੰ ਆਪਾਂ ਹੈਡਿੰਗ ਦਿੱਤਾ ਸੀ ਵਲਚਰ ਦਾ ਡੈਜ਼ਰਟ ਪੈਟਰੀਆਰਕ। ਤਾਂ ਉਸੇ ਚੋਂ ਆਪਾਂ ਬੱਚਿਓ ਆਨਸਰ ਬਣਾਇਆ। ਤਾਂ ਆਨਸਰ ਹੈ ਜੀ ਕਿ ਦਾ ਹਿਊਮਨ ਸਿਟੀ ਇਜ਼ ਦਾ ਸਿਟੀ ਆਫ ਜੈਸਲਮੇਰ। ਜਿਹੜੀ ਹਿਊਮਨ ਸਿਟੀ ਇਸ ਪੈਰੇ ਦੇ ਵਿੱਚ ਜਿਸ ਦਾ ਜ਼ਿਕਰ ਹੋਇਆ ਹੈ ਉਹ ਸਿਟੀ ਆਫ ਜੈਸਲਮੇਰ ਤੋਂ। ਤਾਂ ਪਹਿਲੇ ਕੁਐਸਚਨ ਦਾ ਆਨਸਰ ਤਾਂ ਇਹ ਹੋ ਗਿਆ। ਅੱਛਾ, ਇਹ ਵਾਲਾ ਕੁਐਸਚਨ ਬੱਚਿਓ ਤੁਹਾਨੂੰ ਮਲਟੀਪਲ ਚੁਆਇਸ ਕੁਐਸਚਨ 'ਚ ਆ ਸਕਦਾ ਹੈ ਕਿ ਹਿਊਮਨ ਸਿਟੀ ਦਾ ਕੀ ਮਤਲਬ ਹੈ। ਤਾਂ 4 ਆਨਸਰ ਦਿੱਤੇ ਜਾ ਸਕਦੇ ਨੇ, ਤੁਸੀਂ ਜੈਸਲਮੇਰ ਤੇ ਟਿਕ ਲਾ ਕੇ ਆਉਣਾ ਹੈ। ਵੀ ਕੈਨ ਫਾਈਂਡ ਵਲਚਰਸ ਨੀਅਰ ਦਾ ਡੈਡ ਬੋਡੀਜ਼। ਹੁਣ ਕੁਐਸਚਨ ਇਹ ਪੁੱਛਿਆ ਗਿਆ ਕਿ ਵਲਚਰਸ ਆਮ ਤੌਰ ਤੇ ਸਾਨੂੰ ਕਿੱਥੇ ਮਿਲਦੇ ਨੇ। ਵਲਚਰਸ ਜਿਸ ਨੂੰ ਕਿ ਅਸੀਂ ਗਿੱਧ ਕਹਿੰਦੇ ਹਾਂ, ਤਾਂ ਬੱਚਿਓ ਇਹ ਤਾਂ ਸਾਨੂੰ ਡੈਡ ਬੋਡੀਜ਼ ਦੇ ਆਲੇ ਦੁਆਲੇ ਹੀ ਮਿਲਣਗੇ ਕਿਉਂਕਿ ਇਹ ਉਹਨਾਂ ਦੀ ਖੁਰਾਕ ਹੈ। ਤਾਂ ਅਸੀਂ ਇਹਨਾਂ ਨੂੰ ਡੈਡ ਬੋਡੀਜ਼ ਦੇ ਨੇੜੇ ਦੇਖ ਸਕਦੇ ਹਾਂ। ਦਾ ਵਲਚਰ ਲੁੱਕ ਟੈਰੀਬਲ ਐਂਡ ਸਿੰਬੋਲਿਕ। ਤਾਂ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਬੱਚਿਓ, ਪੇਪਰ 'ਚ ਆਉਣ ਵਾਲਾ ਕੁਐਸਚਨ ਹੈ ਕਿ ਵਲਚਰ ਉਸ ਨੂੰ ਟੈਰੀਬਲ ਖਤਰਨਾਕ, ਡਰਾਉਣਾ ਅਤੇ ਸਿੰਬੋਲਿਕ
ਅਤੇ ਕਿਸੇ ਚੀਜ਼ ਦਾ ਚਿੰਨ੍ਹ ਜਾਪਿਆ। ਕਿਉਂ ਜਾਪਿਆ? ਬਿਕੋਜ਼ ਇਟ ਵਾਜ਼ ਸਿਟਿੰਗ ਔਨ ਦਾ ਹੀਪ ਆਫ ਬੋਨਸ। ਤਾਂ ਪਹਿਲੀ ਗੱਲ ਬੱਚਿਓ, ਇਹ ਬੈਠਾ ਕਿੱਥੇ ਸੀ? ਅਸੀਂ ਪੈਰਾ ਪੜ੍ਹਿਆ ਤਾਂ ਇਹ ਇੱਕ ਹੱਡੀਆਂ ਦੇ ਢੇਰ ਤੇ ਬੈਠਾ ਸੀ। ਉਹ ਹੱਡੀਆਂ ਨੂੰ ਰਾਈਟਰ ਨੇ ਅਨਆਇਡੈਂਟੀਫਾਈਏਬਲ ਹੀਪ ਆਫ ਬੋਨਸ ਕਿਹਾ ਸੀ। ਅਨਆਇਡੈਂਟੀਫਾਈਏਬਲ ਦਾ ਮਤਲਬ ਜਿਸ ਦੀ ਕਿ ਪਛਾਣ ਨਹੀਂ ਹੋ ਸਕਦੀ, ਉਹਨੇ ਹੱਡੀਆਂ ਕਿਹਦੀਆਂ ਨੇ, ਕਿਸੇ ਜਾਨਵਰ ਦੀਆਂ ਨੇ, ਇਨਸਾਨ ਦੀਆਂ ਨੇ, ਪਤਾ ਹੀ ਨਹੀਂ ਹੈ। ਤਾਂ ਉਸ ਹੀਪ ਤੇ, ਹੀਪ ਦਾ ਮਤਲਬ ਇੱਥੇ ਢੇਰ ਹੈ ਬੱਚਿਓ, ਤਾਂ ਉਹਨਾਂ ਹੱਡੀਆਂ ਦੇ ਢੇਰ ਤੇ ਉੱਪਰ ਬੈਠਾ ਇਹ। ਇਸ ਕਰਕੇ ਇਸ ਨੂੰ ਇਹ ਇੱਕ ਤਾਂ ਡਰਾਉਣਾ ਲੱਗਿਆ ਅਤੇ ਦੂਜਾ ਸਿੰਬੋਲਿਕ ਲੱਗਿਆ। ਸਿੰਬੋਲਿਕ ਦਾ ਮਤਲਬ ਬੱਚਿਓ ਇਹ ਹੋ ਗਿਆ ਕਿ ਦੇਖੋ, ਜਿੱਥੇ ਸਾਨੂੰ ਗਿੱਧ ਨਜ਼ਰ ਆਊਗਾ ਤਾਂ ਦੈਟ ਮੀਨਸ ਉਹ ਕਿੱਥੇ ਨਜ਼ਰ ਆਊਗਾ? ਜਿੱਥੇ ਕੋਈ ਡੈਡ ਬੋਡੀ ਹੋਊਗੀ ਤਾਂ ਇਹਦਾ ਮਤਲਬ ਕੋਈ ਚੀਜ਼ ਮਰੀ ਹੈ, ਕੋਈ ਚੀਜ਼ ਦੀ ਡੈਥ ਹੋਈ ਹੈ, ਤਾਂ ਹੀ ਗਿੱਧ ਨੀਚੇ ਆਇਆ ਨਾ, ਅਦਰਵਾਈਜ਼ ਤਾਂ ਗਿੱਧ ਨੀਚੇ ਆਉਂਦਾ ਹੀ ਨਹੀਂ ਹੈ, ਉਹ ਤਾਂ ਉੱਪਰ ਹੀ ਫਿਰਦਾ ਰਹਿੰਦਾ ਹੈ। ਇਸ ਕਰਕੇ ਇੱਥੇ ਇਹ ਸਿੰਬਲ ਹੋ ਗਿਆ, ਇੱਕ ਤਰ੍ਹਾਂ ਦਾ ਡੈਥ ਦਾ ਸਿੰਬਲ ਹੋ ਗਿਆ। ਤੇ ਦੂਸਰਾ ਟੈਰੀਬਲ ਤਾਂ ਨਜ਼ਰ ਆ ਹੀ ਰਿਹਾ ਬਿਕੋਜ਼ ਉਹ ਹੱਡੀਆਂ ਦੇ ਢੇਰ ਤੇ ਬੈਠਾ ਹੈ। ਤਾਂ ਆਰਕ ਵਰਡ ਜਿਹੜਾ ਕਿ ਗਿੱਧ ਨੇ ਬੋਲਿਆ ਸੀ, ਵਲਚਰ ਨੇ ਬੋਲਿਆ ਸੀ, ਉਹ ਡਬਲ ਮੀਨਿੰਗ ਹੈ। ਬਿਲਕੁਲ ਹੈ ਜੀ, ਯੈਸ ਦਾ ਵਰਡ ਆਰਕ ਹੈਜ਼ ਦਾ ਡਬਲ ਮੀਨਿੰਗ, ਕਿ ਜਿਹੜਾ ਆਰਕ ਵਰਡ 8ਵੇਂ ਪੈਰੇ ਦੇ ਬਿਲਕੁਲ ਐਂਡ ਦੇ ਵਿੱਚ ਯੂਜ਼ ਹੋਇਆ ਹੈ ਤਾਂ ਉਹ ਬਿਲਕੁਲ ਡਬਲ ਮੀਨਿੰਗ ਹੈ ਜੀ, ਉਸ ਦਾ ਦੋਹਰਾ ਅਰਥ ਹੈ। ਤਾਂ ਪਹਿਲਾ ਅਰਥ ਤਾਂ ਇਹ ਹੈ ਕਿ ਇਟ ਮੀਨਸ ਦਾ ਕਵਰਡ ਵੈਸਲ ਇਨ ਵਿਚ ਨੋਆ ਵਾਸ ਸੇਵਡ ਫਰੋਮ ਦਾ ਗ੍ਰੇਟ ਫਲੱਡ। ਤਾਂ ਮੈਂ ਤੁਹਾਨੂੰ ਬੱਚਿਓ ਇਸ ਪੈਰੇ 'ਚ ਨੋਆ ਦੀ ਕਹਾਣੀ ਸੁਣਾਈ ਸੀ। ਇੱਕ ਮੀਨਿੰਗ ਤਾਂ ਨੋਆ ਦੇ ਉਸ ਕਵਰਡ ਵੈਸਲ ਤੋਂ ਹੈ। ਵੈਸਲ ਦਾ ਮਤਲਬ ਬੱਚਿਓ ਇੱਥੇ ਸ਼ਿਪ ਕਹਿ ਸਕਦੇ ਹੋ, ਕਿਉਂਕਿ ਉਸਨੇ ਇੱਕ ਅਜਿਹਾ ਸ਼ਿਪ ਬਣਾਇਆ ਸੀ ਜੋ ਕਿ ਕਵਰਡ ਸੀਗਾ, ਤਾਂ ਉਹ ਕਵਰਡ ਸ਼ਿਪ ਨੂੰ ਆਪਾਂ ਇੰਗਲਿਸ਼ 'ਚ ਵੈਸਲ ਕਹਿੰਦੇ ਹਾਂ। ਤਾਂ ਉਸਨੇ ਵੈਸਲ ਬਣਾਇਆ ਸੀ ਜਿਸ ਦੇ ਵਿੱਚ ਨੋਆ ਬਚ ਗਿਆ ਸੀ ਫਰੋਮ ਦਾ ਗ੍ਰੇਟ ਫਲੱਡ, ਉਸ ਬਹੁਤ ਹੀ ਵੱਡੇ ਹੜ੍ਹ ਤੋਂ ਉਹ ਬਚ ਗਿਆ ਸੀ। ਤਾਂ ਉਸ ਵੈਸਲ ਦਾ ਨਾਮ ਤੁਹਾਨੂੰ ਯਾਦ ਹੋਣਾ ਬੱਚਿਓ, ਨੋਆ ਨੇ ਆਰਕ ਹੀ ਰੱਖਿਆ ਸੀ। ਤਾਂ ਪਹਿਲਾ ਮਤਲਬ ਤਾਂ ਇਹ ਹੋ ਗਿਆ ਜੀ ਕਿ ਆਰਕ ਦਾ ਮਤਲਬ ਉਸ ਕਵਰਡ ਵੈਸਲ ਤੋਂ ਹੈ ਜੋ ਨੋਆ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਤੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਜੋ ਉਸਨੇ ਬਣਾਇਆ ਸੀ, ਜਿਸ ਦਾ ਨਾਮ ਉਸਨੇ ਆਰਕ ਰੱਖਿਆ ਸੀ। ਤਾਂ ਪਹਿਲਾ ਮੀਨਿੰਗ ਤਾਂ ਬੱਚਿਓ ਇਹ ਹੋ ਗਿਆ। ਦੂਸਰਾ ਮੀਨਿੰਗ ਉਸ ਵਲਚਰ ਦੇ ਲਈ ਹੈ ਜੋ ਕਿ ਉਸ ਹੱਡੀਆਂ ਦੇ ਢੇਰ ਤੇ ਬੈਠਾ ਹੈ। ਤਾਂ ਯਾਦ ਕਰੋ ਬੱਚਿਓ, ਇਸ ਪੈਰੇ ਦੇ ਵਿੱਚ ਜਦੋਂ ਵਲਚਰ ਨੂੰ ਪਤਾ ਲੱਗਦਾ ਹੈ ਕਿ ਮੇਰੇ ਕਿੰਨੀ ਕਾਰ ਦੇ ਵਿੱਚ ਬੈਠੇ ਜ਼ਿੰਦਾ ਇਨਸਾਨ ਆ ਰਹੇ ਨੇ, ਤਾਂ ਫਿਰ ਉਹਨੂੰ ਲੱਗਦਾ ਹੈ ਕਿ ਭਾਈ ਮੈਨੂੰ ਤਾਂ ਮਰੇ ਹੋਏ ਇਨਸਾਨਾਂ ਦੀ ਜ਼ਰੂਰਤ ਹੈ, ਜ਼ਿੰਦਾ ਇਨਸਾਨ ਤਾਂ ਮੈਨੂੰ ਚਾਹੀਦੇ ਨਹੀਂ। ਇਸ ਕਰਕੇ ਉਹਨੂੰ ਲੱਗਿਆ ਹੁਣ ਤਾਂ ਜ਼ਿੰਦਾ ਇਨਸਾਨ ਮੇਰੇ ਕੰਨੀ ਆ ਰਹੇ ਨੇ, ਉਸ ਨੂੰ ਡਰ ਮਹਿਸੂਸ ਹੋਇਆ ਤੇ ਆਪਣੀ ਸੁਰੱਖਿਆ ਦੇ ਲਈ ਉਹ ਭੱਜ ਗਿਆ। ਕੀ ਕਹਿੰਦਾ ਹੋਇਆ? ਆਰਕ। ਤਾਂ ਦੂਸਰਾ ਮੀਨਿੰਗ ਇਹ ਹੋ ਗਿਆ ਕਿ ਇਟ ਆਲਸੋ ਮੀਨਸ ਆਫ ਸੇਫਟੀ, ਇਸ ਦਾ ਮਤਲਬ ਸੁਰੱਖਿਆ ਤੋਂ ਵੀ ਹੈ। ਕਿਉਂਕਿ ਵਲਚਰ ਆਰਕ ਕਿਉਂ ਕਰਦਾ ਹੈ? ਜਦੋਂ ਉਸ ਨੂੰ ਕੋਈ ਡਰ ਮਹਿਸੂਸ ਹੁੰਦਾ ਹੈ, ਜਦੋਂ ਉਸ ਨੂੰ ਕੁਝ ਲੱਗਦਾ ਹੈ ਕਿ ਉਸ ਦੀ ਜਾਨ ਖਤਰੇ 'ਚ ਹੈ, ਉਹ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਫਿਰ ਆਰਕ ਕਰਦਾ ਹੈ। ਤਾਂ ਇਹ ਦੂਸਰਾ ਮੀਨਿੰਗ ਹੋ ਗਿਆ। ਤਾਂ ਸਾਡਾ 9th ਕੁਐਸਚਨ ਹੈ ਜੀ ਕਿ what reminds Dom Moraes of the distant past when the Thar desert was in fact a huge expanse of water। ਕਹਿੰਦੇ ਡੋਮ ਮੋਰੇਜ਼ ਨੂੰ ਪੁਰਾਣੀਆਂ ਉਹ ਕਿਹੜੀਆਂ ਗੱਲਾਂ ਦੀ ਯਾਦ ਆਉਂਦੀ ਹੈ ਜਦੋਂ ਜਿਹੜਾ ਥਾਰ ਡੈਜ਼ਰਟ ਸੀ ਉਹ ਅਸਲ 'ਚ ਇੱਕ ਵੱਡਾ ਹਿਊਜ ਵੈਰੀ ਬਿਗ ਬਹੁਤ ਵੱਡਾ ਐਕਸਪਾਂਸ ਆਫ ਵਾਟਰ ਪਾਣੀ ਦਾ ਫੈਲਾਅ ਸੀ। ਐਕਸਪਾਂਸ ਐਕਸਪੈਂਡ ਸ਼ਬਦ ਤੋਂ ਬਣਦਾ ਬੇਟਾ ਐਕਸਪਾਂਸ। ਐਕਸਪੈਂਡ ਦਾ ਮਤਲਬ ਹੁੰਦਾ ਹੈ ਫੈਲਾਉਣਾ, ਐਕਸਪਾਂਸ ਦਾ ਮਤਲਬ ਫੈਲਾਓ। ਵੀ ਪਾਣੀ ਬਹੁਤ ਜ਼ਿਆਦਾ ਫੈਲਿਆ ਹੋਇਆ ਸੀ ਪੁਰਾਣੇ ਟਾਈਮ ਦੇ ਵਿੱਚ। ਜਿੱਥੇ ਅੱਜ ਰਾਜਸਥਾਨ ਹੈ ਉੱਥੇ ਕਿਸੇ ਸਮੇਂ ਬਹੁਤ ਵੱਡਾ ਸਮੁੰਦਰ ਸੀ। ਕਿਹੜੇ ਉਹ ਸਮੇਂ ਦੀ ਗੱਲ ਕਰ ਰਹੇ ਹੈ ਉਸ ਦੇ ਬਾਰੇ ਪੁੱਛਿਆ ਗਿਆ। ਮਤਲਬ ਕੁਐਸਚਨ ਇਹ ਹੈ ਕਿ ਉਹ ਕਿਹੜੀਆਂ ਚੀਜ਼ਾਂ ਤੋਂ ਉਸ ਨੂੰ ਉਸ ਸਮੇਂ ਦੇ ਬਾਰੇ ਪਤਾ ਲੱਗ ਰਿਹਾ ਹੈ। ਇਹ ਕੁਐਸਚਨ ਹੈ ਕਿ ਜਦੋਂ ਪਾਣੀ ਬਹੁਤ ਜ਼ਿਆਦਾ ਸੀ ਇੱਥੇ ਰਾਜਸਥਾਨ। What evidence do you find in the chapter to believe that the Thar desert was a sea once upon a time? ਤਾਂ ਤੁਹਾਨੂੰ ਕਿਹੜੇ ਐਵੀਡੈਂਸ ਮਿਲਦੇ ਆ? ਐਵੀਡੈਂਸ ਦਾ ਮਤਲਬ ਹੁੰਦਾ ਬੱਚਿਓ ਸਬੂਤ, ਪ੍ਰੂਫ। ਕਿਹੜੇ ਤੁਹਾਨੂੰ ਪ੍ਰੂਫ ਮਿਲਦੇ ਨੇ ਇਸ ਚੈਪਟਰ ਦੇ ਵਿੱਚ ਜਿਸ ਤੋਂ ਕਿ ਪਤਾ ਲੱਗਦਾ ਹੈ ਕਿ ਥਾਰ ਡੈਜ਼ਰਟ ਕਿਸੇ ਸਮੇਂ once upon a time ਕਿਸੇ ਸਮੇਂ ਇੱਕ ਸਮੁੰਦਰ ਹੁੰਦਾ ਸੀ। What parallel do you see between the Thar desert and the lunar landscape? ਤਾਂ ਬੱਚਿਓ ਚੈਪਟਰ ਦੇ 9ਵਾਂ ਪੈਰਾਗ੍ਰਾਫ ਜਿਸ ਨੂੰ ਆਪਾਂ ਕਿ ਹਿਸਟਰੀ ਆਫ ਰਾਜਸਥਾਨ ਕਿਹਾ ਸੀ, ਉਸ ਦੇ ਵਿੱਚ ਰਾਈਟਰ ਨੇ ਥਾਰ ਡੈਜ਼ਰਟ ਨੂੰ ਲਿਊਨਰ ਲੈਂਡਸਕੇਪ ਕਿਹਾ ਹੈ। ਤਾਂ ਇੱਕ ਲਾਈਨ ਆਈ ਹੈ, ਮੈਂ ਪੜ੍ਹ ਕੇ ਸੁਣਾ ਦਿੰਦੇ ਹਾਂ ਕਿ ਇਨ ਦੈਟ ਐਮਟੀ lunar landscape the memory of those waves endures in the shape of frail white seashells marooned in the sand millions of years back by the receding tide। ਤਾਂ ਇਸ ਲਾਈਨ ਦੇ ਵਿੱਚ lunar landscape ਦਾ ਜ਼ਿਕਰ ਹੋਇਆ ਜਿਸ ਦੀ ਕਿ ਕੰਪੈਰੀਜ਼ਨ ਰਾਈਟਰ ਨੇ ਥਾਰ ਡੈਜ਼ਰਟ ਨਾਲ ਕੀਤੀ ਹੈ। ਤਾਂ ਉਸਨੇ ਐਵੇਂ ਕਿਉਂ ਕੀਤਾ? ਕੁਐਸਚਨ ਇਹ ਹੈ ਜੀ, ਡਿਸਕ੍ਰਾਈਬ ਦਾ ਚੇਂਜਿਸ ਰਾਜਸਥਾਨ ਅੰਡਰਵੈਂਟ millions of years ago until the time it assumed the present landscape। ਤਾਂ ਲਾਸਟ ਕੁਐਸਚਨ ਹੈ ਜੀ ਕਿ ਸਾਨੇ ਉਹਨਾਂ ਚੇਂਜਿਸ ਨੂੰ ਡਿਸਕ੍ਰਾਈਬ ਕਰਨਾ ਹੈ, ਵਰਣਨ ਕਰਨਾ ਹੈ ਜੋ ਕਿ ਰਾਜਸਥਾਨ 'ਚ ਹੋਈਆਂ ਮਿਲੀਅਨਸ ਆਫ ਈਅਰਸ ਐਗੋ।
ਮਿਲੀਅਨ ਸਾਲ ਪਹਿਲਾਂ, ਮਿਲੀਅਨ 10 ਲੱਖ ਨੂੰ ਕਿਹਾ ਜਾਂਦਾ ਹੈ, 10 ਲੱਖ ਨੂੰ ਮਿਲੀਅਨ ਕਿਹਾ ਜਾਂਦਾ ਹੈ, ਤਾਂ ਇੰਨੀ ਦੇਰ ਪਹਿਲਾਂ, ਇੰਨੇ ਸਾਲ ਪਹਿਲਾਂ, ਮਿਲੀਅਨ ਸਾਲ ਪਹਿਲਾਂ ਰਾਜਸਥਾਨ 'ਚ ਜੋ ਚੇਂਜਿਸ ਆਈਆਂ, ਜਿਸ ਦੇ ਕਰਕੇ ਅੱਜ ਉਸ ਦਾ ਜੋ ਪ੍ਰੈਜ਼ੈਂਟ ਲੈਂਡਸਕੇਪ ਬਣਿਆ ਹੈ, ਲੈਂਡਸਕੇਪ ਫੇਰ ਸ਼ਬਦ ਆਇਆ ਦੁਆਰਾ, ਜਿਸ ਨੂੰ ਆਪਾਂ ਵਿਊ ਆਫ ਦਾ ਲੈਂਡ ਕਹਿੰਦੇ ਹਾਂ ਬੱਚਿਓ, ਕਿ ਅੱਜ ਦੀ ਜੋ ਰਾਜਸਥਾਨ ਦੀ ਸ਼ੇਪ ਸਾਨੂੰ ਨਜ਼ਰ ਆ ਰਹੀ ਹੈ ਲੈਂਡ ਦੀ, ਲੱਖਾਂ ਸਾਲ ਪਹਿਲਾਂ ਕਿਹੜੀਆਂ ਚੇਂਜਿਸ ਹੋਈਆਂ ਜਿਸ ਦੇ ਨਾਲ ਸਾਨੂੰ ਰਾਜਸਥਾਨ ਦੀ ਅੱਜ ਵਾਲੀ ਲੈਂਡਸਕੇਪ ਨਜ਼ਰ ਆਉਂਦੀ ਹੈ। ਤਾਂ ਇੱਕ ਕੁਐਸਚਨ ਦੇ ਵਿੱਚ ਕਾਫੀ ਸਾਰੇ ਕੁਐਸਚਨ ਨੇ ਜੀ, ਜਿਵੇਂ ਪਹਿਲਾਂ ਵੀ ਆਏ ਨੇ। ਤਾਂ ਜਿਹੜਾ ਸਾਡਾ ਪਹਿਲਾ ਕੁਐਸਚਨ ਹੈ ਉਹ ਤਾਂ ਇਹ ਹੈ ਕਿ ਡੋਮ ਮੋਰੇਜ਼ ਨੂੰ ਥਾਰ ਡੈਜ਼ਰਟ ਦਾ ਜਿਹੜਾ ਡਿਸਟੈਂਟ ਪਾਸਟ ਹੈ, ਕਾਫੀ ਪਿਛਲਾ ਜੋ ਉਹਦਾ ਪਿਛੋਕੜ ਹੈ, ਉਸ ਨੂੰ ਕਿੱਥੋਂ ਰਿਮਾਈਂਡ ਹੁੰਦਾ ਹੈ, ਕਿਵੇਂ ਪਤਾ ਲੱਗਦਾ ਹੈ ਕਿ ਥਾਰ ਡੈਜ਼ਰਟ ਕਿਸੇ ਟਾਈਮ ਆ ਹਿਊਜ ਐਕਸਪਾਂਸ ਆਫ ਵਾਟਰ ਸੀ। ਇਹਦਾ ਅਸੀਂ ਆਨਸਰ ਲਿਖਾਂਗੇ ਜੀ ਕਿ ਰੀਸੈਂਟ ਆਰਕੀਓਲੋਜੀਕਲ ਇੱਥੇ ਡਿਸਕਵਰੀਜ਼ ਪਾਓ ਜੀ, ਗਲਤ ਮੇਰੇ ਤੋਂ ਪੈ ਗਿਆ, DISCOVERIES, ਡਿਸਕਵਰੀ ਹੁੰਦਾ ਨਾ, ਆਰ ਤੋਂ ਬਾਅਦ ਵਾਈ ਪੈਂਦੀ ਹੈ, ਵਾਈ ਕੱਟ ਕੇ IES ਪਾ। ਤਾਂ ਰੀਸੈਂਟ ਆਰਕੀਓਲੋਜੀਕਲ ਡਿਸਕਵਰੀਜ਼ ਰਿਮਾਈਂਡ ਦੀ ਆਥਰ ਆਫ ਦਾ ਡਿਸਟੈਂਟ ਪਾਸਟ ਆਫ ਦਾ ਥਾਰ ਡੈਜ਼ਰਟ। ਤਾਂ ਇਹ ਪੂਰੀ ਲਾਈਨ ਦੇ ਵਿੱਚ ਸਿਰਫ ਦੋ ਚੀਜ਼ਾਂ ਯਾਦ ਕਰਨ ਵਾਲੀਆਂ ਨੇ, ਦੋ ਸ਼ਬਦ ਯਾਦ ਕਰਨ ਵਾਲੇ ਨੇ, ਉਹ ਕੀ ਨੇ? ਰੀਸੈਂਟ ਆਰਕੀਓਲੋਜੀਕਲ ਡਿਸਕਵਰੀਜ਼, ਬਸ। ਬਾਕੀ ਸਾਰਾ ਕੁਐਸਚਨ ਜੋ ਹੀ ਚੱਕਿਆ ਹੋਇਆ ਕਿ ਥਾਰ ਡੈਜ਼ਰਟ ਦਾ ਡਿਸਟੈਂਟ ਪਾਸਟ ਆਥਰ ਨੂੰ ਕਿਵੇਂ ਰਿਮਾਈਂਡ ਹੁੰਦਾ ਹੈ? ਅਜੋਕੀਆਂ ਪੁਰਾਤੱਤਵ ਵਿਭਾਗ ਦੀਆਂ ਖੋਜਾਂ ਨਾਲ। ਮੈਂ ਤੁਹਾਨੂੰ ਦੱਸਿਆ ਸੀ ਕਿ ਆਰਕੀਓਲੋਜੀਕਲ ਦਾ ਮਤਲਬ ਹੁੰਦਾ ਬੇਟਾ ਸਟੱਡੀ ਆਫ ਰੈਲਿਕਸ ਜਾਂ ਐਂਟੀਕੁਇਟੀਜ਼, ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ 'ਚ ਆਪਾਂ ਇਹਨੂੰ ਪੁਰਾਤੱਤਵ ਵਿਭਾਗ ਕਹਿੰਦੇ ਆ। ਪੁਰਾਣੀਆਂ ਚੀਜ਼ਾਂ ਦੀ ਜੋ ਖੋਜਬੀਨ ਕਰਦਾ ਜਿਹੜਾ ਡਿਪਾਰਟਮੈਂਟ, ਉਹਨੂੰ ਆਪਾਂ ਆਰਕੀਓਲੋਜੀਕਲ ਡਿਪਾਰਟਮੈਂਟ ਕਹਿੰਦੇ ਆ, ਤੇ ਇਸ ਸਟੱਡੀ ਨੂੰ ਆਪਾਂ ਆਰਕੀਓਲੋਜੀ ਕਹਿੰਦੇ ਆ। ਆਰਕੀਓਲੋਜੀ ਇਜ਼ ਦਾ ਸਟੱਡੀ ਆਫ ਰੈਲਿਕਸ ਔਰ ਐਂਟੀਕੁਇਟੀਜ਼ ਐਂਡ ਆਰਕੀਓਲੋਜੀਕਲ ਇਜ਼ ਦਾ ਐਡਜੈਕਟਿਵ ਆਫ ਆਰਕੀਓਲੋਜੀ। ਰੀਸੈਂਟ ਮਤਲਬ ਅਜੋਕੀਆਂ, ਹੁਣੇ ਤਾਂ ਜਿਹੜੀਆਂ ਹੁਣੇ ਆਰਕੀਓਲੋਜੀਕਲ ਡਿਸਕਵਰੀਜ਼ ਖੋਜਾਂ ਹੋਈਆਂ ਨੇ, ਉੱਥੋਂ ਆਥਰ ਨੂੰ ਪਤਾ ਲੱਗਦਾ ਹੈ ਕਿ ਥਾਰ ਡੈਜ਼ਰਟ ਦਾ ਡਿਸਟੈਂਟ ਪਾਸਟ ਕੀ ਸੀ, ਪੁਰਾਣਾ ਪਿਛੋਕੜ ਕੀ ਸੀ। ਸ਼ਬਦ ਤਿੰਨ ਯਾਦ ਕਰਨੇ ਆ ਤੁਸੀਂ, ਕਿਹੜੇ? ਰੀਸੈਂਟ ਆਰਕੀਓਲੋਜੀਕਲ ਡਿਸਕਵਰੀਜ਼, ਬਸ। ਜਿਹੜਾ ਸੈਕਿੰਡ ਕੁਐਸਚਨ ਉਹ ਇਹ ਬਣਦਾ ਹੈ ਕਿ ਡੈਜ਼ਰਟ, ਚਲੋ ਠੀਕ ਹੈ, ਸਾਨੂੰ ਰੀਸੈਂਟ ਆਰਕੀਓਲੋਜੀਕਲ ਡਿਸਕਵਰੀਜ਼ ਇਹ ਦੱਸਦੀਆਂ ਨੇ ਕਿ ਥਾਰ ਡੈਜ਼ਰਟ ਕਿਸੇ ਸਮੇਂ ਆ ਹਿਊਜ ਐਕਸਪਾਂਸ ਆਫ ਵਾਟਰ ਸੀ, ਕਿਸੇ ਸਮੇਂ ਉਹ ਸਮੁੰਦਰ ਸੀ। ਪਰ ਸਾਨੂੰ ਕਿਵੇਂ ਪਤਾ ਲੱਗਿਆ ਕਿ ਉਹ ਕਿਸੇ ਸਮੇਂ ਸਮੁੰਦਰ ਸੀ? ਤਾਂ ਬੱਚੇ ਉਹਦਾ ਆਨਸਰ ਇਹ ਹੈ ਕਿ ਵੀ ਕੈਨ ਫਾਈਂਡ ਦਾ ਵਾਈਟ ਐਂਡ ਵੀਕ ਸੀ ਸ਼ੈਲਸ ਇਨ ਦਾ ਸੈਂਡ। ਪੈਰਾਗ੍ਰਾਫ ਦੇ ਵਿੱਚ, ਜੋ ਕਿ 9ਵਾਂ ਪੈਰਾਗ੍ਰਾਫ ਬਣਦਾ ਹੈ, ਤਾਂ ਉਸ ਦੇ ਵਿੱਚ ਬੱਚੇ ਸਾਨੂੰ ਇਹ ਪਤਾ ਚੱਲਦਾ ਹੈ ਕਿ ਰਾਜਸਥਾਨ ਦੀ ਭੂਮੀ 'ਚ ਹੁਣ ਵੀ ਸਾਨੂੰ ਸਿੱਪੀਆਂ ਮੋਤੀ ਮਿਲਦੇ ਆ। ਤਾਂ ਇੱਥੇ ਜਿਹੜੇ ਸੀ ਸ਼ੈਲਸ ਦਾ ਮਤਲਬ ਹੈ ਬੱਚੇ, ਉਹ ਇਹ ਸਿੱਪੀਆਂ ਮੋਤੀਆਂ ਤੋਂ ਹੈ। ਹਾਲਾਂਕਿ ਇਹ ਸਿੱਪੀਆਂ ਮੋਤੀ ਵਾਈਟ ਕਲਰ ਦੇ ਨੇ ਅਤੇ ਵੀਕ ਨੇ, ਬਹੁਤ ਹੀ ਪਤਲੇ ਜਿਹੇ ਨੇ, ਤੇ ਸਾਨੂੰ ਰਾਜਸਥਾਨ ਦੇ ਥਾਰ ਮਾਰੂਥਲ ਦੇ ਜਿਹੜਾ ਰੇਤ ਹੈ ਉਸ ਚੋਂ ਮਿਲਦੇ ਆ। ਤਾਂ ਬੱਚਿਓ ਸਾਨੂੰ ਸਿੱਪੀਆਂ ਮੋਤੀ ਦੇਖੋ ਪੰਜਾਬ ਦੀ ਧਰਤੀ ਤੋਂ ਤਾਂ ਮਿਲਦੇ ਨਹੀਂ, ਤਾਂ ਉੱਥੇ ਕਿਉਂ ਮਿਲਦੇ? ਦੈਟ ਮੀਨਸ ਉੱਥੇ ਹੋ ਸਕਦਾ ਹੈ ਕਿ ਕਿਸੇ ਸਮੇਂ ਸੀ ਹੋਵੇ, ਕਿਉਂਕਿ ਸਮੁੰਦਰ ਦੇ ਵਿੱਚ ਸਿੱਪੀਆਂ ਮੋਤੀ ਹੁੰਦੇ ਆ, ਸੀ ਸ਼ੈਲਸ ਸਮੁੰਦਰ ਦੇ ਵਿੱਚ ਹੁੰਦੇ ਆ। ਤਾਂ ਸਮੁੰਦਰ ਤਾਂ ਰਿਹਾ ਨਹੀਂ, ਪਰ ਸਿੱਪੀਆਂ ਮੋਤੀ ਉੱਥੇ ਰਹਿ ਗਏ। ਫਿਰ ਸਾਨੂੰ ਇਹ ਵੀ ਪਤਾ ਲੱਗਦਾ ਬੱਚਿਓ ਕਿ ਦਾ ਸੋਇਲ ਇਜ਼ ਸਾਲਟੀ ਐਂਡ ਬਿਟਰ, ਕਿ ਜਿਹੜੀ ਰਾਜਸਥਾਨ ਦੀ ਭੂਮੀ ਹੈ, ਜ਼ਮੀਨ ਹੈ, ਮਿੱਟੀ ਹੈ, ਉਹ ਸਾਲਟੀ ਹੈ, ਨਮਕੀਨ ਹੈ, ਐਂਡ ਬਿਟਰ ਅਤੇ ਕੌੜੀ ਹੈ। ਤਾਂ ਹੁਣ ਜਿਵੇਂ ਸਮੁੰਦਰ ਦਾ ਪਾਣੀ ਬੱਚਿਓ ਨਮਕੀਨ ਹੁੰਦਾ ਹੈ, ਖਾਰਾ ਹੁੰਦਾ ਹੈ, ਕੌੜਾ ਹੁੰਦਾ ਹੈ, ਬਿਲਕੁਲ ਸੇਮ ਉਹੀ ਟੇਸਟ ਰਾਜਸਥਾਨ ਦੀ ਸੋਇਲ ਦਾ ਹੈ। ਤਾਂ ਉੱਥੋਂ ਵੀ ਸਾਨੂੰ ਇਹ ਅੰਦਾਜ਼ਾ ਲੱਗਦਾ ਹੈ ਕਿ ਇਸ ਸੋਇਲ ਦੇ ਉੱਪਰ ਕਿਸੇ ਸਮੇਂ ਸਮੁੰਦਰ ਰਿਹਾ ਹੋਵੇਗਾ। ਇਹਨਾਂ ਚੀਜ਼ਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਸਮੇਂ ਰਾਜਸਥਾਨ ਦੀ ਭੂਮੀ ਇੱਕ ਵਿਸ਼ਾਲ ਸਮੁੰਦਰ ਹੁੰਦੀ ਸੀ। ਅਗਲੇ ਕੁਐਸਚਨ ਦਾ ਅਸੀਂ ਆਨਸਰ ਦੇਵਾਂਗੇ ਜੀ, ਦਾ ਥਾਰ ਡੈਜ਼ਰਟ ਇਜ਼ ਵਾਸਟ ਐਂਡ ਐਮਟੀ ਲਾਈਕ ਦਾ ਲਿਊਨਰ ਲੈਂਡਸਕੇਪ। ਕਿ ਜਿਵੇਂ ਦੇਖੋ ਹੁਣ ਬੱਚਿਓ, ਲਿਊਨਰ ਦਾ ਮਤਲਬ ਹੁੰਦਾ ਹੈ ਮੂਨ, ਚੰਦ ਨੂੰ ਕਿਹਾ ਜਾਂਦਾ ਹੈ, ਲੈਂਡਸਕੇਪ ਉਹੀ ਵਿਊ ਆਫ ਦਾ ਲੈਂਡ ਨੂੰ ਕਿਹਾ ਜਾਂਦਾ ਹੈ। ਹੁਣ ਬੱਚਿਓ ਜੇਕਰ ਅਸੀਂ ਲਿਊਨਰ ਲੈਂਡਸਕੇਪ ਦੇਖੀਏ, ਸਾਡੇ ਕੋਲੇ ਪਿਕਸ ਮੌਜੂਦ ਹੈ ਇੰਟਰਨੈਟ 'ਤੇ, ਤਾਂ ਲਿਊਨਰ ਲੈਂਡਸਕੇਪ ਬਹੁਤ ਹੀ ਵਿਸ਼ਾਲ ਹੈ ਅਤੇ ਖਾਲੀ ਪਿਆ। ਤਾਂ ਰਾਜਸਥਾਨ ਦਾ ਮਾਰੂਥਲ ਵੀ ਵਾਸਟ, ਵੈਰੀ ਬਿਗ, ਬਹੁਤ ਵਿਸ਼ਾਲ ਹੈ, ਐਂਡ ਐਮਟੀ ਅਤੇ ਖਾਲੀ ਪਿਆ। ਤਾਂ ਦੋਨੇ ਚੀਜ਼ਾਂ ਇੱਕੋ ਵਰਗੀਆਂ ਹੀ ਨੇ, ਲਿਊਨਰ ਲੈਂਡਸਕੇਪ ਵੀ ਵਾਸਟ ਹੈ ਅਤੇ ਐਮਟੀ ਹੈ, ਸੇਮ ਆਹੀ ਚੀਜ਼ ਥਾਰ ਡੈਜ਼ਰਟ ਦੇ ਨਾਲ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਰਾਈਟਰ ਨੇ ਇਸ ਪੈਰਾਗ੍ਰਾਫ ਦੇ ਵਿੱਚ ਥਾਰ ਡੈਜ਼ਰਟ ਨੂੰ ਲਿਊਨਰ ਲੈਂਡਸਕੇਪ ਦੇ ਨਾਲ ਕੰਪੈਰੀਜ਼ਨ ਕੀਤਾ ਹੈ। ਜੇਕਰ ਰਾਜਸਥਾਨ ਦੇ ਵਿੱਚ ਸਮੁੰਦਰ ਸੀ, ਫਿਰ ਉਹ ਕਿੱਥੇ ਗਿਆ? ਤਾਂ ਉਹਦਾ ਆਨਸਰ ਅਸੀਂ ਇਹਨਾਂ ਲਾਈਨਾਂ 'ਚ ਦੇਵਾਂਗੇ ਜੀ ਕਿ ਰਾਜਸਥਾਨ ਵਾਜ਼ ਵਨਸ ਅ ਸੀ, ਕਿ ਰਾਜਸਥਾਨ ਕਿਸੇ ਸਮੇਂ ਇੱਕ ਸਮੁੰਦਰ ਸੀ। ਇਹ ਤਾਂ ਹੁਣ ਡਿਸਕਵਰੀਜ਼ ਤੋਂ, ਖੋਜਾਂ 'ਚੋਂ ਕਲੀਅਰ ਹੋ ਚੁੱਕਿਆ। ਬਟ ਦਾ ਟਾਈਡਸ ਰਿਸੀਡਿਡ,
परंतु समय ਦੇ ਨਾਲ ਸਮੁੰਦਰ ਦੀਆਂ ਜਿਹੜੀਆਂ ਟਾਈਡਸ ਸੀਗੀਆਂ ਨਾ, ਟਾਈਡਸ ਦਾ ਮਤਲਬ ਬੱਚਿਓ ਜਵਾਰ ਨੂੰ ਕਿਹਾ ਜਾਂਦਾ। ਜਦੋਂ ਸਮੁੰਦਰ ਦੀਆਂ ਲਹਿਰਾਂ ਛੱਲ ਮਾਰ ਕੇ ਉੱਪਰ ਉੱਠਦੀਆਂ ਨੇ ਤਾਂ ਉਹਨਾਂ ਨੂੰ ਆਪਾਂ ਟਾਈਡਸ ਕਹਿੰਦੇ ਆ। ਇਹ ਟਾਈਡਸ ਪਿੱਛੇ ਹਟ ਗਈਆਂ। ਰਿਸੀਡ ਦਾ ਮਤਲਬ ਹੁੰਦਾ ਬੱਚਿਓ ਪਿੱਛੇ ਹਟਣਾ। ਕਿਸੇ ਕਾਰਨ ਕਰਕੇ ਸਮੁੰਦਰ ਦੀਆਂ ਲਹਿਰਾਂ ਪਿੱਛੇ ਹਟ ਗਈਆਂ। ਦੈਨ ਦਾ ਪਲੇਨ ਵਾਜ਼ ਵਾਟਰਡ ਬਾਈ ਦਾ ਸਰਸਵਤੀ ਰਿਵਰ। ਤਾਂ ਸਾਨੇ ਚੈਪਟਰ 'ਚ ਇਸ ਪੈਰਾਗ੍ਰਾਫ 'ਚ ਇਹ ਵੀ ਪੜ੍ਹਿਆ ਕਿ ਜਦੋਂ ਸਮੁੰਦਰ ਪੂਰੀ ਤਰ੍ਹਾਂ ਪਿੱਛੇ ਹਟ ਗਿਆ ਤਾਂ ਸਿਰਫ ਇੱਕ ਰਿਵਰ ਰਹਿ ਗਈ ਸੀ ਜਿਸ ਦਾ ਨਾਮ ਸਰਸਵਤੀ ਰਿਵਰ ਇਸ ਚੈਪਟਰ 'ਚ ਆਇਆ। ਤਾਂ ਬੱਚਿਓ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਇਸ ਚੈਪਟਰ ਦੇ ਵਿੱਚ ਕਿਹੜੀ ਰਿਵਰ ਦਾ ਜ਼ਿਕਰ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਸਰਸਵਤੀ ਰਿਵਰ। ਤਾਂ ਸਮੁੰਦਰ ਦੇ ਪਿੱਛੇ ਹਟਣ ਤੋਂ ਬਾਅਦ ਇੱਕ ਬ੍ਰੌਡ ਤੇ ਸਲੋ ਰਿਵਰ ਆਪਾਂ ਜੋ ਚੈਪਟਰ 'ਚ ਪੜ੍ਹਿਆ, ਇੱਕ ਚੌੜੀ ਤੇ ਸਲੋ ਰਿਵਰ ਹੈਗੀ ਸੀ ਜਿਸ ਨੂੰ ਕਿ ਸਰਸਵਤੀ ਰਿਵਰ ਕਿਹਾ ਗਿਆ। ਉਸ ਨੇ ਇਸ ਰਾਜਸਥਾਨ ਦੀ ਪਲੇਨ ਏਰੀਆ ਨੂੰ, ਜਦੋਂ ਸਮੁੰਦਰ ਪਿੱਛੇ ਹਟਿਆ ਤਾਂ ਉਸ ਸਮੇਂ ਰਾਜਸਥਾਨ ਪਲੇਨ ਏਰੀਆ ਸੀ, ਸਾਡੇ ਪੰਜਾਬ ਹਰਿਆਣਾ ਵਾਂਗੂ। ਉਸ ਸਮੇਂ ਮੋਰੂਥਲ ਨਹੀਂ ਸੀ। ਤਾਂ ਉਸ ਪਲੇਨ ਏਰੀਆ ਨੂੰ ਕਿਹਨੇ ਪਾਣੀ ਦਿੱਤਾ ਜੀ? ਇਸੇ ਸਰਸਵਤੀ ਰਿਵਰ ਨੇ। ਬਟ ਇਟ ਡਰਾਈਡ ਅਪ ਡਿਊ ਟੂ ਹੀਟ ਐਂਡ ਟਰਨ ਦਾ ਪਲੇਨ ਇਨਟੂ ਅ ਡੈਜ਼ਰਟ। ਪਰੰਤੂ ਸਮੇਂ ਦੇ ਨਾਲ ਇਟ ਦਾ ਮਤਲਬ ਇੱਥੇ ਸਰਸਵਤੀ ਰਿਵਰ ਤੋਂ ਹੈ, ਇਹ ਡਰਾਈ ਅਪ ਹੋ ਗਈ ਜੀ, ਮਤਲਬ ਕਿ ਸੁੱਕ ਗਈ। ਕਾਰਨ ਕੀ ਸੀ ਜੀ? ਉਹੀ ਐਕਸੈਸ ਗਰਮੀ। ਅਤੇ ਫਿਰ ਕੀ ਹੋਇਆ ਕਿ ਇਹ ਰਾਜਸਥਾਨ ਦਾ ਜਿਹੜਾ ਪਲੇਨ ਏਰੀਆ ਸੀ ਇਟ ਟਰਨਡ ਇਨਟੂ ਅ ਡੈਜ਼ਰਟ, ਇਹ ਮਾਰੂਥਲ ਬਣ ਗਿਆ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਦੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। 10th ਕੁਐਸਚਨ ਹੈ ਜੀ ਕਿ ਵਾਈ ਇਜ਼ ਫੈਮਿਨ ਅ ਕਾਮਨਪਲੇਸ ਐਕਸਪੀਰੀਅੰਸ ਇਨ ਰਾਜਸਥਾਨ। ਕਿ ਰਾਜਸਥਾਨ ਦੇ ਵਿੱਚ ਫੈਮਿਨ ਆਮ ਵਰਗਾ ਕਿਉਂ ਹੈ? ਫੈਮਿਨ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਅਕਾਲ ਨੂੰ ਕਿਹਾ ਜਾਂਦਾ ਹੈ। ਅਕਾਲ ਜਦੋਂ ਭੋਜਨ ਨਹੀਂ ਮਿਲਦਾ, ਜਦੋਂ ਪਾਣੀ ਨਹੀਂ ਮਿਲਦਾ ਉਹਨੂੰ ਸੋਕਾ ਕਹਿੰਦੇ ਆ, ਡਰਾਟ। ਜਦੋਂ ਭੋਜਨ ਨਹੀਂ ਮਿਲਦਾ ਤਾਂ ਫੈਮਿਨ ਕਿਹਾ ਜਾਂਦਾ ਹੈ। ਤਾਂ ਇਹ ਫੈਮਿਨ ਜਿਹੜਾ ਹੈ ਆਮ ਤਜਰਬਾ ਕਿਉਂ ਹੈ ਜੀ? ਕਾਮਨ ਤਜਰਬਾ, ਕਾਮਨ ਐਕਸਪੀਰੀਅੰਸ ਕਿਉਂ ਹੈ? ਰਾਜਸਥਾਨ 'ਚ ਆਮ ਅਕਾਲ ਹੁੰਦੇ ਰਹਿੰਦੇ ਨੇ, ਕਿਉਂ ਬਈ? ਇਹ ਪਹਿਲਾ ਕੁਐਸਚਨ ਹੈ। ਵੇਅਰ ਡੂ ਦਾ ਪੀਪਲ ਗੈਟ ਆਲ ਦਾ ਵਾਟਰ ਦੇ ਨੀਡ ਫਰੋਮ। ਰਾਜਸਥਾਨ ਦੇ ਬਾਰੇ ਹੀ ਹੈ ਕਿ ਰਾਜਸਥਾਨ ਜਿਹੜੇ ਲੋਕ ਨੇ ਉਹਨਾਂ ਨੂੰ ਪਾਣੀ ਮਿਲਦਾ ਕਿੱਥੋਂ ਹੈ? ਵੇਅਰ ਡੂ ਦਾ ਪੀਪਲ ਗੈਟ ਆਲ ਦਾ ਵਾਟਰ ਦੇ ਨੀਡ, ਜਿਸ ਪਾਣੀ ਦੀ ਉਹਨਾਂ ਨੂੰ ਜ਼ਰੂਰਤ ਹੈ ਉਹ ਕਿੱਥੋਂ ਮਿਲਦਾ? ਫਿਰ ਨਾਲ ਹੀ ਕੁਐਸਚਨ ਹੈ ਵੇਅਰ ਡੂ ਦੇਅਰ ਵੈਲਸ ਗੈਟ ਦਾ ਵਾਟਰ ਫਰੋਮ। ਉਹਨਾਂ ਦੇ ਖੂਹਾਂ ਨੂੰ ਪਾਣੀ ਕਿੱਥੋਂ ਮਿਲਦਾ? ਇੱਥੇ ਹੁਣ ਵੈਲਸ ਦੇ ਬਾਰੇ ਆ ਗਿਆ ਕੁਐਸਚਨ, ਖੂਹਾਂ ਦੇ ਬਾਰੇ। ਪਹਿਲਾਂ ਲੋਕਾਂ ਦੇ ਬਾਰੇ ਆਇਆ ਕਿ ਲੋਕਾਂ ਨੂੰ ਪਾਣੀ ਕਿੱਥੇ ਮਿਲਦਾ, ਫਿਰ ਖੂਹਾਂ ਨੂੰ ਪਾਣੀ ਕਿੱਥੋਂ ਮਿਲਦਾ। ਫਿਰ ਨੈਕਸਟ ਕੁਐਸਚਨ ਹੈ ਜੀ ਕਿ ਵੁੱਡ ਦਾ ਪੀਪਲ ਗੋ ਆਊਟ ਇਨ ਸਰਚ ਆਫ ਵਾਟਰ ਇਫ ਦੇ ਹੈਡ ਓਨਲੀ ਅਬਾਊਟ 6 ਇੰਚਸ ਆਫ ਰੇਨ ਇਨ ਅ ਈਅਰ। ਤਾਂ ਇਸ ਪੈਰਾਗ੍ਰਾਫ ਦੇ ਵਿੱਚ ਜਿਹੜਾ ਕਿ ਚੈਪਟਰ ਦੇ ਵਿੱਚ 10ਵੇਂ ਨੰਬਰ ਤੇ ਹੈ, ਸੈਕਿੰਡ ਲਾਸਟ ਪੈਰਾਗ੍ਰਾਫ ਹੈ, ਤੇ ਉਸ ਦੇ ਵਿੱਚ ਆਪਾਂ ਦੇਖਿਆ ਸੀ ਕਿ ਆਪਾਂ ਇਸ ਦਾ ਜੋ ਹੈਡਿੰਗ ਦਿੱਤਾ ਸੀ ਕਿ ਸਕੈਸਿਟੀ ਆਫ ਵਾਟਰ ਇਨ ਰਾਜਸਥਾਨ। ਤਾਂ ਉੱਥੇ ਸਾਨੂੰ ਪਤਾ ਲੱਗਿਆ ਸੀ ਰਾਜਸਥਾਨ ਦੇ ਵਿੱਚ ਸਾਲ ਦੇ ਵਿੱਚ 4 ਤੋਂ 10 ਇੰਚ ਬਾਰਿਸ਼ ਹੁੰਦੀ ਹੈ, ਕਈ ਵਾਰੀ ਇਹ ਵੀ ਨਹੀਂ ਹੁੰਦੀ। ਇੱਥੇ ਹੁਣ ਕੁਐਸਚਨ ਇਹਨਾਂ ਨੇ ਐਵਰੇਜ ਹੀ ਲੈ ਲਈ, 6 ਇੰਚ ਲੈ ਲਿਆ। ਤਾਂ ਕੁਐਸਚਨ ਇਹ ਬਣਾਤਾ ਕਿ ਜੇਕਰ ਸਾਲ ਦੇ ਵਿੱਚ 6 ਇੰਚ ਬਾਰਿਸ਼ ਹੀ ਹੋਵੇ ਮੰਨ ਲਓ, ਤਾਂ ਕੀ ਲੋਕ ਪਾਣੀ ਦੀ ਭਾਲ ਲਈ ਗੋ ਆਊਟ ਬਾਹਰ ਜਾਣਗੇ? ਨੈਕਸਟ ਕੁਐਸਚਨ ਹੈ ਕਿ ਵਾਟ ਡੂ ਯੂ ਅੰਡਰਸਟੈਂਡ ਬਾਏ ਔਰ ਸਟੇ ਔਨ ਟੂ ਫਾਈਟ ਇਟ ਆਊਟ। ਤਾਂ 10ਵੇਂ ਪੈਰਾਗ੍ਰਾਫ ਦੀ ਬਿਲਕੁਲ ਲਾਸਟ ਲਾਈਨ ਹੈ, ਉਸ ਲਾਈਨ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਰਾਜਸਥਾਨ ਦੇ ਲੋਕ ਉੱਥੇ ਰਹਿ ਗਏ ਜੋ ਕਿ ਇਹ ਸੋਚ ਕੇ ਬੈਠੇ ਨੇ ਕਿ ਆਪਾਂ ਸਾਊਥ ਵੱਲ ਨਹੀਂ ਜਾਣਾ। ਤਾਂ ਜੇਕਰ ਰਾਜਸਥਾਨ 'ਚ ਬਾਰਿਸ਼ ਨਾ ਪਵੇ ਤਾਂ ਉਹਨਾਂ ਕੋਲੇ 2 ਆਪਸ਼ਨਸ ਰਹਿ ਜਾਂਦੀਆਂ ਨੇ। ਇੱਕ ਤਾਂ ਇਹ ਹੈ ਕਿ ਉਹ ਪਾਣੀ ਦੀ ਭਾਲ ਲਈ ਮਾਰੇ ਫਿਰਨ, ਦੂਜਾ ਉੱਥੇ ਹੀ ਰਹਿ ਕੇ ਮੌਸਮ ਨਾਲ 2-2 ਹੱਥ ਕਰਨ। ਇੱਥੇ ਇਹੀ ਕਿਹਾ ਗਿਆ ਹੈ ਔਰ ਸਟੇ ਔਨ ਟੂ ਫਾਈਟ ਇਟ ਆਊਟ। ਤਾਂ ਇਹ ਜਿਹੜਾ ਐਕਸਪ੍ਰੈਸ਼ਨ ਹੈ ਬੱਚਿਓ, ਔਰ ਸਟੇ ਔਨ ਟੂ ਫਾਈਟ ਇਟ ਆਊਟ, ਇਹ 10ਵੇਂ ਪੈਰਾਗ੍ਰਾਫ ਦੀ ਲਾਸਟ ਲਾਈਨ 'ਚ ਆਇਆ।
ਤਾਂ ਇੱਥੇ ਉਹਨਾਂ ਲੋਕਾਂ ਦੇ ਲਈ ਇਹ ਵਾਲੇ ਵਰਡਸ ਯੂਜ਼ ਕੀਤੇ ਗਏ ਨੇ ਜੋ ਥਾਰ ਮਾਰੂਥਲ ਨੂੰ ਛੱਡ ਕੇ ਨਹੀਂ ਜਾਂਦੇ, ਉੱਥੇ ਹੀ ਰਹਿ ਕੇ ਮੌਸਮ ਦੇ ਨਾਲ ਲੜਦੇ ਨੇ। ਸਟੇ ਦਾ ਮਤਲਬ ਰਹਿਣਾ, ਫਾਈਟ ਇਟ ਆਊਟ ਦਾ ਮਤਲਬ ਹੁੰਦਾ ਹੈ ਲੜਨਾ, ਜਿਸ ਨੂੰ ਕਿ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੱਸਿਆ ਸੀ ਕੰਬੈਟ। ਇਹ ਐਕਸਪ੍ਰੈਸ਼ਨ ਦਾ ਕੀ ਮਤਲਬ ਹੈ ਜੀ? ਤਾਂ ਅਸੀਂ ਆਨਸਰ ਲਿਖਾਂਗੇ ਬੱਚਿਓ ਕਿ ਫੈਮਿਨ ਇਜ਼ ਅ ਕਾਮਨਪਲੇਸ ਐਕਸਪੀਰੀਅੰਸ ਬਿਕੋਜ਼ ਦਾ ਸੋਇਲ ਇਜ਼ ਸਾਲਟੀ ਐਂਡ ਬੀਟਰ। ਕਿ ਜਿਹੜਾ ਅਕਾਲ ਪੈਂਦਾ ਹੈ, ਫੈਮਿਨ ਪੈਂਦਾ ਹੈ, ਉੱਥੇ ਅਕਸਰ ਪੈਂਦਾ ਰਹਿੰਦਾ ਹੈ। ਕਾਮਨਪਲੇਸ ਐਕਸਪੀਰੀਅੰਸ ਮਤਲਬ ਕਿ ਉੱਥੇ ਇਹ ਤਜਰਬਾ ਅਕਸਰ ਹੁੰਦਾ ਹੈ। ਉਹ ਇਸ ਕਰਕੇ ਹੁੰਦਾ ਹੈ ਕਿਉਂਕਿ ਉੱਥੇ ਦੀ ਭੂਮੀ ਸਾਲਟੀ ਹੈ ਜੀ, ਨਮਕੀਨ ਹੈ ਅਤੇ ਕੋੜੀ ਹੈ। ਦਾ ਸਪਲਾਈ ਆਫ ਵਾਟਰ ਡਿਪੈਂਡਸ ਅਪੋਨ ਦੀ ਅਮਾਊਂਟ ਆਫ ਰੇਨਫਾਲ। ਹੁਣ ਸਾਨੂੰ ਇਹ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਪਾਣੀ ਦਾ ਤਾਂ ਹੋਰ ਕੋਈ ਸੋਮਾ ਹੈ ਨਹੀਂ, ਸਿਰਫ ਇੱਕ ਰੇਨਫਾਲ ਹੈ ਜਿਸ 'ਤੇ ਰਾਜਸਥਾਨ ਡਿਪੈਂਡ ਕਰਦਾ ਹੈ। ਤਾਂ ਵਾਟਰ ਦੀ ਸਪਲਾਈ ਨਿਰਭਰ ਕਰਦੀ ਹੈ ਰੇਨਫਾਲ ਦੀ ਮਿਕਦਾਰ 'ਤੇ, ਕਿੰਨੀ ਅਮਾਊਂਟ 'ਚ ਰੇਨਫਾਲ ਹੁੰਦੀ ਹੈ। ਤੁਹਾਨੂੰ ਦੱਸਿਆ ਹੈ ਕਿ ਆਮ ਤੌਰ 'ਤੇ 4 ਤੋਂ 10 ਇੰਚ ਬਾਰਿਸ਼ ਹੁੰਦੀ ਹੈ ਰਾਜਸਥਾਨ 'ਚ। ਅਤੇ ਬੱਚੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗਾ ਕਿ ਪੰਜਾਬ 'ਚ 25 ਤੋਂ 30 ਇੰਚ ਬਾਰਿਸ਼ ਹੁੰਦੀ ਹੈ ਸਾਲ 'ਚ। ਤਾਂ ਤੁਸੀਂ ਅੰਦਾਜ਼ਾ ਲਾਓ ਕਿ ਰਾਜਸਥਾਨ 'ਚ ਸਾਡੇ ਪੰਜਾਬ ਨਾਲੋਂ ਕਿੰਨੀ ਘੱਟ ਬਾਰਿਸ਼ ਹੁੰਦੀ ਹੈ। The people get all the water from tanks and wells in which rain water is collected। ਤਾਂ ਹੁਣ ਲੋਕ ਕੀ ਕਰਦੇ ਆ ਜੀ, ਟੈਂਕਸ ਤੋਂ ਜੋ ਉਹਨਾਂ ਨੇ ਬਣਾਏ ਹੋਏ ਆ, ਮਡ ਟੈਂਕ ਬਣਾਏ ਹੋਏ ਆ ਜਾਂ ਖੂਹਾਂ ਤੋਂ ਉਹ ਵਾਟਰ ਲੈਂਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਰੇਨ ਵਾਟਰ ਕਲੈਕਟ ਕੀਤਾ ਹੁੰਦਾ ਹੈ। When the rain fails, the villagers are forced to go out in search of water for miles। ਜਦੋਂ ਇਹ ਵੀ ਰੇਨ ਨਹੀਂ ਹੁੰਦੀ, when the rain fails ਮਤਲਬ ਕਿ 4 ਤੋਂ 10 ਇੰਚ ਰੇਨ ਵੀ ਨਹੀਂ ਹੁੰਦੀ, ਤਾਂ ਫਿਰ ਪਿੰਡ ਵਾਲਿਆਂ ਨੂੰ ਮਜਬੂਰਨ, ਫੋਰਸ ਦਾ ਮਤਲਬ ਮਜਬੂਰੀ ਦੇ ਵਿੱਚ, ਮਜਬੂਰਨ ਨਿਕਲਣਾ ਪੈਂਦਾ ਹੈ ਇਨ ਸਰਚ ਆਫ ਵਾਟਰ, ਪਾਣੀ ਦੀ ਭਾਲ 'ਚ, ਫॉर ਮਾਈਲਸ, ਮੀਲਾਂ ਜਾਣਾ ਪੈਂਦਾ ਉਹਨਾਂ ਨੂੰ। ਤਾਂ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਸੀ ਬੱਚਿਓ ਕਿ ਉਹਨਾਂ ਨੂੰ 20 ਤੋਂ 30 ਮੀਲ ਤੁਰਨਾ ਪੈਂਦਾ ਹੈ ਪਾਣੀ ਦੀ ਭਾਲ 'ਚ ਕਿ ਛੋਟਾ ਮੋਟਾ ਕੋਈ ਸੋਰਸ ਮਿਲ ਜੇ, ਕੋਈ ਛੋਟੀ ਮੋਟੀ ਲੇਕ ਮਿਲ ਜੇ ਜਿੱਥੋਂ ਉਹਨਾਂ ਨੂੰ ਪਾਣੀ ਮਿਲ ਜੇ। ਤਾਂ ਇੰਨੀ ਦੂਰ ਤੁਰਨਾ ਪੈਂਦਾ ਹੈ। ਕਈ ਵਾਰੀ ਇਹ ਵੀ ਨਹੀਂ ਮਿਲਦਾ, ਕਈ ਵਾਰੀ ਇਹ ਸੋਰਸ 20-30 ਮੀਲ ਤੁਰਨ ਤੋਂ ਬਾਅਦ ਵੀ ਨਹੀਂ ਮਿਲਦਾ। ਫਿਰ ਉੱਥੇ ਬੇਟਾ ਲਾਸਟ ਲਾਈਨ ਆਈ ਸੀ ਕਿ ਦਾ ਫਰੇਜ਼ ਔਰ ਸਟੇ ਔਨ ਟੂ ਫਾਈਟ ਇਟ ਆਊਟ ਮੀਨਸ ਦਾ ਵਿਲੇਜਰਸ ਡਿਸਾਈਡ ਟੂ ਰਿਮੇਨ ਦੇਅਰ ਟੂ ਫੇਸ ਦਾ ਵੇਰੀਅਸ ਪ੍ਰੋਬਲਮਸ। ਤਾਂ ਫਿਰ ਜਦੋਂ ਉਹਨਾਂ ਨੂੰ 20-30 ਮੀਲ 'ਤੇ ਵੀ ਕੋਈ ਪਾਣੀ ਦਾ ਸੋਮਾ ਨਹੀਂ ਮਿਲਦਾ ਤਾਂ ਉਹਨਾਂ ਕੋਲੇ ਦੋ ਹੀ ਬੱਚੇ ਆਪਸ਼ਨਸ ਰਹਿ ਜਾਂਦੀਆਂ ਨੇ, ਜਾਂ ਤਾਂ ਉਹ ਐਮੀਗ੍ਰੇਟ ਕਰ ਜਾਣ ਉਸ ਜਗ੍ਹਾ ਤੋਂ। ਉਸ ਪੈਰੇ ਦੇ ਵਿੱਚ ਵਰਡ ਆਇਆ ਸੀ ਐਮੀਗ੍ਰੇਟ। ਐਮੀਗ੍ਰੇਟ ਦਾ ਮਤਲਬ ਹੁੰਦਾ ਬੱਚਿਓ ਜਦੋਂ ਤੁਸੀਂ ਕੋਈ ਆਪਣੀ ਜਗ੍ਹਾ ਛੱਡ ਕੇ ਦੂਜੀ ਜਗ੍ਹਾ ਜਾਂਦੇ ਹੋ, ਜਾਂ ਫਿਰ ਦੂਸਰੀ ਉਹਨਾਂ ਕੋਲ ਆਪਸ਼ਨ ਹੁੰਦੀ ਹੈ ਟੂ ਫਾਈਟ ਇਟ ਆਊਟ, ਕਿ ਉੱਥੇ ਖੜ ਕੇ, ਉੱਥੇ ਰਹਿ ਕੇ ਮੌਸਮ ਨਾਲ ਲੜਾਈ ਕਰਨ। ਤਾਂ ਉਸ ਦਾ ਮਤਲਬ ਇਹ ਹੈ ਜੀ ਕਿ ਵਿਲੇਜਰਸ ਡਿਸਾਈਡ ਟੂ ਰਿਮੇਨ ਦੇਅਰ, ਕਿ ਪਿੰਡ ਵਾਲੇ ਨਿਸ਼ਚਾ ਕਰਦੇ ਨੇ ਰਿਮੇਨ ਦੇਅਰ, ਉੱਥੇ ਰਹਿਣਾ। ਦੇਅਰ ਦਾ ਮਤਲਬ ਇੱਥੇ ਥਾਰ ਮਾਰੂਥਲ ਤੋਂ ਹੈ, ਤਾਂ ਕਿ ਉਹ ਟੂ ਫੇਸ ਦਾ ਵੇਰੀਅਸ ਪ੍ਰੋਬਲਮਸ, ਉਹ ਜਿੰਨੀਆਂ ਵੀ ਮੁਸ਼ਕਲਾਂ ਆਉਣ ਉਹਨਾਂ ਦਾ ਉਹ ਸਾਹਮਣਾ ਕਰਨ। ਅਤੇ ਸਾਨੂੰ ਬੱਚਿਓ ਇਹ ਵੀ ਪਤਾ ਹੈ ਰਾਈਟਰ ਨੇ 10ਵੇਂ ਪੈਰੇ ਦੇ ਵਿੱਚ ਕੀ ਕਿਹਾ ਸੀ ਕਿ ਜਦੋਂ ਇਹ ਨਿਸ਼ਚਾ ਕਰ ਲੈਂਦੇ ਨੇ ਉੱਥੇ ਰਹਿਣ ਦਾ, ਤਾਂ ਉਸ ਪ੍ਰੋਸੈਸ ਦੇ ਵਿੱਚ ਪੋਸੀਬਲੀ ਡਾਈ ਉਹਨਾਂ ਦੀ ਡੈਥ ਹੁੰਦੀ ਹੈ। ਮੌਸਮ ਤੋਂ ਕੋਈ ਜਿੱਤ ਨਹੀਂ ਪਾਉਂਦਾ, ਰਾਜਸਥਾਨ ਦੇ ਮੌਸਮ ਤੋਂ ਕੋਈ ਵੀ ਜਿੱਤ ਨਹੀਂ ਪਾਉਂਦਾ। ਹਾਂਜੀ, 11th ਕੁਐਸਚਨ ਸਾਡੇ 11th ਪੈਰਾਗ੍ਰਾਫ ਤੋਂ ਬਣਿਆ ਜੀ, ਜਿਸ ਦਾ ਆਪਾਂ ਹੈਡਿੰਗ ਲਿਖਿਆ ਸੀ ਕਿ ਡਿਫਿਕਲਟੀ ਆਫ availability of water in Rajasthan। ਇਹਦੇ ਕੁਐਸਚਨ ਹੈ ਜੀ ਕਿ why is the tube well water not fit either for human consumption or for the nurture of crops। ਇੰਪੋਰਟੈਂਟ ਕੁਐਸਚਨ ਹੈ। ਕਹਿੰਦੇ ਜਿਹੜੇ ਟਿਊਬਵੈਲ ਨੇ, ਟਿਊਬਵੈਲ ਵਾਟਰ, ਅਸੀਂ ਚਲੋ ਟਿਊਬਵੈਲ ਬਣਾ ਦਈਏ ਰਾਜਸਥਾਨ 'ਚ, ਪਾਣੀ ਕੱਢ ਲਈਏ, ਤਾਂ ਟਿਊਬਵੈਲ 'ਚੋਂ ਜਿਹੜਾ ਪਾਣੀ ਨਿਕਲੂਗਾ ਉਹ ਨਾ ਤਾਂ ਹਿਊਮਨ ਕੰਜ਼ੰਪਸ਼ਨ, ਹਿਊਮਨ ਕੰਜ਼ੰਪਸ਼ਨ ਮਤਲਬ ਇਨਸਾਨਾਂ ਦੀ ਖਪਤ, ਹਿਊਮਨ ਦਾ ਮਤਲਬ ਇਨਸਾਨ ਹੋ ਗਏ, ਕੰਜ਼ੰਪਸ਼ਨ ਦਾ ਮਤਲਬ ਖਪਤ, ਨਾ ਹੀ ਨਰਚਰ ਆਫ ਕ੍ਰੌਪਸ, ਨਾ ਹੀ ਫਸਲਾਂ ਦੀ ਸਾਂਭ ਸੰਭਾਲ। ਇਹਨਾਂ ਦੋਨਾਂ ਦੇ ਲਈ ਉਹ ਟਿਊਬਵੈਲ ਤੋਂ ਨਿਕਲਿਆ ਹੋਇਆ ਪਾਣੀ ਠੀਕ ਨਹੀਂ ਹੈ। ਕਿਉਂ? ਫਿਰ ਹੈ ਕਿ ਹਾਊ ਕੈਨ ਦਾ ਬੈਰਨਸ ਆਫ ਦਾ ਥਾਰ ਬੀ ਮੇਡ ਫਰਟਾਈਲ। ਫਿਰ ਜੇ ਆਪਾਂ ਟਿਊਬਵੈਲ ਨਹੀਂ ਲਾ ਸਕਦੇ ਇੱਥੇ, ਤਾਂ ਫਿਰ ਜਿਹੜੇ ਥਾਰ ਦੇ ਬੈਰਨਸ ਹੈ, ਬੈਰਨਸ ਦਾ ਮਤਲਬ ਉਹੀ ਬੰਜਰ ਇਲਾਕਾ, ਉਸ ਨੂੰ ਆਪਾਂ ਫਰਟਾਈਲ ਕਿਵੇਂ ਕਰ ਸਕਦੇ ਹਾਂ? ਫਰਟਾਈਲ ਦਾ ਮਤਲਬ ਉਪਜਾਊ। ਉਸ ਨੂੰ ਆਪਾਂ ਖੇਤੀਯੋਗ ਕਿਵੇਂ ਬਣਾ ਸਕਦੇ? ਹਾਓ, ਕਿਵੇਂ? ਟਿਊਬਵੈਲ ਲੱਗ ਨਹੀਂ ਸਕਦੇ, ਫਿਰ ਆਪਾਂ ਬੰਜਰ ਇਲਾਕਾ ਖੇਤੀਯੋਗ ਕਿਵੇਂ ਬਣਾਈਏ? ਤੇ ਲਾਸਟ ਕੁਐਸਚਨ ਹੈ ਜੀ ਕਿ ਵਾਈ ਇਜ਼ ਦਾ ਸੋਲੂਸ਼ਨ ਪ੍ਰਪੋਜ਼ਡ ਬਾਈ ਦੀ ਆਥਰ ਨਾਟ ਫਿਜ਼ੀਬਲ। ਕਿ ਆਥਰ ਨੇ ਜੋ ਇਸ ਚੀਜ਼ ਦਾ ਹੱਲ ਦਿੱਤਾ ਹੈ, ਪ੍ਰਪੋਜ਼ ਦਾ ਮਤਲਬ ਹੁੰਦਾ ਬੱਚਿਓ ਸੁਝਾਅ ਦੇਣਾ, ਸੁਜੈਸਟ ਕਰਨਾ। ਕਿਸ ਚੀਜ਼ ਦਾ? ਕਿ ਆਪਾਂ ਰਾਜਸਥਾਨ ਦੀ ਬੰਜਰ ਭੂਮੀ ਨੂੰ ਕਿਵੇਂ ਉਪਜਾਊ ਬਣਾ ਸਕਦੇ ਹਾਂ। ਤਾਂ ਜਿਹੜਾ ਹੱਲ ਆਥਰ ਨੇ ਦਿੱਤਾ ਹੈ, ਸੋਲੂਸ਼ਨ ਪ੍ਰਪੋਜ਼ ਬਾय ਦਾ ਆਥਰ, ਉਹ ਫਿਜ਼ੀਬਲ ਕਿਉਂ ਨਹੀਂ ਹੈ? ਫਿਜ਼ੀਬਲ ਦਾ ਮਤਲਬ ਹੁੰਦਾ ਹੈ ਜਿਸ ਨੂੰ ਆਪਾਂ ਲਾਗੂ ਨਾ ਕਰ ਸਕੀਏ, ਨਾਟ ਐਪਲੀਕੇਬਲ। ਰਾਜਸਥਾਨ ਦੀ ਬੰਜਰ ਭੂਮੀ ਨੂੰ ਖੁਸ਼ਹਾਲ ਕਰਨ ਦੇ ਲਈ, ਉਪਜਾਊ ਕਰਨ ਦੇ ਲਈ ਰਾਈਟਰ ਇੱਕ ਸੋਲੂਸ਼ਨ ਦਿੰਦਾ ਹੈ, ਬਟ ਉਹ ਸੋਲੂਸ਼ਨ, ਉਹ ਹੱਲ ਐਪਲੀਕੇਬਲ ਕਿਉਂ ਨਹੀਂ ਹੋ ਸਕਦਾ? ਇਹ ਕੁਐਸਚਨ ਹੈ ਜੀ। ਤਾਂ ਬੱਚਿਓ ਬਿਲਕੁਲ ਲਾਸਟ ਪੈਰਾਗ੍ਰਾਫ ਹੈ ਸਾਡੇ ਚੈਪਟਰ ਦਾ 11th ਪੈਰਾਗ੍ਰਾਫ, ਜਿਸ ਨੂੰ ਕਿ ਅਸੀਂ ਹੈਡਿੰਗ ਦਿੱਤਾ ਸੀ
ਡਿਫਿਕਲਟੀ ਆਫ ਅਵੇਲੇਬਿਲਿਟੀ ਆਫ ਵਾਟਰ ਇਨ ਰਾਜਸਥਾਨ। ਉਸ ਦੇ ਵਿੱਚ ਆਪਾਂ ਇਹ ਦੇਖਿਆ ਸੀ ਰਾਜਸਥਾਨ ਦੇ ਵਿੱਚ ਪਾਣੀ ਦੀ ਮਾਰ ਇੰਨੀ ਕਿਉਂ ਹੈ ਤੇ ਉੱਥੇ ਪਾਣੀ ਕਿਉਂ ਨਹੀਂ ਪਹੁੰਚਾਇਆ ਜਾ ਸਕਦਾ। ਉਸੇ ਪੈਰੇ ਦੇ ਵਿੱਚੋਂ ਆਪਾਂ ਆਨਸਰ ਲਏ ਹਾਂ ਜੀ। ਤਾਂ ਆਨਸਰ ਹੈ ਜੀ ਕਿ ਦਾ ਟਿਊਬਵੈਲ ਵਾਟਰ ਇਜ਼ ਫਿਟ ਨੀਦਰ ਫॉर ਹਿਊਮਨ ਨੋਰ ਫॉर ਕ੍ਰੌਪਸ। ਇਹ ਜਿਹੜਾ ਟਿਊਬਵੈਲ ਵਾਟਰ ਹੈ, ਜੇ ਅਸੀਂ ਟਿਊਬਵੈਲ ਉੱਥੇ ਪੱਟ ਵੀ ਲਈਏ, ਜਿਵੇਂ ਅਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਟਿਊਬਵੈਲਸ ਦੇ ਨਾਲ ਹੀ ਖੇਤੀ ਕਰਦੇ ਹਾਂ ਜੀ, ਤਾਂ ਜੇਕਰ ਅਸੀਂ ਉੱਥੇ ਟਿਊਬਵੈਲ ਲਗਾ ਵੀ ਦਈਏ ਤਾਂ ਉਸ ਦੇ ਨਾਲ ਜਿਹੜਾ ਪਾਣੀ ਆਉਂਦਾ ਹੈ ਉਹ ਨਾ ਤਾਂ ਹਿਊਮਨ ਲਈ, ਇਨਸਾਨ ਦੇ ਲਈ ਠੀਕ ਹੈ, ਫਿੱਟ ਹੈ ਉਹਦੇ ਲਈ, ਨਾ ਹੀ ਫਸਲਾਂ ਦੇ ਲਈ ਠੀਕ ਹੈ। ਇੱਥੇ ਲਿਖਿਆ ਨਾ ਜੀ ਨੀਦਰ ਨੋਰ, ਨਾ ਹੀ ਹਿਊਮਨਸ ਲਈ ਠੀਕ ਹੈ ਅਤੇ ਨਾ ਹੀ ਕ੍ਰੌਪਸ ਲਈ ਠੀਕ ਹੈ ਟਿਊਬਵੈਲ ਵਾਲਾ ਪਾਣੀ। ਬਿਕੋਜ਼ ਇਟ ਇਜ਼ ਕਲਾਉਡੀ ਐਂਡ ਬ੍ਰੈਕਿਸ਼, ਕਿਉਂਕਿ ਇਹ ਕਲਾਉਡੀ ਹੈ ਜੀ। ਕਲਾਉਡੀ ਦਾ ਮਤਲਬ ਹੁੰਦਾ ਹੈ ਗੰਦਲਾ ਅਤੇ ਬ੍ਰੈਕਿਸ਼ ਦਾ ਮਤਲਬ ਹੁੰਦਾ ਹੈ ਸਾਲਟੀ ਕਹਿ ਲਓ, ਸੋਰ ਕਹਿ ਲਓ, ਕੌੜਾ ਹੈ ਜੀ, ਨਮਕੀਨ ਹੈ। ਹੁਣ ਕੌੜਾ ਤੇ ਨਮਕੀਨ ਪਾਣੀ ਨਾ ਤਾਂ ਇਨਸਾਨ ਪੀ ਸਕਦੇ ਆ ਤੇ ਨਾ ਹੀ ਪਸ਼ੂ ਪੀ ਸਕਦੇ ਆ ਤੇ ਨਾ ਹੀ ਉਸ ਨਾਲ ਸਿੰਜਾਈ ਕੀਤੀ ਜਾ ਸਕਦੀ ਹੈ। The Thar can be made fertile with the help of canals. ਰਾਈਟਰ ਨੇ ਇਸ ਚੈਪਟਰ ਦੇ ਵਿੱਚ ਇਹ ਸੋਲੂਸ਼ਨ ਪ੍ਰਪੋਜ਼ ਕੀਤਾ ਸੀ ਕਿ ਆਪਾਂ ਥਾਰ ਮਾਰੂਥਲ ਨੂੰ ਫਰਟਾਈਲ, ਉਪਜਾਊ ਬਣਾ ਸਕਦੇ ਹਾਂ with the help of canals, ਨਹਿਰਾਂ ਦੇ ਨਾਲ। ਤਾਂ ਨਹਿਰਾਂ ਦੇ ਨਾਲ ਅਸੀਂ ਇਸ ਥਾਰ ਦੀ ਭੂਮੀ ਨੂੰ ਉਪਜਾਊ ਬਣਾ ਸਕਦੇ ਹਾਂ, ਪਰੰਤੂ ਇਹ ਸੋਲੂਸ਼ਨ ਫਿਜ਼ੀਬਲ ਨਹੀਂ ਹੈ। ਉਹਦਾ ਕਾਰਨ ਅਸੀਂ ਅੱਗੇ ਦੱਸਿਆ, ਬਟ ਇਟ ਇਜ਼ ਨਾਟ ਫਿਜ਼ੀਬਲ ਬਿਕੋਜ਼ ਦਾ ਵੈਸਟਰਨ ਥਾਰ ਇਜ਼ ਮੇਡ ਅਪ ਆਫ 20 ਮਿਲੀਅਨ ਏਕੜਸ। ਪਰੰਤੂ ਇਹ ਫਿਜ਼ੀਬਲ ਨਹੀਂ ਹੈ, ਇਹ ਐਪਲੀਕੇਬਲ ਨਹੀਂ ਹੈ, ਇਸ ਨੂੰ ਅਸੀਂ ਲਾਗੂ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਵੈਸਟਰਨ ਥਾਰ ਹੈ, ਦੇਖੋ ਥਾਰ ਦੋ ਤਰ੍ਹਾਂ ਦੇ ਬੱਚੇ, ਇੱਕ ਈਸਟਰਨ ਥਾਰ ਹੈ, ਪੂਰਬੀ ਵਾਲਾ ਪਾਸਾ ਹੈ ਥਾਰ ਦਾ, ਦੂਜਾ ਪੱਛਮ ਵਾਲਾ ਪਾਸਾ ਹੈ। ਜਿਹੜਾ ਵੈਸਟਰਨ ਥਾਰ ਹੈ, ਪੱਛਮ ਵਾਲਾ ਪਾਸਾ ਹੈ, ਉਹ 20 ਮਿਲੀਅਨ ਏਕੜ ਦਾ ਬਣਿਆ ਹੋਇਆ, ਮਤਲਬ ਉਸ ਦੇ ਵਿੱਚ ਜਿਹੜਾ ਏਰੀਆ ਆਉਂਦਾ 20 ਮਿਲੀਅਨ ਏਕੜ। ਹੁਣ ਤੁਹਾਨੂੰ ਪਤਾ ਹੈ ਮਿਲੀਅਨ ਦੇ ਵਿੱਚ ਬੱਚੇ 10 ਲੱਖ ਹੁੰਦੇ ਹੈ, ਇਸ ਨੂੰ ਤੁਸੀਂ 20 ਨਾਲ ਗੁਣਾ ਕਰ ਲਓ, ਇੰਨਾ ਵੱਡਾ ਏਰੀਆ ਵੈਸਟਰਨ ਥਾਰ ਦਾ ਹੈ। ਇਟ ਵੁੱਡ ਬੀ ਵੈਰੀ ਐਕਸਪੈਂਸਿਵ ਐਂਡ ਡਿਫਿਕਲਟ ਟਾਸਕ। ਜੇਕਰ ਆਪਾਂ ਇਹ 20 ਮਿਲੀਅਨ ਏਕੜ ਵਾਲੇ ਥਾਰ ਵਾਲੇ ਇਲਾਕੇ ਵਿੱਚ ਨਹਿਰਾਂ ਬਣਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਚੀਜ਼ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਹੋਏਗੀ, ਕੋਸਟਲੀ ਹੋਏਗੀ ਅਤੇ ਡਿਫਿਕਲਟ ਟਾਸਕ ਹੋਏਗਾ ਤੇ ਬਹੁਤ ਹੀ ਔਖਾ ਕੰਮ ਹੋਏਗਾ। ਇਹਨੂੰ ਕਰਨਾ ਸੌਖਾ ਨਹੀਂ ਹੈ। ਨਹਿਰਾਂ ਬਣਾਉਣੀਆਂ ਬੱਚਿਓ ਰਾਜਸਥਾਨ 'ਚ ਸੌਖੀਆਂ ਨਹੀਂ ਹਨ। ਮੈਂ ਰਾਜਸਥਾਨ 'ਚ 2-3 ਵਾਰੀ ਜਾਇਆ, ਮੈਨੂੰ ਨਹਿਰਾਂ ਨਹੀਂ ਦਿਖੀਆਂ ਰਾਜਸਥਾਨ 'ਚ, ਬਿਕੋਜ਼ ਉੱਥੇ ਐਡਾ ਵਾਸਟ ਏਰੀਆ ਹੈ, ਐਡਾ ਥਾਰ ਮਾਰੂਥਲ ਐਡਾ ਵੱਡਾ ਕਿ ਉਸ ਦੇ ਵਿੱਚ ਨਹਿਰਾਂ ਇਨਸਾਨ ਬਣਾਵੇ, ਪੈਸਾ ਬਹੁਤ ਲੱਗੂਗਾ ਅਤੇ ਬਹੁਤ ਹੀ ਔਖਾ ਕੰਮ ਹੈ ਜੀ। 12th question, do you think gold in the north is a fitting title to this travelogue? Give your reasons. Important question ਹੈ ਜੀ, ਪੇਪਰ 'ਚ ਆਉਣ ਵਾਲਾ ਕੁਐਸਚਨ। ਕੀ ਤੁਸੀਂ ਸੋਚਦੇ ਹੋ ਕਿ ਜਿਹੜਾ ਗੋਲਡ ਇਨ ਦਾ ਨਾਰਥ ਹੈ ਇਹ ਇਸ ਟਰੈਵਲੌਗ ਦਾ ਇੱਕ ਵਧੀਆ ਟਾਈਟਲ ਹੈ? ਫਿਟਿੰਗ ਟਾਈਟਲ ਮਤਲਬ ਫਿੱਟ ਹੁੰਦਾ ਇਹ ਟਾਈਟਲ। ਆਪਣੇ ਚੈਪਟਰ ਦਾ ਨਾਮ ਕੀ ਹੈ? ਗੋਲਡ ਇਨ ਦਾ ਨਾਰਥ। ਕੀ ਇਹ ਫਿੱਟ ਹੈ? ਬਿਲਕੁਲ। ਤੇ ਸਾਨੂੰ ਇਹ ਵੀ ਪਤਾ ਹੈ ਕਿ ਡੌਮ ਮੋਰੇਜ਼ ਦਾ ਇਹ ਕੀ ਚੀਜ਼ ਹੈ? ਟਰੈਵਲੌਗ ਹੈ। ਇਟਸ ਅ ਟਰੈਵਲੌਗ। ਟਰੈਵਲੌਗ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਸਫ਼ਰਨਾਮਾ। ਤਾਂ ਇਹ ਜਿਹੜਾ ਉਹਨੇ ਸਫ਼ਰਨਾਮਾ ਲਿਖਿਆ ਹੈ, ਕੀ ਇਹਦਾ ਜਿਹੜਾ ਆਪਾਂ ਨੇ ਸ਼ੀਰਸ਼ਕ ਟਾਈਟਲ ਗੋਲਡ ਇਨ ਦਾ ਨਾਰਥ ਪਾਇਆ ਹੈ, ਠੀਕ ਹੈ? ਗਿਵ ਯੂਰ ਰੀਜ਼ਨਸ, ਆਪਣੇ ਆਨਸਰ ਦਿਓ। The answer ਹੈ ਜੀ, it is a fitting title because it tells us that the Thar desert was once covered by the sea. ਇਹ ਬਿਲਕੁਲ ਫਿੱਟ ਹੈ ਜੀ, it is a fitting title, ਬਿਲਕੁਲ ਫਿੱਟ ਹੈ ਇਹ ਟਾਈਟਲ ਕਿਉਂਕਿ ਇਹ ਸਾਨੂੰ ਦੱਸਦਾ ਹੈ, ਇਟ ਦਾ ਮਤਲਬ ਇੱਥੇ ਇਸ ਸ਼ੀਰਸ਼ਕ ਤੋਂ ਹੀ ਹੈ ਜਾਂ ਚੈਪਟਰ ਤੋਂ ਹੈ ਕਿ ਥਾਰ ਡੈਜ਼ਰਟ ਕਿਸੇ ਸਮੇਂ ਇੱਥੇ ਸੀ ਹੁੰਦਾ ਸੀ, ਕਿ ਕਿਸੇ ਸਮੇਂ ਥਾਰ ਡੈਜ਼ਰਟ ਨੂੰ ਕਵਰਡ ਕੀਤਾ ਹੋਇਆ ਸੀ, ਇਸ ਨੂੰ ਢਕਿਆ ਹੋਇਆ ਸੀ ਇੱਕ ਸਮੁੰਦਰ ਨੇ। ਇਹ ਤਾਂ ਸਾਨੇ ਪੂਰੇ ਚੈਪਟਰ 'ਚ ਪੜ੍ਹਿਆ। ਦੈਨ ਇਟ ਵਾਜ਼ ਵਾਟਰਡ ਬਾਏ ਦਾ ਸਰਸਵਤੀ ਰਿਵਰ। ਫਿਰ ਤੁਹਾਨੂੰ ਪਤਾ ਹੈ ਬੱਚਿਓ ਕਿ ਜਦੋਂ ਇਹ ਸਮੁੰਦਰ ਪਿੱਛੇ ਹਟ ਗਿਆ ਸੀ, ਇਹਦੀਆਂ ਲਹਿਰਾਂ ਰਿਸੀਡ ਕਰ ਗਈਆਂ ਸੀ, ਤਾਂ ਫਿਰ ਇੱਥੇ ਇੱਕ ਸਲੋ ਤੇ ਬਰੋਡ ਰਿਵਰ ਹੈਗੀ ਸੀ ਜਿਸ ਨੂੰ ਕਿ ਨਾਮ ਦਿੱਤਾ ਗਿਆ ਸਰਸਵਤੀ ਰਿਵਰ। ਤਾਂ ਸਰਸਵਤੀ ਰਿਵਰ ਨੇ ਇਸ ਨੂੰ, ਇੱਥੇ ਇਟ ਦਾ ਮਤਲਬ ਰਾਜਸਥਾਨ ਦੀ ਭੂਮੀ ਨੂੰ ਵਾਟਰ ਕੀਤਾ, ਪਾਣੀ ਦਿੱਤਾ। ਐਟ ਦੈਟ ਟਾਈਮ ਦੇਅਰ ਫਲਰਿਸ਼ਡ ਅ ਪ੍ਰੋਸਪਰਸ ਕਲਚਰ ਇਨ ਦੈਟ ਪਲੇਸ। ਉਸ ਸਮੇਂ, ਐਟ ਦੈਟ ਟਾਈਮ ਕਿਸ ਸਮੇਂ? ਜਦੋਂ ਸਰਸਵਤੀ ਰਿਵਰ ਹੁੰਦੀ ਸੀ ਰਾਜਸਥਾਨ 'ਚ, ਜਦੋਂ ਸਰਸਵਤੀ ਰਿਵਰ ਰਾਜਸਥਾਨ ਦੇ ਪਲੇਨ ਏਰੀਆ ਨੂੰ ਪਾਣੀ ਦਿੰਦੀ ਸੀ, ਤਾਂ ਉਸ ਸਮੇਂ ਇੱਥੇ ਇਸ ਜਗ੍ਹਾ ਦੇ ਉੱਪਰ ਇੱਕ ਪ੍ਰੋਸਪਰਸ ਕਲਚਰ, ਪ੍ਰੋਸਪਰਸ ਦਾ ਮਤਲਬ ਹੁੰਦਾ ਬੱਚਿਓ ਉੱਨਤ, ਕਲਚਰ ਦਾ ਮਤਲਬ ਸੱਭਿਆਚਾਰ, ਫਲਰਿਸ਼ ਹੋਇਆ, ਫਲਰਿਸ਼ ਦਾ ਮਤਲਬ ਵਿਕਸਿਤ ਹੋਇਆ। ਤੁਹਾਨੂੰ ਬੱਚਿਓ ਪਤਾ ਹੈ ਨਾ ਸਾਡੇ ਪੰਜਾਬ 'ਚ ਕਲਚਰ ਕਿਵੇਂ ਫਲਰਿਸ਼ ਹੋਇਆ ਹੈ? ਦਰਿਆਵਾਂ ਕਰਕੇ ਹੋਇਆ ਹੈ। ਸਤਲੁਜ, ਰਾਵੀ, ਬਿਆਸ, ਇਹਨਾਂ ਦਰਿਆਵਾਂ ਦੇ ਕਰਕੇ ਇੱਥੇ ਇੰਨੀ ਜ਼ਿਆਦਾ ਵਸੋਂ ਸੰਘਣੀ ਹੈ, ਇੱਥੇ ਲੋਕ ਰਹਿਣ ਲੱਗ ਗਏ ਕਿਉਂਕਿ ਇੱਥੇ ਜ਼ਮੀਨ ਉਪਜਾਊ ਸੀ, ਪਲੇਨ ਸੀ, ਪਾਣੀ ਮਿਲਦਾ ਸੀ। ਤਾਂ ਕਿਸੇ ਸਮੇਂ ਰਾਜਸਥਾਨ 'ਚ ਵੀ ਇਹੀ ਚੀਜ਼ ਹੁੰਦੀ ਸੀ। ਜਦੋਂ ਸਰਸਵਤੀ ਰਿਵਰ ਉੱਥੇ ਹੁੰਦੀ ਸੀ ਉਸ ਸਮੇਂ ਲੋਕੀ ਉੱਥੇ ਰਹਿਣ ਲੱਗ ਗਏ ਸੀ, ਤਾਂ ਇੱਕ ਪ੍ਰੋਸਪਰਸ ਕਲਚਰ ਉੱਥੇ ਫਲਰਿਸ਼ ਹੋਇਆ। ਤਾਂ ਇਸੇ ਪ੍ਰੋਸਪਰਸ ਕਲਚਰ ਨੂੰ ਬੱਚਿਓ ਗੋਲਡ ਕਿਹਾ ਗਿਆ ਹੈ। ਤੇ ਇਹ ਕਿੱਧਰ ਸੀਗਾ ਜੀ? ਨਾਰਥ ਵੱਲ। ਤੇ ਨਾਰਥ ਕੌਣ ਹੈ?
ਥਾਰ ਡੈਜ਼ਰਟ। ਤਾਂ ਥਾਰ ਡੈਜ਼ਰਟ 'ਚ ਇਹ ਵਾਲਾ ਜਿਹੜਾ ਕਲਚਰ ਸੀ ਜਦੋਂ ਵਿਕਸਿਤ ਹੋਇਆ ਸੀ ਸਰਸਵਤੀ ਰਿਵਰ ਕਰਕੇ, ਉਸੇ ਕਲਚਰ ਨੂੰ, ਉਸੇ ਪ੍ਰੋਸਪਰਸ ਕਲਚਰ ਨੂੰ ਗੋਲਡ ਕਿਹਾ ਗਿਆ ਹੈ। ਇਸ ਕਰਕੇ ਇਸ ਚੈਪਟਰ ਦਾ ਸ਼ੀਰਸ਼ਕ ਟਾਈਟਲ ਬਿਲਕੁਲ ਫਿੱਟ ਹੈ। ਲਾਸਟ ਕੁਐਸਚਨ ਹੈ ਜੀ ਸਾਡਾ 13th ਕੁਐਸਚਨ, ਹਾਊ ਡਜ਼ ਦ ਰਾਈਟਰ ਡਿਸਕ੍ਰਾਈਬ ਦ ਸਮਰ ਸੀਜ਼ਨ ਇਨ ਦ ਮੰਥ ਆਫ ਮੇ? ਪਾਲੋ ਜੀ ਐਨ ਕੱਟ ਲਓ। ਮੰਥ ਆਫ ਮੇ ਇਨ ਰਾਜਸਥਾਨ, ਰਾਈਟਰ ਨੇ ਰਾਜਸਥਾਨ ਦਾ ਜਿਹੜਾ ਮਈ ਦਾ ਮਹੀਨਾ ਹੈ ਉਸ ਦੀ ਸਮਰ ਸੀਜ਼ਨ ਨੂੰ ਕਿਵੇਂ ਡਿਸਕ੍ਰਾਈਬ ਕੀਤਾ ਹੈ? ਵਨ ਆਫ ਦਾ ਵੈਰੀ ਇੰਪੋਰਟੈਂਟ ਕੁਐਸਚਨਸ ਹੈ, ਪੇਪਰ 'ਚ ਬਹੁਤ ਵਾਰੀ ਆਇਆ ਹੈ। ਬੱਚਿਓ ਅਸੀਂ ਆਨਸਰ ਲਿਖਾਂਗੇ, ਦ ਰਾਈਟਰ ਕੰਪੇਅਰ ਸਮਰ ਟੂ ਅ ਸਨੇਕ ਕੋਇਲਡ ਇਨ ਦ ਡਰਾਈ ਬੈਡ ਆਫ ਦ ਰਿਵਰਸ। ਤਾਂ ਬਿਲਕੁਲ ਪਹਿਲੇ ਪੈਰੇ 'ਚ ਹੀ ਬੱਚਿਓ ਆ ਜਾਂਦਾ ਹੈ ਕਿ ਰਾਈਟਰ ਨੇ, ਲੇਖਕ ਨੇ ਰਾਜਸਥਾਨ ਦੀ ਗਰਮੀ ਨੂੰ ਕੰਪੇਅਰ ਕੀਤਾ ਹੈ, ਤੁਲਨਾ ਕੀਤੀ ਹੈ ਇੱਕ ਅਜਿਹੇ ਸੱਪ ਨਾਲ ਜੋ ਕਿ ਕੁੰਡਲੀ ਮਾਰ ਕੇ ਬੈਠਾ ਹੈ। ਕੋਇਲਡ ਦਾ ਮਤਲਬ ਹੁੰਦਾ ਬੱਚਿਓ ਕੁੰਡਲੀ ਮਾਰਨਾ। ਕਿੱਥੇ ਬੈਠਾ ਜੀ ਉਹ? ਰਿਵਰਸ ਦੇ ਡਰਾਈ ਬੈਡ ਤੇ ਬੈਠਾ ਹੈ। ਡਰਾਈ ਬੈਡ ਇੱਥੇ ਬੱਚਿਓ ਮਾਰੂਥਲ ਨੂੰ ਹੀ ਕਿਹਾ ਗਿਆ ਹੈ ਤੇ ਰਿਵਰ ਇੱਥੇ ਰੇਤ ਦੀ ਰਿਵਰ ਨੂੰ, ਸੈਂਡ, ਰਿਵਰ ਆਫ ਸੈਂਡ ਕਿਹਾ ਗਿਆ। ਤਾਂ ਇਸ ਰੇਤ ਦੇ ਉੱਪਰ, ਰੇਤ ਦੇ ਡਰਾਈ ਬੈਡ ਦੇ ਉੱਪਰ ਜਿਹੜੀ ਸਮਰ ਹੈ ਇਹ ਕੁੰਡਲੀ ਮਾਰ ਕੇ ਬੈਠੀ ਹੈ। ਇਸ ਤਰੀਕੇ ਦੇ ਨਾਲ ਰਾਈਟਰ ਨੇ ਡਿਸਕ੍ਰਾਈਬ ਕੀਤੀ ਹੈ ਰਾਜਸਥਾਨ ਦੀ ਗਰਮੀ। ਫਿਰ ਉਹਨੇ ਇਹ ਵੀ ਦੱਸਿਆ ਦ ਫੀਲਡਸ ਆਰ ਬੈਰਨ, ਕਿ ਜਿਹੜੇ ਉੱਥੇ ਦੇ ਖੇਤ ਹੈ ਜਾਂ ਉੱਥੇ ਦਾ ਜਿਹੜਾ ਏਰੀਆ ਹੈ ਉਹ ਬੈਰਨ ਹੈ, ਬੰਜਰ ਹੈ। ਦ ਵੈਲਸ ਆਰ ਡਰਾਈ, ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜਿਸ ਸਮੇਂ ਰਾਜਸਥਾਨ ਇਹ ਰਾਈਟਰ ਗਿਆ ਸੀ ਪਿਛਲੇ 6 ਸਾਲਾਂ ਤੋਂ ਬਾਰਿਸ਼ ਹੀ ਨਹੀਂ ਸੀ ਪਈ, ਤਾਂ ਇਸ ਕਰਕੇ ਖੂਹ ਸਾਰੇ ਸੁੱਕ ਗਏ ਸੀ। ਦੇਰ ਇਜ਼ ਨੋ ਵਾਟਰ, ਅਤੇ ਉੱਥੇ ਕੋਈ ਪਾਣੀ ਨਹੀਂ ਸੀ। ਤਾਂ ਇਹਨਾਂ ਸਾਰੀਆਂ ਗੱਲਾਂ ਤੋਂ ਬੱਚਿਓ ਸਾਨੂੰ ਪਤਾ ਲੱਗਦਾ ਹੈ ਕਿ ਰਾਈਟਰ ਨੇ ਰਾਜਸਥਾਨ ਦੇ ਵਿੱਚ ਮਈ ਵਾਲੇ ਮਹੀਨੇ ਦੀ ਜਿਹੜੀ ਗਰਮ ਰੁੱਤ ਹੈ ਉਸ ਨੂੰ ਕਿਵੇਂ ਡਿਸਕ੍ਰਾਈਬ ਕੀਤਾ ਹੈ। ਤਾਂ ਸਟੂਡੈਂਟਸ ਇਸ ਦੇ ਨਾਲ ਸਾਡੇ ਸਾਰੇ ਕੁਐਸਚਨ ਆਨਸਰਸ ਕੰਪਲੀਟ ਹੁੰਦੇ ਨੇ। ਮੈਂ ਆਪਣੇ ਵੱਲੋਂ ਪੁਰਜ਼ੋਰ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਔਖਾ ਚੈਪਟਰ ਬਹੁਤ ਹੀ ਸਿੰਪਲ ਲੈਂਗੁਏਜ ਦੇ ਵਿੱਚ, ਆਸਾਨ ਸ਼ਬਦਾਂ ਦੇ ਵਿੱਚ ਮੈਂ ਸਮਝਾ ਪਾਵਾਂ। ਮੈਂ ਇਸ ਦੇ ਕੁਐਸਚਨ ਆਨਸਰਸ ਵੀ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਫਰੇਮ ਕੀਤੇ ਨੇ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰਸ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਜੇਕਰ ਫਿਰ ਵੀ ਬੱਚਿਓ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ, ਮੈਂ ਉਸ ਦਾ ਆਨਸਰ ਜ਼ਰੂਰ ਦਵਾਂਗਾ। ਚੈਪਟਰ ਦੇ ਐਂਡ ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਹੋਰ ਬਹੁਤ ਸਾਰੇ ਐਸੇਸ ਦੇ ਕੁਐਸਚਨ ਆਨਸਰਸ ਵਾਲੇ ਲਿੰਕ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਕਿਸੇ ਹੋਰ ਵੀਡੀਓ ਨੂੰ ਲੈ ਕੇ ਮਿਲਦੇ ਹਾਂ ਜੀ। ਫਿਰ ਮਿਲਦੇ ਹਾਂ, ਧੰਨਵਾਦ।